ਹੈਲੋ ਗਾਇਜ਼, ਵੈਲਕਮ ਟੂ ਕਰੀਅਰ ਐਜ। ਰਾਜੇ ਅੱਜ ਡੇ 3 ਹੈ ਪੰਜਾਬ ਪੁਲਿਸ ਕਾਂਸਟੇਬਲ ਦਾ, ਜਿਹੜਾ ਕਿ ਅਸੀਂ ਲਾਈਵ ਸੈਸ਼ਨ ਸਟਾਰਟ ਕੀਤੇ ਨੇਗੇ, ਠੀਕ ਹੈ, ਜਿਹਦੇ ਵਿੱਚ ਕਿਸੇ ਡਿਫਰੈਂਟ ਸਬਜੈਕਟਸ ਮੈਥ, ਰੀਜ਼ਨਿੰਗ ਅਤੇ ਜੀਕੇ ਦੀ ਕਲਾਸਿਸ ਥੋੜ੍ਹੀਆਂ ਜਿਹੜੀਆਂ ਡੇਲੀ ਚੱਲ ਰਹੀਆਂ ਨੇ। ਅੱਜ ਕਲਾਸ 3rd ਹੈਗੀ ਰਾਜੇ, ਡੇ 3rd ਹੈਗਾ, ਠੀਕ ਹੈ। ਅਤੇ 28 ਜੂਨ ਤੋਂ ਰਾਜੇ ਜਿਹੜਾ ਕਿ ਇਹ ਬੈਚ ਨਵਾਂ ਸਟਾਰਟ ਹੋ ਰਿਹਾ, 28 ਜੂਨ ਤੋਂ ਪੰਜਾਬ ਪੁਲਿਸ ਕਾਂਸਟੇਬਲ ਵਾਸਤੇ, ਠੀਕ ਹੈ। ਕਾਂਸਟੇਬਲ ਵਾਸਤੇ ਸਪੈਸ਼ਲੀ ਬੈਚ ਅਸੀਂ ਜਿਹੜਾ ਡੈਡੀਕੇਟਡ ਬੈਚ ਸਟਾਰਟ ਹੋ ਰਿਹਾ, ਜਿਹੜਾ ਕਿ ਨਾਲ ਜੇਲ੍ਹ ਵਾਰਡਰ ਨੂੰ ਵੀ ਕਵਰ ਕਰੇਗਾ ਔਰ ਪੰਜਾਬ ਪੁਲਿਸ SI ਨੂੰ ਵੀ ਕਵਰ ਕਰੇਗਾ। ਅਤੇ ਇਸ ਦੇ ਨਾਲ ਰਾਜੇ ਪਟਵਾਰੀ ਵਰਗੇ ਐਗਜ਼ਾਮਸ ਵੀ ਇਹਦੇ ਵਿੱਚ ਹੀ ਕਵਰ ਹੋ ਜਾਣਗੇ, ਠੀਕ ਹੈ। ਤਾਂ ਅਗਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਨੰਬਰ ਦੇ ਰਾਜੇ, ਜਿਹੜਾ ਕਿ ਅਗਲੀਆਂ ਸਲਾਈਡ ਦੇ ਵਿੱਚ ਤੁਹਾਨੂੰ ਮਿਲ ਜਾਏਗਾ, ਉਹ ਨੰਬਰ ਤੁਸੀਂ ਕਾਲ ਕਰ ਸਕਦੇ ਹੋ, ਠੀਕ ਹੈ। 28 ਜੂਨ ਤੋਂ ਰਾਜੇ ਬੈਚ ਸਟਾਰਟ ਹੋ ਰਿਹਾ, ਤਾਂ ਦੇਰ ਨਹੀਂ ਕਰਨੀ ਹੈਗੀ। ਸਟਾਰਟ ਕਰ ਦੇਣਾ ਜੀ ਅੱਜ ਦਾ ਸੈਸ਼ਨ, ਜਿਹਦੇ ਵਿੱਚ ਕਿ ਅਸੀਂ GK ਦੇ ਕੁਝ ਕੁਐਸਚਨਸ ਕਰਾਂਗੇ। ਅੱਜ ਦੇ ਟੌਪਿਕਸ ਕਿਹੜੇ ਹੋਣਗੇ? ਪੋਲਿਟੀ ਦੇ ਵਿੱਚੋਂ ਹੋਣਗੇ ਰਾਜੇ, ਹਿਸਟਰੀ ਦੇ ਵਿੱਚੋਂ ਹੋਣਗੇ, ਸਾਇੰਸ ਦੇ ਵਿੱਚੋਂ ਹੋਣਗੇ, ਠੀਕ ਹੈ। ਅਤੇ ਇਹੀ ਕੁਛ ਜਿਹੜੇ ਕਿ ਆਪਾਂ ਚੀਜ਼ਾਂ ਅੱਜ ਕਵਰ ਕਰਾਂਗੇ। ਚਲੋ ਸਟਾਰਟ ਕਰਦੇ ਹਾਂ। ਤਾਂ ਪਹਿਲਾ ਕੁਐਸਚਨ ਪੋਲਿਟੀ ਤੋਂ ਆ ਰਾਜੇ, ਠੀਕ ਹੈ। ਪੋਲਿਟੀ ਜ਼ਿਆਦਾ ਇਸੇ ਕਰਕੇ ਆਪਾਂ ਫੋਕਸ ਕਰਦੇ ਹਾਂ ਕਿਉਂਕਿ ਵੇਟੇਜ ਪੋਲਿਟੀ ਦੀ ਸਭ ਤੋਂ ਜ਼ਿਆਦਾ ਹੁੰਦੀ ਹੈ GK ਦੇ ਵਿੱਚ। ਕਿਸੇ ਵੀ ਐਗਜ਼ਾਮ ਦੇ ਵਿੱਚ ਪੋਲਿਟੀ ਦੀ ਵੇਟੇਜ ਬਹੁਤ ਜ਼ਿਆਦਾ ਹੁੰਦੀ ਹੈ, ਠੀਕ ਹੈ। ਉਸੇ ਕਰਕੇ ਆਪਾਂ ਥੋੜ੍ਹਾ ਜ਼ਿਆਦਾ ਇਸ 'ਤੇ ਫੋਕਸ ਕਰਦੇ ਹਾਂ। Which article of the Constitution of India says there shall be a council of ministers with the prime minister as head to aid and advise the president? ਰਾਜੇ ਆਪਾਂ ਨੂੰ ਪਤਾ ਹੈ ਆਪਣੇ ਸੰਵਿਧਾਨ ਦੇ ਵਿੱਚ ਪ੍ਰੈਜ਼ੀਡੈਂਟ ਜਸਟ ਇੱਕ ਰਬਰ ਸਟੈਂਪ ਹੈ, ਠੀਕ ਹੈ, ਇੱਕ ਸਾਈਨਿੰਗ ਅਥਾਰਟੀ ਹੈ, ਸਾਈਨ ਕਰਦੀ ਹੈ ਸਿਰਫ, ਠੀਕ ਹੈ। ਆਪਾਂ ਕੱਲ੍ਹ ਵੀ ਸੈਸ਼ਨ ਦੇ ਵਿੱਚ ਕੀਤਾ ਸੀ ਵੀ ਇਹ ਜਿਹੜੀ ਡਿਊ ਜੂਰੀ ਐਗਜ਼ੀਕਿਊਟਿਵ ਹੈਗਾ, ਠੀਕ ਹੈ, ਰੀਅਲ ਨਹੀਂ ਹੈਗਾ। ਰੀਅਲ ਕੌਣ ਹੁੰਦਾ ਰਾਜੇ? ਰੀਅਲ ਹੁੰਦਾ ਆਪਣਾ ਪ੍ਰਧਾਨ ਮੰਤਰੀ ਜਾਂ ਫਿਰ ਉਹਦੀ ਕਾਊਂਸਲ ਆਫ ਮਿਨਿਸਟਰਸ, ਠੀਕ ਹੈ। ਤਾਂ ਰੀਅਲ ਐਗਜ਼ੀਕਿਊਟਿਵ ਤਾਂ ਇਹ ਹੁੰਦਾ ਹੈਗਾ। ਜਿਹੜਾ ਇਹ ਰਾਜੇ ਨੋਮੀਨਲ ਹੈ, ਸਿਰਫ ਪ੍ਰੈਜ਼ੀਡੈਂਟ ਸਿਰਫ ਨੋਮੀਨਲ ਹੈ, ਠੀਕ ਹੈ। ਤਾਂ ਹੁਣ ਸੰਵਿਧਾਨ ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ ਵੀ ਪ੍ਰਧਾਨ ਮੰਤਰੀ ਨੇ ਖੁਦ ਕੁਝ ਨਹੀਂ ਕਰਨਾ, ਜੋ ਵੀ ਕਰਨਾ, ਜੋ ਵੀ ਕੰਮ ਕਰਨਾ ਹੈ ਕਾਊਂਸਲ ਆਫ ਮਿਨਿਸਟਰ ਦੀ ਸਲਾਹ ਨਾਲ ਕਰਨਾ ਹੈ, ਠੀਕ ਹੈ। ਇਸ ਦੀ ਸਲਾਹ ਨਾਲ ਕਰਨਾ ਹੈ, ਜਿਹਦਾ ਕਿ ਹੈੱਡ PM ਹੈਗਾ, ਠੀਕ ਹੈ। ਆਹ ਕਾਊਂਸਲ ਆਫ ਮਿਨਿਸਟਰ ਹੈ ਪੂਰੀ, ਅਤੇ ਇਹਦਾ ਹੈੱਡ ਹੈਗਾ PM, ਠੀਕ ਹੈ। ਇਹ ਚੀਜ਼ ਹੈ। ਤਾਂ ਰਾਸ਼ਟਰਪਤੀ ਨੇ ਖੁਦ ਨਹੀਂ ਕੁਝ ਕਰਨਾ, ਜੋ ਕੰਮ ਕਰਨਾ ਹੈ ਸਿਰਫ ਇਹਦੀ ਸਲਾਹ ਨਾਲ ਕਰਨਾ ਹੈ, ਇਹੀ ਸਟੇਟਮੈਂਟ ਕਹਿ ਰਹੀ ਹੈ। ਹੁਣ ਇਹ ਚੀਜ਼ ਕਿਹੜੇ ਆਰਟੀਕਲ ਦੇ ਵਿੱਚ ਲਿਖੀ ਹੋਈ ਹੈ ਰਾਜੇ? ਬਹੁਤ ਇੰਪੋਰਟੈਂਟ ਆਰਟੀਕਲ ਹੈ, 74, 75, 79, 80। ਤਾਂ ਡੈਫੀਨੇਟਲੀ ਰਾਜੇ ਇਹਦਾ ਆਨਸਰ ਆਏਗਾ ਜਿਹੜਾ ਆਰਟੀਕਲ 74 ਆਏਗਾ। ਆਰਟੀਕਲ 74 ਦੇ ਵਿੱਚ ਇਹੀ ਚੀਜ਼ ਕਹੀ ਗਈ ਹੈ ਕਿ ਪ੍ਰੈਜ਼ੀਡੈਂਟ ਜੋ ਵੀ ਕੰਮ ਕਰੇਗਾ ਹੀ ਵਿਲ ਐਕਟ ਇਨ ਏਡ ਐਂਡ ਐਡਵਾਈਸ ਜੋ ਐਡਵਾਈਸ ਕਾਊਂਸਲ ਆਫ ਮਿਨਿਸਟਰ, ਜੋ ਮੰਤਰੀ ਮੰਡਲ ਨੇ ਕਹਿ ਤਾ ਪ੍ਰੈਜ਼ੀਡੈਂਟ ਨੂੰ, ਪ੍ਰੈਜ਼ੀਡੈਂਟ ਉਹੀ ਕਰੇਗਾ, ਠੀਕ ਹੈ ਜੀ। ਪ੍ਰੈਜ਼ੀਡੈਂਟ ਆਪਣੀ ਮਰਜ਼ੀ ਨਹੀਂ ਕਰ ਸਕਦਾ, ਮੰਤਰੀ ਮੰਡਲ ਨੇ ਜੋ ਕਹਿ ਤਾ ਪ੍ਰੈਜ਼ੀਡੈਂਟ ਉਹੀ ਕਰੇਗਾ। ਇਹ ਆਰਟੀਕਲ 74 ਕਹਿ ਰਿਹਾ, ਠੀਕ ਹੈ। 75 ਦੇ ਵਿੱਚ ਕੀ ਹੈ ਰਾਜੇ? ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆਰਟੀਕਲ ਹੈ। ਬੇਸਿਕਲੀ ਕਲੈਕਟਿਵ ਰਿਸਪੋਂਸੀਬਿਲਿਟੀ ਦੀ ਗੱਲ ਕਰਦਾ, ਠੀਕ ਹੈ। ਕਲੈਕਟਿਵਲੀ ਰਿਸਪੋਂਸੀਬਲ, ਕਿ ਜਿਹੜਾ ਸਾਰਾ ਕਾਊਂਸਲ ਆਫ ਮਿਨਿਸਟਰ ਹੈ ਇਹ ਦੇ ਆਰ ਰਿਸਪੋਂਸੀਬਲ ਟੂ ਲੋਕ ਸਭਾ, ਹਾਊਸ ਆਫ ਪੀਪਲ, ਠੀਕ ਹੈ। ਜਵਾਬ ਦੇਣਗੇ ਜਿਹੜਾ ਮੰਤਰੀ ਮੰਡਲ ਹੈ ਪੂਰਾ ਭਾਰਤ ਸਰਕਾਰ ਹੈਗੀ, ਉਹ ਹਾਊਸ ਆਫ ਪੀਪਲ ਨੂੰ, ਜਿਹੜੀ ਲੋਕ ਸਭਾ ਹੈ ਉਹਨੂੰ ਜਵਾਬਦੇਹ ਹੈ, ਅਕਾਊਂਟੇਬਲ ਹੈ, ਠੀਕ ਹੈ। ਇਹ ਆਰਟੀਕਲ 75 ਦੇ ਵਿੱਚ ਲਿਖਿਆ ਹੋਇਆ ਹੈ। ਆਰਟੀਕਲ 75 ਦੇ ਵਿੱਚ ਹੋਰ ਵੀ ਬਹੁਤ ਪ੍ਰੋਵੀਜ਼ਨ ਹੈਗੀਆਂ ਨੇ। ਸਭ ਤੋਂ ਮੇਨ ਇਹੀ ਵਾਲੀ ਪ੍ਰੋਵੀਜ਼ਨ ਹੈ ਕਿ ਸਾਰੇ ਦੇ ਸਾਰੇ ਮੰਤਰੀ ਮੰਡਲ ਦੇ ਆਰ ਕਲੈਕਟਿਵਲੀ ਰਿਸਪੋਂਸੀਬਲ ਟੂ ਲੋਕ ਸਭਾ, ਠੀਕ ਹੈ ਜੀ। ਆਰਟੀਕਲ 79 ਬੇਸਿਕਲੀ ਕੀ ਹੈ ਰਾਜੇ? ਪਾਰਲੀਮੈਂਟ ਦਾ ਹੀ ਆਰਟੀਕਲ ਹੈ, ਠੀਕ ਹੈ। ਪਾਰਲੀਮੈਂਟ ਦਾ ਆਰਟੀਕਲ ਹੈ। ਕੀ ਲਿਖਿਆ ਹੋਇਆ ਇਹਦੇ ਵਿੱਚ ਕਿ ਪਾਰਲੀਮੈਂਟ ਦੇ ਵਿੱਚ ਕੌਣ ਆਉਂਦਾ ਹੈਗਾ, ਠੀਕ ਹੈ। ਤਾਂ ਆਪਾਂ ਕੱਲ੍ਹ ਵੀ ਦੇਖਿਆ ਸੀ, ਇੱਕ ਲੋਕ ਸਭਾ ਆਉਂਦੀ ਹੈ, ਇੱਕ ਰਾਜ ਸਭਾ ਆਉਂਦੀ ਹੈ, ਇੱਕ ਪ੍ਰੈਸੀਡੈਂਟ ਆਉਂਦਾ ਆਪਣਾ, ਠੀਕ ਹੈ। ਤਾਂ 3 ਪਾਰਟ ਨੇ ਪਾਰਲੀਮੈਂਟ ਦੇ। ਚਲੋ, ਦ ਮੈਂਬਰਸ ਆਫ ਕਾਊਂਸਲ ਆਫ ਮਿਨਿਸਟਰਸ ਆਰ ਕਲੈਕਟਿਵਲੀ ਰਿਸਪੋਂਸੀਬਲ ਟੂ, ਰਾਜੇ ਹੁਣੀ ਆਪਾਂ ਕੁਐਸਚਨ ਪੜ੍ਹਿਆ ਹੈਗਾ, ਠੀਕ ਹੈ। ਅਗੇਨ ਉਹਦੀ ਹੀ ਐਪਲੀਕੇਸ਼ਨ ਹੈਗੀ ਹੈ। ਮੈਂਬਰਸ ਆਫ ਕਾਊਂਸਲ ਆਫ ਮਿਨਿਸਟਰ, ਕਾਊਂਸਲ ਆਫ ਮਿਨਿਸਟਰ ਅਗੇਨ ਕੀ ਹੁੰਦੀ ਹੈ ਰਾਜੇ? ਮੰਤਰੀ ਮੰਡਲ ਪੂਰਾ। ਦੇਖੋ ਮਿਨਿਸਟਰ ਮਤਲਬ ਮੰਤਰੀ, ਠੀਕ ਹੈ। ਅਤੇ ਕਾਊਂਸਲ ਮਤਲਬ ਪਰਿਸ਼ਦ, ਕਿ ਮੰਤਰੀ ਦੀ ਪਰਿਸ਼ਦ, ਮੰਤਰੀ ਦਾ ਮੰਡਲ ਪੂਰਾ, ਠੀਕ ਹੈ। ਤਾਂ ਇਹ ਜਿਹੜਾ ਪੂਰਾ ਮੰਤਰੀ ਮੰਡਲ ਹੈ ਦੇ ਆਰ ਕਲੈਕਟਿਵਲੀ ਰਿਸਪੋਂਸੀਬਲ, ਮਤਲਬ ਜਵਾਬਦੇਹ ਨੇਗੇ, ਜਵਾਬਦੇਹ। ਇਹਨਾਂ ਨੇ ਜੋ ਵੀ ਕੰਮ ਕਰਨਾ ਹੈ ਮੰਤਰੀ ਮੰਡਲ ਨੇ, ਉਹਨਾਂ ਵਾਸਤੇ ਉਹ ਕੰਮ ਕਰਨ ਤੋਂ ਬਾਅਦ ਕਿਸੇ ਨਾ ਕਿਸੇ ਨੂੰ ਜਵਾਬ ਦੇਣਾ ਪਊਗਾ, ਠੀਕ ਹੈ। ਤਾਂ ਕਿਹਨੂੰ ਜਵਾਬ ਦੇਣਾ ਪਊਗਾ? ਤਾਂ ਇਹਦਾ ਆਨਸਰ ਆਏਗਾ ਰਾਜੀ, ਆਪਾਂ ਹੁਣੀ ਪੜ੍ਹਿਆ, ਹਾਊਸ ਆਫ ਪੀਪਲ, ਜਿਹੜੀ ਲੋਕ ਸਭਾ ਹੈਗੀ ਆਪਣੀ, ਲੋਕ ਸਭਾ ਨੂੰ ਜਵਾਬ ਦੇਣਾ ਪਊਗਾ, ਠੀਕ ਹੈ। ਦੇਖੋ ਰੀਜ਼ਨ ਸਮਝੋ, ਕੌਨਸੈਪਟ ਸਮਝੋ ਕੀ ਹੁੰਦਾ ਹੈਗਾ। ਇਹ ਪਾਰਲੀਮੈਂਟ ਹੈ ਪੂਰੀ, ਮੰਨ ਲਓ ਲੋਕ ਸਭਾ ਹੈਗੀ ਇਹ, ਠੀਕ ਹੈ। ਸਪੀਕਰ ਬੈਠੇ ਨੇ ਇੱਥੇ ਸਾਰੇ MPs ਬੈਠੇ ਨੇਗੇ, ਠੀਕ ਹੈ। ਤਾਂ ਹੁਣ ਰਾਜੇ ਕੀ ਹੈ, ਜਿਹੜੀ ਆਪਣੀ ਸਰਕਾਰ ਬਣਦੀ ਹੈ ਕਿਵੇਂ ਬਣਦੀ ਹੈ? ਜਿਹੜੀ ਪਾਰਟੀ ਕੋਲੇ 50% ਤੋਂ ਜ਼ਿਆਦਾ ਨੰਬਰਸ ਹੁੰਦੇ ਨੇਗੇ, ਠੀਕ ਹੈ, ਜਾਂ ਫਿਰ ਅਲਾਇੰਸ ਕੋਲੇ, ਓਬਵੀਅਸਲੀ ਉਹਦੀ ਸਰਕਾਰ ਬਣਦੀ ਹੈ, ਠੀਕ ਹੈ। ਜੇ ਆਪਾਂ ਗੱਲ ਕਰਦੇ ਹਾਂ 550 ਆਪਾਂ ਮੰਨ ਕੇ ਚੱਲਦੇ ਹਾਂ ਵੀ ਟੋਟਲ ਸਟਰੈਂਥ ਹੈਗੀ ਹੈ, ਠੀਕ ਹੈ। ਤਾਂ ਆਪਾਂ ਕਹਿੰਦੇ ਹਾਂ ਵੀ 275 ਜਿਹਦੇ ਕੋਲੇ ਆ ਗਏ, ਠੀਕ ਹੈ। ਤਾਂ ਜੇ 275 ਜਿਹਦੇ ਕੋਲ ਸੀਟਾਂ ਆ ਗਈਆਂ ਜਾਂ 276 ਆ ਗਈਆਂ ਜਿਹਦੇ ਕੋਲੇ, ਉਹਦੀ ਸਰਕਾਰ ਬਣ ਜਾਏਗੀ, ਠੀਕ ਹੈ। ਤਾਂ ਮਤਲਬ ਲੋਕ ਸਭਾ ਦੇ ਵਿੱਚੋਂ ਹੀ ਸਰਕਾਰ ਬਣਦੀ ਹੈ, ਠੀਕ ਹੈ। ਹਾਲੇ ਰਾਜ ਸਭਾ ਦਾ ਕੋਈ ਇਹਦੇ ਵਿੱਚ ਰੋਲ ਨਹੀਂ ਆਇਆ ਹੈਗਾ, ਲੋਕ ਸਭਾ ਦੇ ਵਿੱਚੋਂ ਹੀ ਸਰਕਾਰ ਬਣਦੀ ਆਪਾਂ ਕਹਿ ਸਕਦੇ ਹਾਂ, ਠੀਕ ਹੈ, ਇਸ ਚੀਜ਼ ਤੋਂ।
ਤਾਂ ਹੁਣ ਲੋਕ ਸਭਾ ਦੇ ਵਿੱਚੋਂ ਸਰਕਾਰ ਬਣਦੀ ਹੈ ਜੇ, ਤੇ ਹੁਣ ਜਿਹੜੇ ਇੱਧਰ ਆਪਣੇ ਹੁਣ ਪ੍ਰਧਾਨ ਮੰਤਰੀ ਬੈਠਾ ਜਾਂ ਹੋਰ ਸਾਰੇ ਮਿਨਿਸਟਰਸ ਬੈਠੇ ਨੇ, ਇੱਧਰਲੇ ਪਾਸੇ ਤੁਹਾਨੂੰ ਪਤਾ ਕੌਣ ਬੈਠਦੀ ਹੈ, ਇੱਧਰਲੇ ਪਾਸੇ ਸਰਕਾਰ ਬੈਠਦੀ ਹੈ, ਇਸ ਪਾਸੇ ਜਿਹੜੀ ਬੈਠਦੀ ਹੈ ਓਪੋਜੀਸ਼ਨ ਬੈਠਦੀ ਹੈ, ਠੀਕ ਹੈ। ਰਾਹੁਲ ਗਾਂਧੀ ਇੱਥੇ ਬੈਠਾ ਹੁੰਦਾ, ਤੁਹਾਨੂੰ ਪਤਾ ਹੈ, ਪ੍ਰਧਾਨ ਮੰਤਰੀ ਆਪਣਾ ਇੱਥੇ ਬੈਠਾ ਹੁੰਦਾ ਹੈਗਾ, ਤਾਂ ਆਪਾਂ ਨੂੰ ਇਹ ਚੀਜ਼ ਦਾ ਪਤਾ ਹੈਗਾ, ਠੀਕ ਹੈ। ਹੁਣ ਇਹ ਜਿਹੜੀ ਸਾਰੀ ਦੀ ਸਾਰੀ ਸਰਕਾਰ ਹੈ ਜੀ, ਬੇਸਿਕਲੀ ਇੰਨੇ ਇੱਕ ਪੋਰਸ਼ਨ ਦੇ ਵਿੱਚ ਜਿਹੜੀ ਕੀ ਆ ਸਰਕਾਰ ਬੈਠਦੀ ਹੈ, ਠੀਕ ਹੈ। ਬਾਕੀ ਇੱਧਰ ਬੀਜੇਪੀ ਦੇ ਰੂਲਿੰਗ ਐਮਪੀਜ਼ ਹੁੰਦੇ ਨੇ, ਹੋਰ ਐਮਪੀਜ਼ ਹੁੰਦੇ ਨੇ, ਜਿਹੜੀ ਇੰਨਾ ਕੁ ਪੋਰਸ਼ਨ ਇੱਥੇ ਸਰਕਾਰ ਬੈਠਦੀ ਹੈ। ਤਾਂ ਇਹ ਜਿਹੜੀ ਸਰਕਾਰ ਬੈਠੀ ਹੈ ਰਾਜੇ, ਜਿਹੜੇ ਮੰਤਰੀ ਬੈਠੇ ਨੇ ਸਾਰੇ, ਇਹ ਦੇ ਆਰ ਕਲੈਕਟਿਵਲੀ ਰਿਸਪੋਂਸੀਬਲ ਟੂ ਸਾਰੀ ਦੀ ਸਾਰੀ ਲੋਕ ਸਭਾ, ਠੀਕ ਹੈ। ਚਾਹੇ ਉਹ ਉਹਦੇ ਉਸ ਪਾਰਟੀ ਦੇ ਆਪਣੀ ਹੀ ਐਮਪੀਜ਼ ਨੇਗੇ, ਠੀਕ ਹੈ, ਬੀਜੇਪੀ ਦੇ ਐਮਪੀਜ਼ ਨੇ, ਚਾਹੇ ਓਪੋਜੀਸ਼ਨ ਦੇ ਐਮਪੀਜ਼ ਨੇਗੇ, ਤਾਂ ਕੋਈ ਡਜ਼ਨਟ ਮੈਟਰ, ਐਮਪੀਜ਼ ਕਿਹੜੀ ਵੀ ਪਾਰਟੀ ਦੇ ਹੋਣ, ਸਰਕਾਰ ਸਾਰਿਆਂ ਨੂੰ ਹੀ ਅਕਾਊਂਟੇਬਲ ਹੋਊਗੀ, ਜਵਾਬਦੇਹ ਹੋਊਗੀ। ਤਾਂ ਮਤਲਬ ਬੀਜੇਪੀ ਦਾ ਐਮਪੀ ਵੀ ਈਵਨ ਕਿ ਸਰਕਾਰ ਨੂੰ ਸਵਾਲ ਕਰ ਸਕਦਾ, ਠੀਕ ਹੈ। ਰੀਸੈਂਟਲੀ ਸੁਰੇਸ਼ ਪ੍ਰਭੂ ਨੇ ਸਵਾਲ ਕੀਤੇ ਨੇ ਕਾਫੀ, ਹੈ ਨਾ। ਸੁਰੇਸ਼ ਪ੍ਰਭੂ ਹੁਣ ਕੋਈ ਮੰਤਰੀ ਨਹੀਂ ਹੈਗਾ, ਪਹਿਲਾਂ ਤਾਂ ਸਾਡਾ ਰੇਲ ਮੰਤਰੀ ਹੁੰਦਾ ਸੀ, ਬਟ ਹੁਣ ਸਿੰਪਲ ਇੱਕ ਐਮਪੀ ਹੈਗਾ। ਤਾਂ ਸੁਰੇਸ਼ ਪ੍ਰਭੂ ਨੇ ਕਾਫੀ ਸਵਾਲ ਕੀਤੇ ਨੇਗੇ ਸਰਕਾਰ ਨੂੰ, ਠੀਕ ਹੈ। ਤਾਂ ਮਤਲਬ ਕੋਈ ਵੀ ਐਮਪੀ ਹੈਗਾ ਜਿਹੜਾ ਸਰਕਾਰ ਨੂੰ ਸਵਾਲ ਕਰ ਸਕਦਾ, ਕੁਐਸਚਨ ਕਰ ਸਕਦਾ, ਅਤੇ ਸਰਕਾਰ ਦੇ ਆਰ ਡਿਊਟੀ ਬਾਊਂਡ ਟੂ ਆਨਸਰ, ਸਰਕਾਰ ਨੂੰ ਆਨਸਰ ਦੇਣਾ ਪਊਗਾ, ਠੀਕ ਹੈ। ਇਸੇ ਕਰਕੇ ਆਪਾਂ ਕਹਿੰਦੇ ਕਿ ਸਰਕਾਰ ਇਜ਼ ਜਵਾਬਦੇਹ ਟੂ ਦਿਸ ਐਮਪੀਜ਼, ਆਲ ਹਾਊਸਿਸ, ਜਿਹੜੇ ਸਾਰਾ ਹਾਊਸ ਹੈ ਉਹਨੂੰ ਕੀ ਹੈ, ਅਕਾਊਂਟੇਬਲ ਹੈ, ਜਵਾਬਦੇਹ ਹੈਗੀ, ਠੀਕ ਹੈ। ਇਹ ਆਪਾਂ ਕਰਨਾ, ਤਾਂ ਆਨਸਰ ਡੈਫੀਨੇਟਲੀ ਹਾਊਸ ਆਫ ਪੀਪਲ ਆਏਗਾ, ਠੀਕ ਹੈ। ਧਿਆਨ ਰੱਖਣਾ ਜੀ, ਕਾਊਂਸਲ ਆਫ ਸਟੇਟਸ ਨਹੀਂ ਆਊਗਾ, ਠੀਕ ਹੈ। ਜੇ ਤੁਹਾਡੇ ਕੋਲ ਆਪਸ਼ਨ ਦੇ ਵਿੱਚ ਪਾਰਲੀਮੈਂਟ ਹੈਗਾ, ਜੇ ਆਪਸ਼ਨ ਦੇ ਵਿੱਚ ਪਾਰਲੀਮੈਂਟ ਹੈ ਤਾਂ ਪਾਰਲੀਮੈਂਟ ਵੀ ਟਿਕ ਕਰ ਸਕਦੇ ਹੋ, ਬਟ ਅਗਰ ਹਾਊਸ ਆਫ ਪੀਪਲ ਆਪਸ਼ਨ ਦੇ ਵਿੱਚ ਹੈਗੇ ਤਾਂ ਇਹੀ ਟਿਕ ਕਰਨਾ ਹੈਗਾ, ਠੀਕ ਹੈ। ਕਾਊਂਸਲ ਆਫ ਸਟੇਟ ਨੂੰ ਅਕਾਊਂਟੇਬਲ ਨਹੀਂ ਹੈਗੇ, ਜਵਾਬਦੇਹ ਨਹੀਂ ਹੈਗੇ, ਰਾਜ ਸਭਾ ਨੂੰ ਜਵਾਬਦੇਹ ਨਹੀਂ ਹੈਗੇ, ਜਿਹੜੀ ਸਾਡੀ ਸਰਕਾਰ ਹੈ ਰਾਜ ਸਭਾ ਨੂੰ ਜਵਾਬਦੇਹ ਨਹੀਂ ਹੈਗੀ, ਠੀਕ ਹੈ। ਤਾਂ ਅਗਰ ਆਪਸ਼ਨ ਦੇ ਵਿੱਚ ਲੋਕ ਸਭਾ ਨਹੀਂ ਹੈਗਾ, ਪਾਰਲੀਮੈਂਟ ਹੈ, ਤਾਂ ਪਾਰਲੀਮੈਂਟ ਟਿਕ ਕਰ ਸਕਦੇ ਹੋ, ਬਟ ਅਗਰ ਲੋਕ ਸਭਾ ਹੈਗਾ ਤਾਂ ਲੋਕ ਸਭਾ ਹੀ ਟਿਕ ਕਰਨਾ ਹੈਗਾ, ਠੀਕ ਹੈ। ਫਿਰ ਚਾਹੇ ਪਾਰਲੀਮੈਂਟ ਹੋਵੇ ਆਪਸ਼ਨ ਦੇ ਵਿੱਚ, ਚਾਹੇ ਨਾ ਹੋਵੇ, ਹਾਊਸ ਆਫ ਪੀਪਲ ਹੀ ਟਿਕ ਕਰਨਾ ਹੈ। ਅਗਰ ਇਹ ਨਹੀਂ ਹੈਗਾ ਤੇ ਪਾਰਲੀਮੈਂਟ ਆਪਸ਼ਨ ਦੇ ਵਿੱਚ ਹੈਗਾ ਤਾਂ ਪਾਰਲੀਮੈਂਟ ਹੀ ਕਰ ਸਕਦਾ, ਠੀਕ ਹੈ। ਚਲੋ, ਅੰਡਰ ਵਿਚ ਆਰਟੀਕਲ ਆਫ ਕਨਸਟੀਟਿਊਸ਼ਨ ਦ ਗਵਰਨਰ ਆਫ ਸਟੇਟ ਕੈਨ ਰਿਜ਼ਰਵ ਅ ਬਿੱਲ ਫॉर ਕੰਸੀਡਰੇਸ਼ਨ ਆਫ ਪ੍ਰੈਜ਼ੀਡੈਂਟ। ਰਾਜੇ ਤੁਸੀਂ ਆਪਣੇ ਆਨਸਰ ਜਿਹੜੇ ਕਿ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ, ਠੀਕ ਹੈ। ਤੇ ਪਲੀਜ਼ ਫੀਡਬੈਕ ਦਿਆ ਕਰੋ ਕਿ ਤੁਹਾਨੂੰ ਕੋਈ ਚੀਜ਼ ਅੱਛਾ ਲੱਗ ਰਹੀਆਂ, ਚੀਜ਼ਾਂ ਅੱਛੀਆਂ ਲੱਗ ਰਹੀਆਂ ਨੇ, ਜਾਂ ਕੋਈ ਚੇਂਜ ਚਾਹੀਦਾ ਇਹਦੇ ਵਿੱਚ, ਠੀਕ ਹੈ, ਸਮਝ ਆ ਰਹੀਆਂ ਚੀਜ਼ਾਂ ਤੁਹਾਨੂੰ, ਤਾਂ ਕਿ ਆਪਾਂ ਉਸੇ ਤਰ੍ਹਾਂ ਫਿਰ ਮੈਨੇਜ ਕਰ ਸਕੀਏ। ਦੇਖੋ ਇੱਦਾਂ ਆਪਣੇ ਵਾਸਤੇ ਅਸੀਂ ਆਪਣੀ ਖੁਸ਼ੀ ਲਈ ਤਾਂ ਪੜ੍ਹਾ ਨਹੀਂ ਰਹੇ ਹੈਗੇ, ਠੀਕ ਹੈ ਨਾ, ਤੁਹਾਡੇ ਵਾਸਤੇ ਪੜ੍ਹਾ ਰਹੇ ਓਬਵੀਅਸਲੀ ਗੱਲ ਹੈ ਜੀ, ਪਰ ਜੇ ਤੁਹਾਨੂੰ ਨਹੀਂ ਸਮਝ ਆਏ ਫਿਰ ਫਾਇਦਾ ਕੋਈ ਨਹੀਂ ਹੈਗਾ। ਤਾਂ ਤੁਹਾਡੀ ਫੀਡਬੈਕ ਇਜ਼ ਮੋਸਟ ਰਿਕੁਆਇਰਡ। ਤੁਸੀਂ ਦੱਸਣਾ ਰਾਜੇ ਕਿ ਤੁਹਾਨੂੰ ਕੀ ਚੀਜ਼ ਅੱਛੀ ਲੱਗ ਰਹੀ, ਕੀ ਨਹੀਂ ਅੱਛੀ ਲੱਗ ਰਹੀ, ਤਾਂ ਉਸੇ ਤਰ੍ਹਾਂ ਆਪਾਂ ਜਿਹੜੀ ਚੀਜ਼ ਨੂੰ ਅਮੈਂਡਮੈਂਟ ਕਰ ਸਕਦੇ ਆਪਾਂ ਆਪਣੇ ਪੜ੍ਹਾਉਣ ਦੇ ਤਰੀਕੇ ਦੇ ਵਿੱਚ, ਠੀਕ ਹੈ। ਅੰਡਰ ਵਿਚ ਆਰਟੀਕਲ ਆਫ ਕਨਸਟੀਟਿਊਸ਼ਨ ਦ ਗਵਰਨਰ ਆਫ ਸਟੇਟ ਕੈਨ ਰਿਜ਼ਰਵ ਅ ਬਿੱਲ ਫॉर ਕੰਸੀਡਰੇਸ਼ਨ ਆਫ ਅ ਪ੍ਰੈਜ਼ੀਡੈਂਟ, ਠੀਕ ਹੈ। ਰਾਜੇ ਆਪਣਾ ਜਿਹੜਾ ਸਟੇਟ ਅਸੈਂਬਲੀ ਦੇ ਵਿੱਚ, ਠੀਕ ਹੈ, ਜਿਵੇਂ ਆਪਣੀ ਪੰਜਾਬ ਦੀ ਅਸੈਂਬਲੀ ਹੈ, ਮੰਨ ਲਓ ਪੰਜਾਬ ਦੀ ਅਸੈਂਬਲੀ ਹੈ, ਤਾਂ ਹੁਣ ਇੱਥੇ ਬਿੱਲ ਪਾਸ ਕਰਨ ਦਾ ਕੀ ਤਰੀਕਾ ਹੁੰਦਾ ਹੈ। ਪਹਿਲਾਂ ਇੱਕ ਪੰਜਾਬ ਦੀ ਅਸੈਂਬਲੀ ਨੇ ਬਿੱਲ ਪਾਸ ਕਰਤਾ, ਮੰਨ ਲਓ ਬਿੱਲ ਪਾਸ ਕਰਤਾ, ਹੁਣ ਇਹ ਜਾਊਗਾ ਰਾਜੇ ਗਵਰਨਰ ਕੋਲੇ, ਹੁਣ ਇਹ ਜਾਊਗਾ ਆਪਣੇ ਰਾਜਪਾਲ ਕੋਲੇ, ਠੀਕ ਹੈ। ਤਾਂ ਹੁਣ ਗਵਰਨਰ ਕੋਲੇ ਰਾਜੇ ਕੀ ਆਪਸ਼ਨ ਹੁੰਦੇ ਨੇ। ਇੱਕ ਤਾਂ ਦੇਖੋ ਇਹ ਪੰਜਾਬ ਦੇ ਜਿਹੜਾ ਬਿੱਲ ਹੈ ਉਹਨੂੰ ਪਾਸ ਕਰ ਸਕਦਾ, ਹਾਂ ਕਰ ਸਾਈਨ ਕਰ ਸਕਦਾ, ਇੱਕ ਕਹਿ ਸਕਦਾ ਮੈਂ ਸਾਈਨ ਨਹੀਂ ਕਰਨਾ, ਇੱਕ ਕਹਿ ਸਕਦਾ ਵੀ ਤੁਸੀਂ ਦੁਬਾਰਾ ਦੇਖੋ ਇੱਕ ਵਾਰੀ, ਰੀਕਨਸੀਡਰੇਸ਼ਨ ਵਾਸਤੇ ਭੇਜ ਸਕਦਾ। ਇੱਕ ਚੌਥਾ ਆਪਸ਼ਨ ਆਪਣੇ ਕੋਲ ਹੁੰਦਾ ਰਾਜੇ ਪ੍ਰੈਜ਼ੀਡੈਂਟ ਕੋਲੇ, ਠੀਕ ਹੈ, ਕਿਉਂਕਿ ਗਵਰਨਰ ਦੇਖੋ ਸਟੇਟ ਦਾ ਇੱਕ ਫੰਕਸ਼ਨਰੀ ਹੈਗਾ, ਠੀਕ ਹੈ। ਤਾਂ ਬਟ ਗਵਰਨਰ ਦਾ ਬੌਸ ਕੌਣ ਹੈ, ਪ੍ਰੈਜ਼ੀਡੈਂਟ ਹੈਗਾ, ਇੱਕ ਤਰ੍ਹਾਂ ਦਾ, ਮਤਲਬ ਵੈਸੇ ਮਤਲਬ ਸਹੀ ਮਤਲਬ ਪ੍ਰੋਪਰ ਤਰੀਕੇ ਨਾਲ ਨਹੀਂ ਹੈਗਾ, ਬਟ ਸਟਿਲ ਆਪਾਂ ਮੰਨ ਸਕਦੇ ਹਾਂ। ਤਾਂ ਕਦੇ ਕਦੇ ਅਗਰ ਗਵਰਨਰ ਨੂੰ ਕੋਈ ਕਨਫਿਊਜ਼ਨ ਹੁੰਦੀ ਹੈ, ਤਾਂ ਜਿਹੜਾ ਬਿੱਲ ਪੰਜਾਬ ਅਸੈਂਬਲੀ ਤੋਂ ਗਵਰਨਰ ਕੋਲ ਆਇਆ ਹੈਗਾ, ਉਹ ਨੈਕਸਟ ਰਾਜੇ ਗਵਰਨਰ ਕੀ ਕਰ ਸਕਦੇ ਨੇ, ਗਵਰਨਰ ਪ੍ਰੈਜ਼ੀਡੈਂਟ ਕੋਲੇ ਭੇਜ ਸਕਦੇ ਨੇ ਕਿ ਸਰ ਮੈਨੂੰ ਤਾਂ ਸਮਝ ਨਹੀਂ ਆਇਆ, ਤੁਸੀਂ ਦੇਖੋ ਇੱਕ ਵਾਰੀ, ਠੀਕ ਹੈ। ਹੁਣ ਇਹੀ ਚੀਜ਼ ਪੁੱਛ ਰਿਹਾ ਸਟੇਟਮੈਂਟ ਦੇ ਵਿੱਚ, ਕੁਐਸਚਨ ਦੇ ਵਿੱਚ, ਕਿ ਜਿਹੜੀ ਇਹ ਵਾਲੀ ਪ੍ਰੋਵੀਜ਼ਨ ਹੈ ਪ੍ਰੈਜ਼ੀਡੈਂਟ ਕੋਲੇ ਭੇਜਣ ਵਾਲੀ, ਇਹ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ ਰਾਜੇ। ਤਾਂ ਰਾਜੇ ਸਿਰਫ ਇਹ ਪ੍ਰੋਵੀਜ਼ਨ ਨਹੀਂ, ਬਲਕਿ ਚਾਰੋਂ ਦੇ ਚਾਰੋਂ ਪ੍ਰੋਵੀਜ਼ਨ ਵੀ ਕੀ ਬਿੱਲ ਦੇ ਨਾਲ ਕਰ ਸਕਦਾ ਹੈ, ਇਹ ਆਰਟੀਕਲ 200 ਦੇ ਅੰਡਰ ਹੀ ਆਉਂਦਾ ਹੈਗਾ, ਠੀਕ ਹੈ। ਤਾਂ ਆਪਣਾ ਆਨਸਰ ਡੈਫੀਨੇਟਲੀ ਆਰਟੀਕਲ 200 ਆਏਗਾ ਰਾਜੇ, ਕਿ ਆਰਟੀਕਲ 200 ਦੇ ਅੰਡਰ ਗਵਰਨਰ ਕੋਲੇ ਕਿਹੜੇ ਆਪਸ਼ਨਸ ਨੇ, ਕੀ ਕਰਨ ਦੇ। ਗਵਰਨਰ ਹਾਂ ਕਰ ਸਕਦਾ ਹੈ, ਨਾ ਕਰ ਸਕਦਾ ਹੈ, ਰੀਕਨਸੀਡਰੇਸ਼ਨ ਵਾਸਤੇ ਭੇਜ ਸਕਦਾ, ਜਾਂ ਫਿਰ ਪ੍ਰੈਜ਼ੀਡੈਂਟ ਕੋਲ ਭੇਜ ਸਕਦਾ ਹੈ, ਕੀ ਚੀਜ਼ ਨੂੰ, ਬਿੱਲ ਨੂੰ, ਕੋਈ ਵੀ ਬਿੱਲ ਹੈ ਜਿਹੜਾ, ਠੀਕ ਹੈ। ਤਾਂ ਇਹ ਸਾਰਾ ਕੁਛ ਆਰਟੀਕਲ 200 ਦੇ ਅੰਡਰ ਹੀ ਆਏਗਾ, ਠੀਕ ਹੈ। ਹੁਣ ਦੇਖੋ ਇਹ ਤਾਂ ਗੱਲ ਰਹੀ ਗਵਰਨਰ ਦੀ। ਜੇ ਮੈਂ ਸੇਮ ਪਾਵਰ ਗੱਲ ਕਰਾਂ ਰਾਜੇ, ਸੇਮ ਪ੍ਰੋਵੀਜ਼ਨ ਗੱਲ ਕਰਾਂ ਪ੍ਰੈਜ਼ੀਡੈਂਟ ਦੀ, ਤਾਂ ਪ੍ਰੈਜ਼ੀਡੈਂਟ ਕੋਲ ਇਹ ਸੇਮ ਪਾਵਰਸ ਕਿਹੜੇ ਦੇ ਵਿੱਚ ਨੇ। ਮੰਨ ਲਓ ਹੁਣ ਜੇ ਮੈਂ ਗੱਲ ਕਰਾਂ ਯੂਨੀਅਨ ਦੇ ਕੋਈ ਪਾਰਲੀਮੈਂਟ ਦੇ ਵਿੱਚ ਕੋਈ ਲਾਅ ਬਣਾਉਣਾ ਹੈ, ਠੀਕ ਹੈ, ਤਾਂ ਪਾਰਲੀਮੈਂਟ ਦੇ ਵਿੱਚ ਲਾਅ ਕਿਵੇਂ ਬਣੂਗਾ, ਇੱਕ ਹਾਊਸ ਪਾਸ ਕਰੂਗਾ, ਦੂਸਰਾ ਹਾਊਸ ਪਾਸ ਕਰੂਗਾ, ਠੀਕ ਹੈ, ਫਿਰ ਇਸ ਤੋਂ ਬਾਅਦ 'ਚੋਂ ਕਿੱਥੇ ਆਊਗਾ ਪ੍ਰੈਜ਼ੀਡੈਂਟ ਕੋਲੇ। ਹੁਣ ਪ੍ਰੈਜ਼ੀਡੈਂਟ ਕੋਲ ਕਿਹੜੇ ਆਪਸ਼ਨਸ ਨੇ ਰਾਜੇ, ਇੱਕ ਤਾਂ ਯੈਸ ਕਰ ਸਕਦਾ ਹੈ, ਇੱਕ ਨੋ ਕਰ ਸਕਦਾ ਹੈ, ਇੱਕ ਦੁਬਾਰਾ ਵਾਪਸ ਭੇਜ ਸਕਦਾ, ਠੀਕ ਹੈ। ਹੁਣ ਦੇਖੋ ਇੱਥੇ ਪ੍ਰੈਜ਼ੀਡੈਂਟ ਕੋਲ ਸਿਰਫ 3 ਆਪਸ਼ਨਸ ਨੇਗੇ, ਠੀਕ ਹੈ, ਕਿਉਂਕਿ ਓਬਵੀਅਸ ਜੀ ਗੱਲ ਹੈ, ਹੁਣ ਇਦੋਂ ਪ੍ਰੈਜ਼ੀਡੈਂਟ ਤੋਂ ਉੱਪਰ ਤਾਂ ਕੋਈ ਨਹੀਂ ਹੈਗਾ, ਤਾਂ ਪ੍ਰੈਜ਼ੀਡੈਂਟ ਉੱਪਰ ਕਿਹਨੂੰ ਭੇਜੇਗਾ, ਗਵਰਨਰ ਦੇ ਉੱਪਰ ਪ੍ਰੈਜ਼ੀਡੈਂਟ ਹੈਗਾ ਸੀ, ਤਾਂ ਕਰਕੇ ਪ੍ਰੈਜ਼ੀਡੈਂਟ ਨੂੰ ਇਹ
ਭੇਜ ਸਕਦਾ ਸੀਗਾ। ਠੀਕ ਹੈ, ਹੁਣ ਜਿਹੜੀਆਂ ਇਹ 3 ਕੇਸਿਸ ਨੇ, 3 ਚੋਇਸਿਸ ਨੇ ਪ੍ਰੈਜ਼ੀਡੈਂਟ ਕੋਲੇ, ਇਹ ਕਿਹੜੇ ਆਰਟੀਕਲ ਦੇ ਅੰਡਰ ਆਉਂਦੀਆਂ ਨੇ? ਇਹ ਆਰਟੀਕਲ 111 ਦੇ ਅੰਡਰ ਆਉਂਦੀਆਂ ਨੇ। ਇਹ ਵੀ ਬਹੁਤ ਬਹੁਤ ਇੰਪੋਰਟੈਂਟ। ਠੀਕ ਹੈ, ਤਾਂ 111 ਜਿਹੜਾ ਆਰਟੀਕਲ ਹੈ ਪ੍ਰੈਜ਼ੀਡੈਂਟ ਦਾ, ਔਰ ਸੇਮ ਚੀਜ਼ਾਂ ਜਿਹੜੀਆਂ ਗਵਰਨਰ ਦੇ ਨੇ ਉਹ ਆਰਟੀਕਲ 200 ਦੇ ਵਿੱਚ ਆਉਂਦੀਆਂ ਨੇ। ਠੀਕ ਹੈ, ਤੁਸੀਂ ਅਗਰ ਓਬਜ਼ਰਵ ਕਰੋ ਰਾਜੇ, ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਜਿਹੜਾ ਹੈਗਾ ਉਹ 89 ਦਾ ਡਿਫਰੈਂਸ ਹੈਗਾ। ਠੀਕ ਹੈ, ਤਾਂ ਇਹ 89 ਦਾ ਡਿਫਰੈਂਸ ਰਾਜੇ ਬਹੁਤ ਆਰਟੀਕਲ ਦੇ ਵਿੱਚ ਯੂਜ਼ ਹੁੰਦਾ ਹੈਗਾ। ਠੀਕ ਹੈ, ਜਿਵੇਂ ਆਪਾਂ ਨੇ ਲਾਸਟ ਆਰਟੀਕਲ ਕੀਤਾ ਰਾਜੇ 74। ਠੀਕ ਹੈ, 74 ਆਰਟੀਕਲ ਨੰਬਰ ਕੀਤਾ। ਹੁਣ ਜੇ ਤੁਸੀਂ ਇਹਦੇ ਵਿੱਚ 89 ਐਡ ਕਰ ਦੋਗੇ ਤਾਂ ਇਹ ਬਣ ਜਾਊਗਾ 163। ਠੀਕ ਹੈ, ਤਾਂ ਜਿਹੜੀਆਂ ਚੀਜ਼ਾਂ ਪਾਰਲੀਮੈਂਟ ਵਾਸਤੇ 74 ਦੇ ਵਿੱਚ ਲਿਖੀਆਂ ਨੇ, ਉਹੀ ਸਟੇਟ ਅਸੈਂਬਲੀ ਦੀਆਂ ਵਾਸਤੇ ਆਰਟੀਕਲ 163 ਵਿੱਚ ਲਿਖਿਆ ਨੇ। ਠੀਕ ਹੈ, ਤਾਂ 89 ਵਾਲਾ ਨੰਬਰ ਜਿਹੜਾ ਹੈਗਾ ਕਾਫੀ ਆਪਾਂ ਨੂੰ ਯੂਜ਼ 'ਚ ਆਉਂਦਾ ਹੈਗਾ। ਠੀਕ ਹੈ, ਚਲੋ ਕਈ ਆਰਟੀਕਲ ਦੇ ਵਿੱਚ ਯੂਜ਼ ਹੁੰਦਾ, 75 ਦੇ ਵਿੱਚ ਵੀ ਹੋ ਜਾਊਗਾ, 76 ਦੇ ਵਿੱਚ ਵੀ ਹੋ ਜਾਊਗਾ। ਫੋਰ ਐਗਜ਼ਾਮਪਲ 76 ਆਰਟੀਕਲ ਕਿਹਦਾ ਰਾਜੇ? ਅਟੋਰਨੀ ਜਨਰਲ ਦਾ, ਤੁਹਾਨੂੰ ਪਤਾ ਹੋਏਗਾ ਅਟੋਰਨੀ ਜਨਰਲ ਜਿਹੜਾ ਆਪਣਾ ਸੈਂਟਰ ਦਾ ਹੁੰਦਾ। ਹੁਣ ਜੇ ਇਹਦੇ ਵਿੱਚ ਮੈਂ 89 ਐਡ ਕਰਦਾ ਤਾਂ ਮੇਰੇ ਕੋਲ ਕੀ ਆਏਗਾ ਰਾਜੇ? 165। ਇਹ ਵਾਲਾ ਜਿਹੜਾ ਆਰਟੀਕਲ ਹੈ ਰਾਜੇ, ਇਹ ਹੈਗਾ ਆਰਟੀਕਲ ਐਡਵੋਕੇਟ ਜਨਰਲ ਦਾ, ਐਡਵੋਕੇਟ ਜਨਰਲ ਆਫ ਅ ਸਟੇਟ। ਠੀਕ ਹੈ, ਅਟੋਰਨੀ ਜਨਰਲ ਕੌਣ ਹੁੰਦਾ ਹੈ? ਮਤਲਬ ਜਿਹੜਾ ਸਭ ਤੋਂ ਵੱਡਾ ਇੱਕ ਮਤਲਬ ਲੀਗਲ ਆਫਿਸਰ ਹੁੰਦਾ ਹੈ ਭਾਰਤ ਸਰਕਾਰ ਦਾ। ਠੀਕ ਹੈ, ਐਡਵੋਕੇਟ ਜਨਰਲ ਕੌਣ ਹੈ? ਜਿਹੜਾ ਕਿ ਆਪਣਾ ਜਿਵੇਂ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਲੀਗਲ ਆਫਿਸਰ ਹੈਗਾ, ਕੋਈ ਲਾਇਰ ਹੈ, ਜਿਵੇਂ ਆਪਣਾ ਅਤੁਲ ਨੰਦਾ ਹੈਗਾ। ਠੀਕ ਹੈ, ਅਤੁਲ ਨੰਦਾ। ਤਾਂ ਸੇਮ ਚੀਜ਼ 76 ਦੇ ਵਿੱਚ ਹੈ, ਉਹੀ ਚੀਜ਼ 165 ਦੇ ਵਿੱਚ ਹੈ, ਜਸਟ ਆਪਾਂ ਨੇ 89 ਐਡ ਕਰਤਾ। ਠੀਕ ਹੈ, ਤਾਂ 89 ਦੀ ਰੈਲੇਵੈਂਸ ਕਾਫੀ ਜ਼ਿਆਦਾ ਹੈਗੀ ਆ। ਚਲੋ, ਵਿਚ ਕਮਿਸ਼ਨ ਹੈਜ਼ ਐਗਜ਼ਾਮਾਈਨਡ ਦਾ ਸੈਂਟਰ ਸਟੇਟ ਰਿਲੇਸ਼ਨਸ। ਰਾਜੇ ਆਪਾਂ ਕਰ ਚੁੱਕੇ ਹਾਂ ਆਲਰੇਡੀ। ਠੀਕ ਹੈ, ਕੁਛ ਇੱਕ ਦੋ ਕੁਐਸਚਨ ਹੋਰ ਨੇ ਪੋਲਿਟੀ ਦੇ, ਫਿਰ ਆਪਾਂ ਸਾਇੰਸ ਦੇ ਕੁਐਸਚਨ ਵੀ ਕਰਾਂਗੇ ਅਤੇ ਫਿਰ ਹਿਸਟਰੀ ਦੇ ਕੁਐਸਚਨ ਵੀ ਕਰਾਂਗੇ। ਠੀਕ ਹੈ, ਦ ਵਿਚ ਕਮਿਸ਼ਨ ਹੈਜ਼ ਐਗਜ਼ਾਮਾਈਨਡ ਦਾ ਸੈਂਟਰ ਸਟੇਟ ਰਿਲੇਸ਼ਨਸ। ਈਜ਼ੀ ਕੁਐਸਚਨ ਹੈਗਾ ਰਾਜੇ। ਦੇਖੋ, ਸਰਕਾਰੀਆ, ਸ਼੍ਰੀ ਕ੍ਰਿਸ਼ਨਾ, ਰਾਜਮਨਰ, ਖੇਰ ਕਮਿਸ਼ਨ। ਠੀਕ ਹੈ, ਤਾਂ ਦੇਖੋ ਇਹ ਦੋਨੋਂ ਤਾਂ ਬਿਲਕੁਲ ਵੀ ਨਹੀਂ ਹੈਗੀਆਂ। ਠੀਕ ਹੈ, ਹੁਣ ਤੁਹਾਡੇ ਦਿਮਾਗ ਦੇ ਵਿੱਚ ਕਨਫਿਊਜ਼ਨ ਜਾਊਗੀ ਕਿ ਰਾਜਮਨਰ ਵੀ ਹੈਗਾ, ਸਰਕਾਰੀਆ ਵੀ ਹੈਗਾ। ਠੀਕ ਹੈ, ਬਟ ਦੇਖੋ ਰਾਜਮਨਰ ਜਿਹੜੀ ਕਮਿਸ਼ਨ ਹੈਗੀ, ਕਮੇਟੀ ਹੈ, ਉਹ ਮਤਲਬ ਉਹਦੀ ਕੋਈ ਲੀਗਲ ਸੈਂਕਟਿਟੀ ਨਹੀਂ ਹੈਗੀ, ਕੋਈ ਮਤਲਬ ਬਹੁਤ ਮਾਨਤਾ ਨਹੀਂ ਹੈਗੀ, ਕਿਉਂਕਿ ਇੱਕ ਸਟੇਟ ਨੇ ਅਪੋਇੰਟ ਕੀਤੀ ਸੀਗੀ। ਠੀਕ ਹੈ, ਤਾਂ ਸਟੇਟ ਨੇ ਸੈਂਟਰ ਦੇ ਰਿਲੇਸ਼ਨ ਨਾਲ ਦੇਖਣ ਵਾਸਤੇ ਕਮਿਸ਼ਨ ਅਪੋਇੰਟ ਕਰਤੀ, ਤਾਂ ਉਹਦੀ ਕੋਈ ਬਹੁਤ ਜ਼ਿਆਦਾ ਰੈਲੀਵੈਂਸ ਨਹੀਂ ਰਹਿ ਜਾਂਦੀ। ਠੀਕ ਹੈ, ਕੋਈ ਬਹੁਤ ਜ਼ਿਆਦਾ ਮਾਨਤਾ ਨਹੀਂ ਰਹਿ ਜਾਂਦੀ। ਤਾਂ ਆਪਣਾ ਆਨਸਰ ਡੈਫੀਨਿਟਲੀ ਸਰਕਾਰੀਆ ਕਮਿਸ਼ਨ ਆਏਗਾ, ਜਿਹੜੀ ਕਿ ਭਾਰਤ ਸਰਕਾਰ ਨੇ ਅਪੋਇੰਟ ਕੀਤੀ ਸੀਗੀ। ਕਦੋਂ ਕੀਤੀ ਸੀ? 1983 ਦੇ ਵਿੱਚ। ਠੀਕ ਹੈ, ਕਾਫੀ ਇੰਪੋਰਟੈਂਟ ਕਮਿਸ਼ਨ ਹੈ। ਤੁਹਾਨੂੰ ਮੈਂ ਇੱਕ ਨਿਮੋਨਿਕ ਵੀ ਕਰਾਇਆ ਸੀ ਰਾਜੇ। ਠੀਕ ਹੈ, ਐਰਬਸ ਦੇ ਨਾਮ ਤੋਂ, ਐਰਬਸ। ਠੀਕ ਹੈ, ਜਿਹੜਾ ਆਪਾਂ ਨੇ ਕੀਤਾ ਸੀ ਸੈਕਿੰਡ ARC, ਰਾਜਮਨਰ ਕਮੇਟੀ। ਠੀਕ ਹੈ, ਆਨੰਦਪੁਰ ਸਾਹਿਬ ਰੈਜ਼ੋਲੂਸ਼ਨ। ਠੀਕ ਹੈ, ਬੰਗਾਲ ਮੈਮੋਰੰਡਮ ਅਤੇ ਸਰਕਾਰੀਆ ਕਮਿਸ਼ਨ, ਇਹ ਆਪਾਂ ਨੇ ਨਿਮੋਨਿਕ ਕੀਤਾ ਸੀਗਾ, ਜਿਹੜਾ ਕਿ ਸਾਰੀਆਂ ਦੇ ਸਾਰੀਆਂ ਸੈਂਟਰ ਸਟੇਟ ਰਿਲੇਸ਼ਨ ਦੇ ਨਾਲ ਰਿਲੇਟਡ ਕਮੇਟੀ ਸੀ। ਠੀਕ ਹੈ, ਇਹਦਾ ਈਅਰ ਕਿਹੜਾ ਸੀ? 1966। ਠੀਕ ਹੈ, 69। ਠੀਕ ਹੈ, 73, 77। ਠੀਕ ਹੈ, 83। ਤਾਂ ਆਪਾਂ ਨੇ ਸਾਰੇ ਕੁਛ ਕੀਤੇ ਸੀਗੇ। ਠੀਕ ਹੈ ਜੀ, ਇਹਦੇ ਵਿੱਚ ਕਿੰਨਾ ਡਿਫਰੈਂਸ ਹੈ? 3 ਦਾ। ਇਹਦੇ ਵਿੱਚ ਕਿੰਨਾ ਡਿਫਰੈਂਸ ਹੈ? 4 ਦਾ। ਇਹਦੇ ਵਿੱਚ ਕਿੰਨਾ ਡਿਫਰੈਂਸ ਹੋਣਾ ਚਾਹੀਦਾ ਸੀ? 5 ਦਾ, ਬਟ ਨਹੀਂ ਹੈਗਾ। ਤਾਂ ਇਹਦੇ ਵਿੱਚ ਕਿੰਨਾ ਹੋਊਗਾ ਫਿਰ? 6 ਦਾ। ਠੀਕ ਹੈ, 3, 4, 6। ਤਾਂ ਇਹਦੇ ਵਿੱਚ 5 ਦਾ ਨਾ ਹੋ ਕੇ 4 ਦਾ ਹੀ ਹੈ, ਬਸ ਇੰਨਾ ਆ ਯਾਦ ਰੱਖਣਾ, ਬਾਕੀ ਆਪਣਾ ਯਾਦ ਹੋ ਰਿਹਾ ਹੈਗਾ। ਠੀਕ ਹੈ, ਸੈਕਿੰਡ ARC। ਠੀਕ ਹੈ, ਰਾਜਮਨਰ ਜਿਹੜੀ ਆਪਾਂ ਇੱਥੇ ਪੜ੍ਹ ਕੇ ਆਏ ਹਾਂ, ਰਾਜਮਨਰ। ਠੀਕ ਹੈ, ਆਨੰਦਪੁਰ ਸਾਹਿਬ ਰੈਜ਼ੋਲੂਸ਼ਨ, ਆਨੰਦਪੁਰ ਸਾਹਿਬ। ਠੀਕ ਹੈ, ਵੈਸਟ ਬੰਗਾਲ ਮੈਮੋਰੰਡਮ। ਠੀਕ ਹੈ, ਅਤੇ ਸਰਕਾਰੀਆ ਕਮਿਸ਼ਨ। ਠੀਕ ਹੈ, ਇਸ ਤੋਂ ਇਲਾਵਾ ਆਪਣੇ ਇੱਕ ਹੋਰ ਕੀ ਪੜ੍ਹੀ ਸੀ ਰਾਜੇ? 2007 ਦੇ ਵਿੱਚ ਪੁੰਛੀ ਕਮਿਸ਼ਨ ਪੜ੍ਹੀ ਸੀ, ਪੁੰਛੀ ਕਮਿਸ਼ਨ। ਠੀਕ ਹੈ, 2007 ਦੇ ਵਿੱਚ। ਠੀਕ ਹੈ, ਇਹ ਸਾਰੀਆਂ ਕਿਹੜੇ ਕਮਿਸ਼ਨ ਨੇ ਰਾਜੇ? ਸੈਂਟਰ ਸਟੇਟ ਦੀਆਂ ਹੀ ਨੇਗੀਆਂ। ਹੁਣ ਆਪਣੇ ਰਾਜਮਨਰ ਕਿਉਂ ਇੱਥੇ ਐਲੀਮੀਨੇਟ ਕਰਤਾ? ਕਿਉਂਕਿ ਇਹ ਇੱਕ ਸਟੇਟ ਨੇ ਅਪੋਇੰਟ ਕੀਤੀ ਸੀਗੀ, ਤਾਂ ਉਹਦੀ ਕੋਈ ਜ਼ਿਆਦਾ ਮਾਨਤਾ ਨਹੀਂ ਹੈਗੀ, ਬਟ ਜਿਹੜੀ ਭਾਰਤ ਸਰਕਾਰ ਨੇ ਅਪੋਇੰਟ ਕੀਤੀ ਸਰਕਾਰੀਆ ਕਮਿਸ਼ਨ, ਉਹ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ, ਹਾਂਜੀ। ਇਨ ਦ ਫੈਡਰਲ ਸਿਸਟਮ ਰੈਜ਼ੀਡੂਰੀ ਪਾਵਰਸ ਰੈਸਟ ਵਿਦ ਦ ਵਿਚ ਗਵਰਨਮੈਂਟ। ਰਾਜੇ ਫੈਡਰਲ ਸਿਸਟਮ ਆਪਣਾ 7th ਸ਼ਡਿਊਲ ਪੜ੍ਹਦੇ ਆਪਾਂ। ਠੀਕ ਹੈ, ਹੁਣ 7th ਸ਼ਡਿਊਲ ਦੇ ਵਿੱਚ ਕੀ ਹੈ ਰਾਜੇ? 3 ਲਿਸਟਾਂ ਨੇਗੀਆਂ, ਯੂਨੀਅਨ ਲਿਸਟ, ਸਟੇਟ ਲਿਸਟ, ਕੰਕਰੈਂਟ ਲਿਸਟ। ਠੀਕ ਹੈ, ਇਹ 3 ਲਿਸਟਾਂ ਨੇ। ਤਾਂ ਇਹਦੇ ਵਿੱਚ ਓਬਵੀਅਸਲੀ ਜਿਹੜੀ ਸੈਂਟਰ ਸਰਕਾਰ ਹੈ ਉਹ ਕੰਮ ਕਰ ਸਕਦੀ ਹੈ, ਇਹਦੇ ਵਿੱਚ ਸਟੇਟ ਅਸੈਂਬਲੀ ਕੰਮ ਕਰ ਸਕਦੀ ਹੈ, ਕੰਕਰੈਂਟ ਦੇ ਵਿੱਚ ਸਟੇਟ ਅਤੇ ਯੂਨੀਅਨ ਦੋਨੋਂ ਕੰਮ ਕਰ ਸਕਦੇ ਨੇ। ਠੀਕ ਹੈ, ਹੁਣ ਰਾਜੇ ਇਹ ਤਾਂ ਦੇਖੋ ਸਬਜੈਕਟ ਲਿਖੇ ਹੋਏ ਨੇ, ਮਤਲਬ ਰਿਟਨ ਡਾਊਨ ਨੇਗੇ, ਕਿਤੇ ਨਾ ਕਿਤੇ ਲਿਖੇ ਹੋਏ ਨੇਗੇ, ਬਟ ਇਸ ਤੋਂ ਇਲਾਵਾ ਹੁਣ ਦੇਖੋ ਇਹ ਤਾਂ ਨਹੀਂ ਹੋ ਸਕਦਾ ਦੁਨੀਆ ਦੀ ਹਰ ਚੀਜ਼ ਲਿਖੀ ਜਾ ਸਕਦੀ ਹੈ, ਤਾਂ ਕੁਛ ਸਬਜੈਕਟ ਰਹਿ ਵੀ ਸਕਦੇ ਨੇਗੇ। ਹੁਣ ਜਿਹੜੇ ਸਬਜੈਕਟ ਨਹੀਂ ਲਿਖੇ ਹੋਏ ਕਿਸੇ ਵੀ ਲਿਸਟ ਦੇ ਵਿੱਚ, ਨਾ ਇਹਦੇ ਵਿੱਚ, ਨਾ ਇਹਦੇ ਵਿੱਚ, ਨਾ ਇਹਦੇ ਵਿੱਚ, ਤਾਂ ਉਹਨਾਂ ਸਬਜੈਕਟ 'ਤੇ ਫਿਰ ਲਾਅ ਕੌਣ ਬਣਾਏਗਾ ਰਾਜੇ? ਇਹ ਪੁੱਛ ਰਿਹਾ। ਉਹਨਾਂ ਨੂੰ ਆਪਾਂ ਕਹਿੰਦੇ ਰੈਜ਼ੀਡੂਰੀ ਪਾਵਰਸ, ਉਹਨੂੰ ਆਪਾਂ ਕਹਿੰਦੇ ਰੈਜ਼ੀਡੂਰੀ ਪਾਵਰ, ਜਿਹੜੇ ਮਤਲਬ ਕਿਤੇ ਵੀ ਲਿਖੇ ਨਹੀਂ ਹੋਏ, ਬਸ ਰਹਿ ਗਏ ਅਲੱਗ ਤੋਂ, ਤਾਂ ਉਹ ਉਹਨਾਂ ਦੇ ਉੱਪਰ ਜਿਹੜਾ ਲਾਅ ਬਣਾਉਣਾ ਕੌਣ ਬਣਾਏਗਾ ਰਾਜੇ? ਤਾਂ ਉਹਨਾਂ ਦੇ ਉੱਪਰ ਜਿਹੜਾ ਲਾਅ ਬਣਾਏਗਾ ਰਾਜੇ ਉਹ ਸੈਂਟਰ ਬਣਾਏਗਾ ਜਾਂ ਫਿਰ ਪਾਰਲੀਮੈਂਟ ਬਣਾਏਗੀ। ਠੀਕ ਹੈ,
ਪਾਰਲੀਮੈਂਟ ਕੀ ਹੈ ਰੈਜ਼ੀਡੂਰੀ ਸਬਜੈਕਟਸ 'ਤੇ ਲਾਅ ਬਣਾਏਗੀ, ਠੀਕ ਹੈ। ਜਿਹੜੀ ਸਟੇਟ ਨੂੰ ਤੁਸੀਂ ਲਿਖ ਕੇ ਦੇ ਤੇ ਉਹ ਤਾਂ ਠੀਕ ਹੈ, ਜਿਹੜੇ ਹੁਣ ਕਿਤੇ ਵੀ ਨਹੀਂ ਲਿਖੇ ਹੋਏ ਰੈਜ਼ੀਡੂਰੀ ਪਾਵਰਸ ਆਪਾਂ ਕਹਿੰਦੇ ਹਾਂ ਉਹ ਪਾਰਲੀਮੈਂਟ ਹੀ ਬਣਾਏਗੀ ਉਸ 'ਤੇ ਲਾਅ, ਠੀਕ ਹੈ। ਤਾਂ ਕਾਫੀ ਇੰਪੋਰਟੈਂਟ ਟੌਪਿਕ ਹੈ ਇਹ, ਕੁਐਸਚਨ ਹੈਗਾ, ਠੀਕ ਹੈ। ਚਲੋ ਦ ਕੌਂਸਟੀਟਿਊਸ਼ਨ ਆਫ ਇੰਡੀਆ ਅਡੋਪਟਡ ਦ ਫੈਡਰਲ ਸਿਸਟਮ ਆਫ ਫਰੋਮ ਦ ਐਕਟ ਆਫ। ਅਸੀਂ ਆਪਣਾ ਜਿਹੜਾ ਫੈਡਰਲ ਸਿਸਟਮ ਹੈ ਰਾਜੇ, ਠੀਕ ਹੈ, ਅਗੇਨ ਉਹੀ 7th ਸ਼ਡਿਊਲ ਵਾਲੀ ਗੱਲ ਹੋ ਰਹੀ ਹੈ ਕਿ ਕੁਛ ਲਿਸਟਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਡਿਵਾਈਡਡ ਨੇਗੀਆਂ, ਤਾਂ ਹੁਣ ਜਿਹੜਾ ਸਿਸਟਮ ਦਾ ਡਿਵੀਜ਼ਨ ਆਫ ਪਾਵਰ ਦੀ ਗੱਲ ਕਰਦੇ ਆਪਾਂ ਵੀ ਕੁਛ ਪਾਵਰ ਯੂਨੀਅਨ ਨੂੰ ਦੇਤੀਆਂ, ਕੁਛ ਪਾਵਰ ਸਟੇਟਸ ਨੂੰ ਦੇਤੀਆਂ। ਤਾਂ ਫੈਡਰਲ ਸਿਸਟਮ ਦਾ ਮਤਲਬ ਇਹੀ ਹੁੰਦਾ ਨਾ ਕਿ ਇੱਕ ਤੋਂ ਜ਼ਿਆਦਾ ਫਾਰਮ ਆਫ ਗਵਰਨਮੈਂਟਸ ਨੂੰ, ਦੇਖੋ ਸੈਂਟਰ ਹੈਗਾ, ਇੱਕ ਪਾਸੇ ਸਟੇਟ ਹੈਗਾ, ਠੀਕ ਹੈ। ਤਾਂ ਇੱਕ ਤੋਂ ਜ਼ਿਆਦਾ ਫਾਰਮ ਆਫ ਗਵਰਨਮੈਂਟਸ ਨੂੰ ਤੁਸੀਂ ਪਾਵਰਸ ਡਿਵਾਈਡ ਕਰਤੀਆਂ ਵੀ ਤੇਰਾ ਡੋਮੇਨ ਇਹ ਕੰਮ ਕਰਨਾ ਤੈਨੇ, ਤੂੰ ਇਹ ਕੰਮ ਕਰਨਾ, ਤਾਂ ਪਾਵਰ ਡਿਵਾਈਡ ਕਰਤੀ ਆਪਣੇ, ਸਿੰਪਲ ਜੀ ਗੱਲ ਹੈ, ਠੀਕ ਹੈ। ਹੁਣ ਇਹੀ ਚੀਜ਼ ਪੁੱਛ ਰਿਹਾ ਰਾਜੇ, ਜਿਹੜਾ ਇਹ ਸਿਸਟਮ ਹੈ ਸਾਰਾ ਡਿਵੀਜ਼ਨ ਆਫ ਪਾਵਰਸ ਵਾਲਾ, ਅਸੀਂ ਕਿਹੜੇ ਐਕਟ ਤੋਂ ਬੋਰੋ ਕੀਤਾ ਰਾਜੇ? 1919 ਵਾਲੇ ਨੂੰ, 1935, 1947, 1909। ਤਾਂ ਇਹ ਦੱਸਣਾ ਰਾਜੇ, ਦੇਖੋ 1947 ਤਾਂ ਨਹੀਂ ਹੋ ਸਕਦਾ, ਦੇਖੋ ਇਹ ਤਾਂ ਮਤਲਬ ਆਪਣੇ ਬਾਅਦ ਦੇ ਵਿੱਚ ਹੀ ਆਇਆ, ਓਬਵੀਅਸ ਜੀ ਗੱਲ ਹੈ। ਤਾਂ ਜਿਹੜਾ ਬੋਰੋ ਦੀ ਗੱਲ ਕਰਦੇ ਆਪਾਂ ਉਹ ਆਏਗਾ ਰਾਜੇ ਅਡੋਪਟਡ ਫਰੋਮ, ਠੀਕ ਹੈ। ਅਤੇ ਇਹਦਾ ਆਨਸਰ ਡੈਫੀਨੇਟਲੀ ਗਵਰਨਮੈਂਟ ਆਫ ਇੰਡੀਆ ਐਕਟ 1935 ਆਏਗਾ ਰਾਜੇ, ਕਿਉਂਕਿ ਇਸ ਐਕਟ ਦੇ ਵਿੱਚ ਸਾਡੇ ਕੋਲ ਅਗੇਨ ਹੀ 3 ਲਿਸਟਾਂ ਦੀ ਗੱਲ ਕੀਤੀ ਗਈ ਸੀਗੀ, ਠੀਕ ਹੈ। 3 ਲਿਸਟਾਂ, ਠੀਕ ਹੈ, ਫੈਡਰਲ ਲਿਸਟ, ਸਟੇਟ ਲਿਸਟ ਅਤੇ ਪ੍ਰੋਵਿੰਸ਼ੀਅਲ ਲਿਸਟ ਅਤੇ ਫਿਰ ਕੌਂਕਰੈਂਟ ਲਿਸਟ। ਉਹਦੇ ਵਿੱਚ ਵੀ 3 ਲਿਸਟਾਂ ਦੀ ਗੱਲ ਕੀਤੀ ਗਈ ਹੈ 1935 ਵਾਲੇ ਐਕਟ ਦੇ ਵਿੱਚ, ਠੀਕ ਹੈ। ਬਟ ਇੱਕ ਡਿਫਰੈਂਸ ਇੱਥੇ ਇਹ ਆਉਂਦਾ ਹੈ, ਇਹ ਕੁਐਸਚਨ ਬਹੁਤ ਵਾਰੀ ਆਉਂਦਾ ਰਾਜੇ, ਕਿ 1935 ਵਾਲੇ ਐਕਟ ਦੇ ਵਿੱਚ ਜਿਹੜੀਆਂ ਰੈਜ਼ੀਡੂਰੀ ਪਾਵਰਸ ਨੇਗੀਆਂ, ਠੀਕ ਹੈ। ਹੁਣ ਦੇਖੋ ਆਪਣੇ ਹੁਣ ਕੀ ਕੀਤਾ ਵੀ ਐਟ ਪ੍ਰੈਜ਼ੈਂਟ ਜਿਹੜਾ ਅੱਜ ਦਾ ਆਪਣਾ ਸਿਨੈਰੀਓ ਹੈਗਾ ਵੀ ਉਹਦੇ ਵਿੱਚ 3 ਲਿਸਟਾਂ ਤਾਂ ਹੈਗੀਆਂ ਨੇ, ਬਟ ਜਿਹੜੀਆਂ ਰੈਜ਼ੀਡੂਰੀ ਪਾਵਰਸ ਰਹਿ ਜਾਂਦੀਆਂ ਨੇ ਉਹ ਕਿਹਦੇ ਕੋਲ ਨੇ? ਪਾਰਲੀਮੈਂਟ ਕੋਲ ਨੇਗੀਆਂ, ਠੀਕ ਹੈ। ਇਹ ਆਪਾਂ ਅੱਜ ਦਾ ਕੇਸ ਹੈ ਜਿਹੜਾ ਕਿ ਐਟ ਪ੍ਰੈਜ਼ੈਂਟ ਹੈਗਾ। ਬਟ ਹੁਣ ਆਪਾਂ ਗੱਲ ਕਰਦੇ ਹਾਂ 1935 ਵਾਲੇ ਐਕਟ ਦੀ, ਠੀਕ ਹੈ। ਉਹਦੇ ਵਿੱਚ ਆਹ 3 ਲਿਸਟਾਂ ਤਾਂ ਸੇਮ ਨੇਗੀਆਂ, ਜਿਹੜੀਆਂ ਕਿ ਅੱਜ ਵੀ ਹੈਗੀਆਂ ਆਪਣੇ ਕੋਲ, 3 ਲਿਸਟਾਂ ਤਾਂ ਸੇਮ ਨੇਗੀਆਂ। ਬਟ ਉਹ ਇੱਕ ਡਿਫਰੈਂਸ ਇਹ ਆਉਂਦਾ ਕਿ ਜਿਹੜੀ ਰੈਜ਼ੀਡੂਰੀ ਪਾਵਰਸ ਸੀਗੀਆਂ ਉਸ ਟਾਈਮ 'ਤੇ 1935 ਵਾਲੇ ਐਕਟ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਰੈਜ਼ੀਡੂਰੀ ਪਾਵਰਸ ਕਿਹਦੇ ਕੋਲ ਹੋਣਗੀਆਂ? ਵਾਇਸਰੋਏ ਕੋਲ ਹੋਣਗੀਆਂ, ਵਾਇਸਰੋਏ ਕੋਲ ਜਾਂ ਫਿਰ ਗਵਰਨਰ ਜਨਰਲ ਕੋਲ, ਠੀਕ ਹੈ। ਤਾਂ ਇਹ ਇੱਕ ਡਿਫਰੈਂਸ ਆਉਂਦਾ, ਬਹੁਤ ਇੰਪੋਰਟੈਂਟ ਡਿਫਰੈਂਸ ਹੈ। ਕਈ ਵਾਰੀ ਕੁਐਸਚਨ ਪੇਪਰਾਂ ਦੇ ਵਿੱਚ ਆਉਂਦਾ ਹੈ ਕਿ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਜਿਹੜੀਆਂ ਰੈਜ਼ੀਡੂਰੀ ਪਾਵਰ ਸੀਗੀਆਂ ਉਹ ਕਿਹਦੇ ਕੋਲ ਸੀਗੀਆਂ? ਤਾਂ ਆਪਣਾ ਆਨਸਰ ਆਏਗਾ ਰਾਜੇ ਵਾਇਸਰੋਏ ਜਾਂ ਫਿਰ ਗਵਰਨਰ ਜਨਰਲ, ਠੀਕ ਹੈ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਬਹੁਤ ਵਾਰੀ ਰਿਪੀਟ ਹੋਇਆ ਹੈ, ਠੀਕ ਹੈ। ਚਲੋ ਦ ਟਰਮ ਯਾਵਨਿਕਾ ਮੈਂਟ, ਇੱਕ ਯਾਵਨਿਕਾ ਕਰਕੇ ਟਰਮ ਆਉਂਦੀ ਹੈ ਰਾਜੇ ਆਪਣੇ ਕੋਲ, ਠੀਕ ਹੈ। ਦੇਖੋ ਥੋੜ੍ਹੀ ਜਿਹੀ ਸਟੋਰੀ ਮੈਂ ਇਹਦੇ ਵਿੱਚ ਦੱਸਦਾ ਤੁਹਾਨੂੰ ਮੈਂ। ਜਿਹੜੇ ਆਪਣੇ ਫੋਰਨਰਸ, ਏਂਸ਼ੀਅੰਟ ਇੰਡੀਆ ਦੀ ਗੱਲ ਹੋ ਰਹੀ ਹੈ ਰਾਜੇ, ਇਹ ਏਂਸ਼ੀਅੰਟ ਇੰਡੀਆ ਦੀ, ਠੀਕ ਹੈ। ਜਿਵੇਂ ਆਪਾਂ ਸਿੰਧੂ ਘਾਟੀ ਦੀ ਸੱਭਿਅਤਾ ਕਰਦੇ ਹਾਂ ਜਾਂ ਉਦੋਂ ਪਹਿਲਾਂ ਦੀ ਗੱਲਾਂ ਕਰਦੇ ਹਾਂ, ਤਾਂ ਉੱਥੋਂ ਦੀ ਗੱਲ ਹੋ ਰਹੀ ਹੈ ਏਂਸ਼ੀਅੰਟ ਇੰਡੀਆ ਦੀ। ਤਾਂ ਰਾਜੇ ਉਹਦੇ ਵਿੱਚ ਕੀ ਆਉਂਦਾ ਬੇਸਿਕਲੀ, ਜਾਂ ਫਿਰ ਜਦੋਂ ਸਾਡੇ ਆਰੀਅਨਸ ਆ ਜਾਂਦੇ ਨੇਗੇ, ਤਾਂ ਜਿਹੜੇ ਉਦੋਂ ਉਸ ਟਾਈਮ ਫੋਰਨਰ ਸੀਗੇ ਰਾਜੇ, ਠੀਕ ਹੈ। ਇਹ ਤਾਂ ਮਤਲਬ ਆਪਣੇ ਇੰਡੀਅਨ ਸੀਗੇ। ਹੁਣ ਜਿਹੜੇ ਫੋਰਨਰਸ ਸੀਗੇ, ਅਸੀਂ ਟਰੇਡ ਵਗੈਰਾ ਕਰਦੇ ਸੀਗੇ ਵੀ, ਬਾਹਰੋਂ ਚੀਜ਼ਾਂ ਲੈ ਕੇ ਵੀ ਆਉਂਦੇ ਸੀ, ਚੀਜ਼ਾਂ ਬਾਹਰ ਵੇਚਦੇ ਵੀ ਸੀਗੇ। ਤਾਂ ਜਿਹੜੇ ਆਪਣੇ ਇੰਡੀਅਨਸ ਸੀਗੇ ਜਾਂ ਜਿਹੜੇ ਇਸ ਸਿੰਧੂ ਘਾਟੀ ਤੋਂ ਇੱਧਰ ਪਾਸੇ ਰਹਿੰਦੇ ਸੀਗੇ, ਸਿੰਧੂ ਨਦੀ ਤੋਂ, ਤਾਂ ਜਿਹੜੇ ਇੰਡੀਅਨ ਲੈਂਡ ਦੇ ਉੱਪਰ ਰਹਿੰਦੇ ਸੀ, ਉਹ ਲੋਕ ਆਪਾਂ ਇੰਡੀਅਨਸ ਜਿਹੜੇ ਫੋਰਨਰਸ ਸੀਗੇ ਉਹਨਾਂ ਨੂੰ ਇੱਕ ਨਾਮ ਦਿੰਦੇ ਸੀ, ਉਹ ਨਾਮ ਦਿੰਦੇ ਸੀ ਯਾਵਨਾਸ। ਬੇਸਿਕਲੀ ਗ੍ਰੀਕਸ ਨੂੰ ਕਹਿੰਦੇ ਸੀ ਆਪਾਂ, ਜਿਹੜੇ ਗ੍ਰੀਕਸ ਸਾਡੇ ਦੇਸ਼ ਦੇ ਵਿੱਚ ਆਉਂਦੇ ਸੀ ਟਰੇਡ ਵਾਸਤੇ, ਉਹਨਾਂ ਨੂੰ ਅਸੀਂ ਇੱਕ ਨਾਮ ਦਿੱਤਾ ਯਾਵਨਾਸ। ਗ੍ਰੀਕਸ ਨੂੰ ਅਸੀਂ ਯਾਵਨਾਸ ਕਹਿੰਦੇ ਸੀਗੇ। ਵਿਦ ਟਾਈਮ ਇਕੱਲੇ ਗ੍ਰੀਕਸ ਨਹੀਂ, ਸਾਰੇ ਦੇ ਸਾਰੇ ਫੋਰਨਰਸ ਨੂੰ ਹੀ ਅਸੀਂ ਯਾਵਨਾਸ ਕਹਿਣ ਲੱਗੇ ਸੀਗੇ, ਠੀਕ ਹੈ। ਤਾਂ ਹੁਣ ਅਗਰ ਕੁਐਸਚਨ ਆਉਂਦਾ ਕਿ ਯਾਵਨਾਸ ਕੌਣ ਨੇਗੇ ਰਾਜੇ? ਯਾਵਨਾਸ ਕੌਣ ਨੇ? ਫੋਰਨਰਸ ਨੇਗੇ, ਠੀਕ ਹੈ, ਜਾਂ ਫਿਰ ਗ੍ਰੀਕਸ ਨੇਗੇ, ਦੋਨੇ ਹੀ ਆਨਸਰ ਠੀਕ ਨੇਗੇ, ਠੀਕ ਹੈ। ਹੁਣ ਇੱਕ ਚੀਜ਼ ਆਪਣੇ ਕੋਲ ਆਉਂਦੀ ਹੈ ਰਾਜੇ, ਗ੍ਰੀਕਸ ਨੇ ਸਾਡੇ ਦੇਸ਼ ਦੇ ਵਿੱਚ ਜਿਹੜਾ ਥੀਏਟਰ ਦੇ ਵਿੱਚ ਕਰਟਨ ਯੂਜ਼ ਹੁੰਦਾ ਹੈਗਾ, ਠੀਕ ਹੈ। ਤੁਸੀਂ ਥੀਏਟਰ ਦੇ ਵਿੱਚ ਜਿਹੜਾ ਪਲੇ ਵਗੈਰਾ ਦੇਖਣ ਜਾਂਦੇ ਹੋ ਤਾਂ ਪਰਦਾ ਜਿਹੜਾ ਹੁੰਦਾ, ਪਰਦਾ ਖੁੱਲ੍ਹਦਾ ਹੁੰਦਾ, ਪਰਦਾ ਬੰਦ ਹੁੰਦਾ ਹੈ ਨਾ। ਜਿਹੜਾ ਪਰਦੇ ਦਾ ਯੂਜ਼ ਹੈ ਰਾਜੇ, ਪਹਿਲਾਂ ਅਸੀਂ ਥੀਏਟਰ ਤਾਂ ਸਾਡੇ ਦੇਸ਼ ਦੇ ਵਿੱਚ ਪਹਿਲਾਂ ਵੀ ਸੀਗਾ, ਬਟ ਅਸੀਂ ਪਰਦੇ ਦਾ ਯੂਜ਼ ਨਹੀਂ ਕਰਦੇ ਸੀਗੇ। ਅਤੇ ਗ੍ਰੀਕਸ ਨੇ ਸਾਡੇ ਥੀਏਟਰ ਦੇ ਵਿੱਚ ਜਿਹੜਾ ਕੀ ਹੈ ਕਰਟਨ ਨੂੰ ਕੀ ਹੈ ਮਤਲਬ ਕੰਟਰੀਬਿਊਟ ਕੀਤਾ। ਅਸੀਂ ਗ੍ਰੀਕਸ ਤੋਂ ਕਰਟਨ ਬੋਰੋ ਕੀਤਾ ਵੀ ਹਾਂ ਗ੍ਰੀਕਸ ਯੂਜ਼ ਕਰਦੇ ਨੇ, ਅਸੀਂ ਵੀ ਕਰਿਆ ਕਰਾਂਗੇ, ਠੀਕ ਹੈ। ਤਾਂ ਹੁਣ ਕਿਉਂਕਿ ਗ੍ਰੀਕਸ ਨੂੰ ਅਸੀਂ ਯਾਵਨਾਸ ਕਹਿੰਦੇ ਸੀਗੇ, ਤਾਂ ਉਹਨਾਂ ਦੁਆਰਾ ਜਿਹੜੀ ਕੰਟਰੀਬਿਊਸ਼ਨ ਸੀ ਉਹਨੂੰ ਅਸੀਂ ਕੀ ਕਹਿਣ ਲੱਗੇ ਰਾਜੇ? ਯਾਵਨਿਕਾ। ਤਾਂ ਡੈਫੀਨੇਟਲੀ ਆਪਣਾ ਆਨਸਰ ਜਿਹੜਾ ਕੀ ਆਊਗਾ ਰਾਜੇ ਕਿ ਯਾਵਨਿਕਾ ਕੌਣ ਸੀਗਾ? ਕਰਟਨ ਸੀਗਾ, ਪਰਦਾ ਸੀਗਾ। ਅਸੀਂ ਪਰਦੇ ਨੂੰ ਯਾਵਨਿਕਾ ਕਹਿੰਦੇ ਸੀ। ਕਿਉਂ ਕਹਿੰਦੇ ਸੀਗੇ? ਕਿਉਂਕਿ ਇਹ ਅਸੀਂ ਯਾਵਨਾਸ ਤੋਂ ਬੋਰੋ ਕੀਤਾ ਸੀਗਾ। ਯਾਵਨਾਸ ਕੌਣ ਸੀਗੇ? ਗ੍ਰੀਕਸ ਸੀਗੇ, ਠੀਕ ਹੈ ਜੀ। ਅੱਜ ਤੋਂ ਬਾਅਦ ਯਾਦ ਰੱਖਣਾ ਰਾਜੇ ਕਿ ਯਾਵਨਿਕਾ ਕੀ ਹੈ? ਕਰਟਨ ਹੈਗਾ, ਅਤੇ ਯਾਵਨਾਸ ਕੀ ਹੈ? ਫੋਰਨਰਸ ਜਾਂ ਫਿਰ ਗ੍ਰੀਕਸ ਹੈਗੇ। ਅੱਛਾ, ਇੱਕ ਵਰਡ ਹੋਰ ਵੀ ਆਉਂਦਾ ਰਾਜੇ ਆਪਣੇ ਕੋਲੇ, ਯਵਨਪ੍ਰਿਆ। ਦੇਖੋ ਯਾਵਨਾਸ ਅਗੇਨ ਕੀ ਹੈਗਾ? ਫੋਰਨਰਸ ਜਾਂ ਫਿਰ ਗ੍ਰੀਕਸ, ਠੀਕ ਹੈ। ਪ੍ਰਿਆ ਮਤਲਬ ਕੀ ਹੁੰਦਾ? ਵੀ ਪਿਆਰਾ, ਉਹਨੂੰ ਜਿਹੜਾ ਵਧੀਆ ਲੱਗਦਾ, ਡੀਅਰ ਕਹਿ ਸਕਦੇ ਆਪਾਂ।
ਤਾਂ ਸਮਥਿੰਗ ਦੈਟ ਇਜ਼ ਡੀਅਰ ਟੂ ਫੋਰਨਰਸ, ਜੋ ਚੀਜ਼ ਫੋਰਨਰਸ ਨੂੰ ਵਧੀਆ ਲੱਗਦੀ ਹੈ, ਠੀਕ ਹੈ। ਤਾਂ ਯਵਨ ਪ੍ਰਿਆ ਕੋਈ ਐਸੀ ਚੀਜ਼ ਹੈਗੀ ਹੈ ਜਿਹੜੀ ਕਿ ਫੋਰਨਰਸ ਨੂੰ ਵਧੀਆ ਲੱਗਦੀ ਹੈ। ਤੁਹਾਨੂੰ ਪਤਾ ਹੋਵੇਗਾ ਜੀ ਆਪਣੇ ਜਿਹੜੇ ਇੰਡੀਆ ਦੇ ਸਪਾਈਸਿਸ ਨੇਗੇ, ਸਪਾਈਸਿਸ ਉਹ ਵਰਲਡ ਓਵਰ ਫੇਮਸ ਨੇ, ਅੱਜ ਵੀ ਸੀਗੇ ਅਤੇ ਪਹਿਲਾਂ ਵੀ ਸੀਗੇ, ਠੀਕ ਹੈ। ਤਾਂ ਫੋਰਨਰਸ ਸਾਡੇ ਦੇਸ਼ ਦੇ ਵਿੱਚੋਂ ਜਿਹੜਾ ਸਪਾਈਸਿਸ ਬਹੁਤ ਲੈ ਕੇ ਜਾਂਦੇ ਸੀ, ਸਪੈਸੀਫਿਕਲੀ ਇੰਡੀਅਨ ਪੈਪਰ, ਜਿਹੜੀ ਕਾਲੀ ਮਿਰਚ ਸੀਗੀ। ਤਾਂ ਜਿਹੜੇ ਕਾਲੀ ਮਿਰਚ ਸੀ ਜਾਂ ਹੋਰ ਸਪਾਈਸਿਸ ਸੀਗੇ, ਉਹ ਫੋਰਨਰਸ ਬਹੁਤ ਲੈ ਕੇ ਜਾਂਦੇ ਸੀ ਸਾਡੇ ਇੰਡੀਆ ਦੇ ਵਿੱਚੋਂ, ਅਤੇ ਉਹਨਾਂ ਨੂੰ ਬਹੁਤ ਪਿਆਰਾ ਸੀਗਾ। ਤਾਂ ਇਸੇ ਕਰਕੇ ਅਸੀਂ ਇੰਡੀਅਨ ਪੈਪਰ ਨੂੰ ਅਸੀਂ ਕੀ ਦੇ ਨਾਮ ਦਿੱਤਾ, ਯਵਨ ਪ੍ਰਿਆ ਨਾਮ ਦਿੱਤਾ, ਕਿਉਂਕਿ ਕਾਲੀ ਮਿਰਚ ਜਾਂ ਹੋਰ ਸਪਾਈਸਿਸ ਜਿਹੜੇ ਸੀਗੇ ਫੋਰਨਰਸ ਨੂੰ ਬਹੁਤ ਪਿਆਰੇ ਸੀਗੇ, ਬਹੁਤ ਡੀਅਰ ਸੀਗੇ। ਸਮਥਿੰਗ ਦੈਟ ਇਜ਼ ਡੀਅਰ ਟੂ ਫੋਰਨਰਸ, ਉਹਨੂੰ ਅਸੀਂ ਯਵਨ ਪ੍ਰਿਆ ਕਹਿ ਤਾ। ਅਤੇ ਜਿਹੜੀ ਚੀਜ਼ ਡੀਅਰ ਹੈਗੀ ਸੀ ਉਹ ਸੀਗੀ ਕਾਲੀ ਮਿਰਚ। ਤਾਂ ਕਾਲੀ ਮਿਰਚ ਦਾ ਹੁਣ ਅੱਜ ਤੋਂ ਨਾਮ ਹੈਗਾ ਆਪਣਾ ਯਵਨ ਪ੍ਰਿਆ। ਤਾਂ ਅਗਰ ਕੁਐਸਚਨ ਆਉਂਦਾ ਕਿ ਯਵਨ ਪ੍ਰਿਆ ਕੀ ਹੈ ਰਾਜੇ, ਤਾਂ ਉਹ ਇੰਡੀਅਨ ਪੈਪਰ ਹੈਗੀ ਹੈ, ਠੀਕ ਹੈ। ਚਲੋ 3 ਵਰਡ ਆਪਾਂ ਨੇ ਸਿੱਖੇ ਨੇ ਇੱਥੇ। ਵਿਚ ਦ ਫੋਲੋਇੰਗ ਇਜ਼ ਕਰੈਕਟਲੀ ਮੈਚਡ। ਹੁਣ ਰਾਜੇ ਪੋਲਿਟੀ ਹੋ ਗਈ, ਦੇਖੋ ਹਿਸਟਰੀ ਵੀ ਥੋੜ੍ਹੀ ਹੋ ਗਈ, ਅਤੇ ਆਪਾਂ ਹੁਣ ਹੋਰ ਅੱਗੇ ਪੜ੍ਹਦੇ ਹਾਂ। ਤਾਂ ਪੁੱਛ ਲਓ ਜੀ ਕਰੈਕਟਲੀ ਮੈਚ ਕਿਹੜਾ ਇਹਦੇ ਵਿੱਚੋਂ। ਸਿੰਪਲ ਜੀ ਗੱਲ ਹੈ, ਮਤਲਬ ਇਨਵਾਇਰਮੈਂਟ ਦੇ ਵਿੱਚੋਂ ਕੁਐਸਚਨ ਕਹਿ ਲਓ ਜਾਂ ਜੋਗ੍ਰਾਫੀ ਦੇ ਵਿੱਚੋਂ ਕਹਿ ਲਓ, ਠੀਕ ਹੈ। ਤਾਂ ਪ੍ਰੋਡਿਊਸਰ ਡੀਅਰ ਕੀ, ਡੀਅਰ ਪ੍ਰੋਡਿਊਸਰ ਹੈ ਰਾਜੇ, ਬਿਲਕੁਲ ਗਲਤ ਹੈ। ਆਪਾਂ ਨੂੰ ਕੀ ਪੁੱਛਿਆ ਕਰੈਕਟਲੀ ਮੈਚ ਕਿਹੜਾ ਹੈ, ਤਾਂ ਇਹ ਤਾਂ ਬਿਲਕੁਲ ਗਲਤ ਹੈ, ਕਿਉਂਕਿ ਡੀਅਰ ਜਿਹੜਾ ਹੈਗਾ ਰਾਜੇ ਉਹ ਪ੍ਰਾਇਮਰੀ ਕੰਜ਼ਿਊਮਰ ਹੈਗਾ, ਠੀਕ ਹੈ। ਤੁਹਾਨੂੰ ਥੋੜ੍ਹੀ ਪਤਾ ਹੋਣੀ ਚਾਹੀਦੀ ਹੈ ਬਰੀਫ ਦੇ ਵਿੱਚ। ਦੇਖੋ ਗਰਾਸ ਕੀ ਹੈਗਾ, ਪਹਿਲਾਂ ਤਾਂ ਹੋਊਗਾ ਗਰਾਸ, ਠੀਕ ਹੈ, ਫਿਰ ਹੋਊਗਾ ਡੀਅਰ, ਠੀਕ ਹੈ, ਫਿਰ ਡੀਅਰ ਤੋਂ ਬਾਅਦ ਹੋਊਗਾ ਲੈਪਰਡ, ਠੀਕ ਹੈ, ਫਿਰ ਹੋਊਗਾ ਬੈਕਟੀਰੀਆ, ਠੀਕ ਹੈ ਰਾਜੇ। ਬੇਸਿਕਲੀ ਕੀ ਹੈ, ਗਰਾਸ ਕੀ ਹੈ, ਇੱਕ ਮਤਲਬ ਪ੍ਰੋਡਿਊਸਰ ਹੈਗਾ, ਕਿਉਂਕਿ ਗਰਾਸ ਤੋਂ ਹੀ ਜਿਹੜੀ ਸਾਰੀ ਫੂਡ ਚੇਨ ਸਟਾਰਟ ਹੁੰਦੀ ਹੈ। ਹੁਣ ਗਰਾਸ ਨੂੰ ਕੌਣ ਖਾਂਦਾ ਰਾਜੇ, ਡੀਅਰ ਖਾਂਦਾ ਹੈਗਾ, ਜਿਹੜਾ ਕਿ ਹਿਰਨ ਹੁੰਦਾ ਹੈਗਾ। ਤਾਂ ਇਹ ਕੀ ਹੋਊਗਾ ਰਾਜੇ ਪ੍ਰਾਇਮਰੀ ਕੰਜ਼ਿਊਮਰ, ਜਿਹੜੇ ਪਹਿਲੀ ਵਾਰੀ ਕੋਈ ਚੀਜ਼ ਖਾਂਦਾ ਹੈਗਾ, ਪ੍ਰਾਇਮਰੀ ਕੰਜ਼ਿਊਮਰ, ਠੀਕ ਹੈ। ਜਿਹੜੇ ਪ੍ਰੋਡਿਊਸਰਸ ਨੂੰ ਖਾਂਦੇ ਨੇ ਉਹ ਹੁੰਦੇ ਨੇ ਪ੍ਰਾਇਮਰੀ ਕੰਜ਼ਿਊਮਰ। ਹੁਣ ਜਿਹੜੇ ਪ੍ਰਾਇਮਰੀ ਕੰਜ਼ਿਊਮਰ ਨੂੰ ਖਾਂਦੇ ਨੇ, ਹੁਣ ਦੇਖੋ ਡੀਅਰ ਨੂੰ ਲੈਪਰਡ ਖਾਊਗਾ, ਠੀਕ ਹੈ, ਜਾਂ ਹੋਰ ਜਿਹੜੇ ਕਾਰਨੀਵੋਰਸ ਐਨੀਮਲਸ ਨੇ ਉਹ ਖਾਣਗੇ। ਤਾਂ ਇਹ ਕੌਣ ਹੋਊਗਾ ਰਾਜੇ, ਇਹ ਸੈਕੰਡਰੀ ਕੰਜ਼ਿਊਮਰ ਹੋਊਗਾ, ਸੈਕੰਡਰੀ ਕੰਜ਼ਿਊਮਰ। ਲੈਪਰਡ ਕੀ ਹੈ ਰਾਜੇ, ਸੈਕੰਡਰੀ ਕੰਜ਼ਿਊਮਰ ਹੈਗਾ, ਠੀਕ ਹੈ। ਹੁਣ ਦੇਖੋ ਜੇ ਲੈਪਰਡ ਵੀ ਮਰ ਜਾਂਦਾ ਹੈਗਾ ਅਤੇ ਇਹਦੀ ਬੋਡੀ ਡੀਕੰਪੋਜ਼ ਹੋ ਜਾਂਦੀ ਹੈਗੀ, ਫਿਰ ਜਿਹੜੇ ਬੈਕਟੀਰੀਆਸ ਨੇਗੇ ਇਹ ਲੈਪਰਡ ਦੀ ਬੋਡੀ ਦੇ ਉੱਪਰ ਕੀ ਕਰਨਗੇ, ਫੀਡ ਕਰਨਗੇ, ਠੀਕ ਹੈ। ਅਤੇ ਲੈਪਰਡ ਦੀ ਬੋਡੀ ਨੂੰ ਪੂਰੀ ਡੀਕੰਪੋਜ਼ ਕਰ ਦੇਣਗੇ। ਤਾਂ ਮਤਲਬ ਕੀ ਹੈ, ਬੈਕਟੀਰੀਆ ਕੀ ਨੇ, ਡੀਕੰਪੋਜ਼ਰਸ ਨੇਗੇ, ਡੀਕੰਪੋਜ਼ਰ, ਠੀਕ ਹੈ। ਤਾਂ ਹੁਣ ਆਪਾਂ ਦੇਖ ਲੈਂਦੇ ਹਾਂ ਰਾਜੇ ਡੀਅਰ ਕੀ ਹੈ, ਪ੍ਰੋਡਿਊਸਰ ਹੈ, ਬਿਲਕੁਲ ਨਹੀਂ। ਡੀਅਰ ਆਪਣਾ ਕੀ ਹੈ ਰਾਜੇ, ਪ੍ਰਾਇਮਰੀ ਕੰਜ਼ਿਊਮਰ ਹੈ। ਲੈਪਰਡ ਕੀ ਪ੍ਰਾਇਮਰੀ ਕੰਜ਼ਿਊਮਰ ਹੈ, ਬਿਲਕੁਲ ਗਲਤ ਹੈ ਰਾਜੇ। ਲੈਪਰਡ ਕੀ ਹੈ, ਇੱਕ ਸੈਕੰਡਰੀ ਕੰਜ਼ਿਊਮਰ ਹੈਗਾ। ਗਰਾਸ ਕੀ ਸੈਕੰਡਰੀ ਕੰਜ਼ਿਊਮਰ ਹੈ, ਬਿਲਕੁਲ ਗਲਤ ਹੈ ਰਾਜੇ। ਗਰਾਸ ਇੱਕ ਪ੍ਰੋਡਿਊਸਰ ਹੈਗਾ, ਠੀਕ ਹੈ। ਤਾਂ ਬੈਕਟੀਰੀਆ ਕੀ ਡੀਕੰਪੋਜ਼ਰ ਹੈ, ਬਿਲਕੁਲ ਠੀਕ ਹੈ ਰਾਜੇ। ਆਪਣਾ ਆਨਸਰ ਡੈਫੀਨਿਟਲੀ ਡੀ ਆਏਗਾ, ਕਿਉਂਕਿ ਬੈਕਟੀਰੀਆ ਜਿਹੜੇ ਹੈਗੇ ਨੇ ਉਹ ਡੀਕੰਪੋਜ਼ਰ ਨੇ, ਠੀਕ ਹੈ। ਕੋਈ ਵੀ ਚਾਹੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਡੈਡ ਬੋਡੀ ਹੋਵੇ, ਚਾਹੇ ਗਰਾਸ ਹੋਵੇ, ਚਾਹੇ ਡੀਅਰ ਦੀ ਹੋਵੇ, ਚਾਹੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਬੋਡੀ ਡੀਕੰਪੋਜ਼ ਕਰਨੀ ਉਹ ਬੈਕਟੀਰੀਆਜ਼ ਹੀ ਕਰਨਗੇ, ਠੀਕ ਹੈ ਜੀ। ਚਲੋ ਤਾਂ ਡੀ ਆਨਸਰ ਜਿਹੜਾ ਕੀ ਹੈ ਕਰੈਕਟਲੀ ਮੈਚਡ ਹੈ। ਤੁਹਾਨੂੰ ਪਤਾ ਰਾਜੇ ਪੰਜਾਬ ਪੁਲਿਸ ਕਾਂਸਟੇਬਲ ਦਾ ਜਿਹੜਾ ਨਵਾਂ ਬੈਚ ਸਟਾਰਟ ਹੋ ਰਿਹਾ 28 ਜੂਨ ਨੂੰ, ਠੀਕ ਹੈ, ਜਿਹਦੇ ਵਿੱਚ ਕੀ ਸਪੈਸੀਫਿਕਲੀ ਕਾਂਸਟੇਬਲ ਦੀ ਤਿਆਰੀ ਕਰਾਈ ਜਾਊਗੀ। ਪੰਜਾਬੀ ਅਤੇ ਇੰਗਲਿਸ਼ ਦੋਨਾਂ ਦੇ ਵਿੱਚ ਤੁਹਾਨੂੰ ਨੋਟਸ ਵਗੈਰਾ ਮਿਲਣਗੇ, ਦੋਨਾਂ ਵਿੱਚ ਤਿਆਰੀ ਹੋਏਗੀ, ਠੀਕ ਹੈ। ਤਾਂ ਅਗਰ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਹੋ ਐਜ਼ ਅ ਕਾਂਸਟੇਬਲ, ਤਾਂ ਤੁਹਾਡੇ ਵਾਸਤੇ ਬੈਚ ਇਹ ਬਹੁਤ ਰੈਲੀਵੈਂਟ ਰਾਜੇ। 28 ਜੂਨ ਨੂੰ ਇਹ ਬੈਚ ਸਟਾਰਟ ਹੋ ਰਿਹਾ। ਈਵਨ ਕਿ ਜਿਹੜੀਆਂ ਅਸੀਂ ਇਹ ਕਲਾਸਿਸ ਤੁਸੀਂ ਦੇਖ ਰਹੇ ਹੋ, ਵੀਡੀਓ ਦੇਖ ਰਹੇ ਹੋ, ਇਹ ਇੱਕ ਡੈਮੋ ਕਲਾਸਿਸ ਨੇ ਬੇਸਿਕਲੀ, ਠੀਕ ਹੈ। ਡੈਮੋ ਕਲਾਸਿਸ ਨੇ 28 ਜੂਨ ਵਾਲੇ ਬੈਚ ਵਾਸਤੇ, ਠੀਕ ਹੈ। ਤਾਂ ਇਸ ਬੈਚ ਦੇ ਵਿੱਚ ਤੁਹਾਨੂੰ ਸਾਰੀ ਜੀਕੇ, ਰੀਜ਼ਨਿੰਗ, ਮੈਥ, ਜੋ ਵੀ ਕਾਂਸਟੇਬਲ ਦਾ ਸਿਲੇਬਸ ਹੈ ਉਹ ਕਰਾਇਆ ਜਾਏਗਾ, ਜਿਹੜਾ ਕਿ ਨਾਲ ਜੇਲ੍ਹ ਵਾਰਡਰ ਦੀ ਵੀ ਤੁਹਾਡੀ ਤਿਆਰੀ ਕਰਾ ਦੇਗਾ, ਨਾਲ SI ਦੀ ਵੀ ਤਿਆਰੀ ਕਰਾ ਦੇਗਾ, ਠੀਕ ਹੈ। ਈਵਨ ਕਿ ਪਟਵਾਰੀ ਵਰਗੇ ਐਗਜ਼ਾਮ ਦੀ ਵੀ ਤੁਹਾਡੀ ਨਾਲ ਹੀ ਤਿਆਰੀ ਹੋ ਜੂਗੀ, ਠੀਕ ਹੈ ਜੀ। ਤਾਂ ਡੈਫੀਨਿਟਲੀ ਤੁਸੀਂ ਇਹ ਬੈਚ ਜੁਆਇਨ ਕਰ ਸਕਦੇ ਹੋ। ਅਗਰ ਤੁਸੀਂ ਇਨਫੋਰਮੇਸ਼ਨ ਹੋਰ ਲੈਣੀ ਹੈ ਤਾਂ ਨੀਚੇ ਦਿੱਤੇ ਗਏ ਨੰਬਰ 'ਤੇ ਰਾਜੇ ਕਾਲ ਕਰ ਸਕਦੇ ਹੋ, WhatsApp ਕਰ ਸਕਦੇ ਹੋ। ਔਰ ਇੱਕ ਚੀਜ਼ ਹੋਰ ਰਾਜੇ, ਅਗਰ ਅਸੀਂ ਕੁਛ ਗੈਸਟ ਪੇਪਰ ਲਾਂਚ ਕੀਤੇ ਨੇਗੇ, ਗੈਸਟ ਪੇਪਰ ਜਿਹੜੇ ਕਿ ਬਿਲਕੁਲ ਫ੍ਰੀ ਆਫ ਕੋਸਟ ਨੇਗੇ, ਬਟ ਅਗਰ ਤੁਸੀਂ ਇਹ ਗੈਸਟ ਪੇਪਰ ਰਾਜੇ ਲੈਣਾ ਚਾਹੁੰਦੇ ਹੋ, ਠੀਕ ਹੈ, ਇਹ ਫ੍ਰੀ ਆਫ ਕੋਸਟ ਕੁਛ ਟਾਈਮ ਲਈ ਨੇ, ਕੁਛ ਲਿਮਿਟਡ ਟਾਈਮ ਲਈ ਨੇ, ਔਰ ਕੁਛ ਪਹਿਲੇ ਬੰਦਿਆਂ ਵਾਸਤੇ ਨੇਗੇ, ਠੀਕ ਹੈ। ਤਾਂ ਜਲਦੀ ਹੀ ਅਵੇਲ ਕਰੋ ਇਹਨੂੰ ਅਵੇਲ ਕਰਨ ਵਾਸਤੇ ਰਾਜੇ ਗੈਸਟ ਪੇਪਰ ਲੈਣ ਵਾਸਤੇ ਤੁਸੀਂ ਨੀਚੇ ਦਿੱਤੇ ਗਏ ਨੰਬਰ 'ਤੇ WhatsApp ਕਰੋ। ਤੁਹਾਡੇ ਕੋਲ 28 ਜੂਨ ਤੋਂ ਬਾਅਦ ਜਿਹੜੇ ਗੈਸਟ ਪੇਪਰ ਕੀ ਹੈ ਤੁਹਾਡੇ ਫੋਨ ਦੇ ਉੱਪਰ ਪਹੁੰਚ ਜਾਣਗੇ, ਠੀਕ ਹੈ। ਸਿਰਫ ਕੁਛ ਲਿਮਿਟਡ ਲੋਕਾਂ ਵਾਸਤੇ ਨੇ ਰਾਜੇ, ਤਾਂ ਜਲਦੀ ਹੀ ਲੈ ਲਓ। ਉਸ ਤੋਂ ਬਾਅਦ 'ਚੋਂ ਇਹ ਪੇਡ ਹੋ ਜਾਊਗਾ, ਠੀਕ ਹੈ। ਇਹ ਜਿਹੜੇ ਗੈਸਟ ਪੇਪਰ ਨੇ ਉਸ ਤੋਂ ਬਾਅਦ ਪੇਡ ਹੋ ਜਾਣਗੇ। ਤਾਂ ਅਗਰ ਤੁਸੀਂ ਇਹ ਗੈਸਟ ਪੇਪਰ ਫ੍ਰੀ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਇਸ ਨੰਬਰ 'ਤੇ WhatsApp ਕਰ ਦਿਓ, ਠੀਕ ਹੈ ਜੀ। ਚਲੋ ਜਸਟ ਗੈਸਟ ਪੇਪਰ ਲਿਖ ਕੇ ਭੇਜ ਦਿਓ ਕਿ ਆਈ ਵਾਂਟ ਗੈਸਟ ਪੇਪਰ, ਆਈ ਵਾਂਟ ਫ੍ਰੀ ਗੈਸਟ ਪੇਪਰ, ਬਸ ਇਹ ਲਿਖ ਕੇ ਭੇਜ ਦਿਓ ਇਸ ਨੰਬਰ 'ਤੇ, ਠੀਕ ਹੈ ਜੀ। ਤੁਹਾਡੇ ਕੋਲ ਗੈਸਟ ਪੇਪਰ ਆ ਜਾਣਗੇ। ਚਲੋ ਜੀ, ਅਤੇ ਇੱਕ ਰਾਜੇ ਅਗੇਨ 28 ਜੂਨ ਤੋਂ ਜਿਹੜਾ ਬੈਚ ਹੈ ਕਾਂਸਟੇਬਲ ਦਾ ਸਟਾਰਟ ਹੋ ਰਿਹਾ, ਤੁਸੀਂ ਉਹਦੇ ਵਾਸਤੇ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਨੈਕਸਟ ਕੁਐਸਚਨ, ਰੇਡੀਓ ਕਾਰਬਨ ਡੇਟਿੰਗ ਇਜ਼ ਯੂਜ਼ਡ ਟੂ ਐਸਟੀਮੇਟ ਦਾ ਏਜ ਆਫ। ਆਪਾਂ ਨੂੰ ਪਤਾ ਰਾਜੇ ਆਪਣੀ ਕਾਰਬਨ ਡੇਟਿੰਗ ਹੁੰਦੀ ਹੈ, ਠੀਕ ਹੈ, ਰੇਡੀਓ ਕਾਰਬਨ ਡੇਟਿੰਗ C14 ਆਈਸੋਟੋਪ ਯੂਜ਼ ਕਰਦੇ ਹਾਂ,
ठीक है। ਤਾਂ ਰਾਜੇ ਜਿਹੜਾ ਇਹ ਆਈਸੋਟੋਪ ਹੈ ਜਾਂ ਫਿਰ ਕਾਰਬਨ ਡੇਟਿੰਗ ਹੈ, ਕਿਸ ਤਰ੍ਹਾਂ ਦੀਆਂ ਚੀਜ਼ਾਂ ਦੀ ਜਿਹੜੀ ਏਜ ਹੈਗੀ ਆ ਉਹ ਆਪਾਂ ਨੂੰ ਐਸਟੀਮੇਟ ਕਰਨ ਦੇ ਵਿੱਚ ਹੈਲਪ ਕਰਦੀ ਹੈ, ਸੋਇਲ ਦੀ, ਰੌਕਸ ਦੀ, ਫੋਸਿਲਸ ਦੀ, ਮੋਨੂਮੈਂਟਸ ਦੀ। ਤਾਂ ਰਾਜੇ ਇੱਕ ਚੀਜ਼ ਹਮੇਸ਼ਾ ਧਿਆਨ ਰੱਖਣੀ ਹੈ, ਦੇਖੋ ਜਿਹੜੇ ਵੀ ਇਹਦਾ ਫਾਰਮੂਲਾ ਹੈਗਾ, ਮਤਲਬ ਜੋ ਇਹਦਾ ਆਪਾਂ ਪ੍ਰੋਸੈਸ ਹੈਗਾ ਉਹ ਬੇਸਿਕਲੀ ਹਾਫ ਲਾਈਫ ਤੋਂ ਯੂਜ਼ ਕਰਦੇ ਆਪਾਂ, ਹਾਫ ਲਾਈਫ, ਠੀਕ ਹੈ। ਤਾਂ ਜਿਹੜੀਆਂ ਚੀਜ਼ਾਂ ਦੇ ਵਿੱਚ ਵੀ ਕਾਰਬਨ ਹੈ, ਦੇਖੋ ਨਾਮ ਤੋਂ ਹੀ ਪਤਾ ਲੱਗਦਾ ਕਾਰਬਨ ਡੇਟਿੰਗ ਆ, ਤਾਂ ਜਿਹੜੀਆਂ ਚੀਜ਼ਾਂ ਦੇ ਵਿੱਚ ਕਾਰਬਨ ਹੈਗਾ ਰਾਜੇ, ਸਿਰਫ ਉਹਨਾਂ ਚੀਜ਼ਾਂ ਦੀ ਹੀ ਲਾਈਫ ਅਸੀਂ ਐਸਟੀਮੇਟ ਕਰ ਸਕਦੇ ਹਾਂ ਇਸ ਮੈਥਡ ਦੇ ਨਾਲ। ਦੇਖੋ ਕਾਰਬਨ ਦੀ ਡੇਟਿੰਗ ਕਰਨੀ, ਤਾਂ ਅਸੀਂ ਕੀ ਕਰਦੇ ਰਾਜੇ, ਇੱਕ ਜਿਹੜੀ ਵੀ ਚੀਜ਼ ਦੀ ਆਪਣੀ ਡੇਟਿੰਗ ਕਰਨੀ ਹੈ, ਜਿਹੜੀ ਵੀ ਚੀਜ਼ ਅਸੀਂ ਉਮਰ ਏਜ ਪਤਾ ਕਰਨੀ ਹੈ, ਤਾਂ ਅਸੀਂ ਦੇਖਾਂਗੇ ਉਹਦੇ ਵਿੱਚ ਕਿੰਨਾ ਕਾਰਬਨ ਬਾਕੀ ਹੈਗਾ, ਕਿੰਨਾ ਕਾਰਬਨ ਬਾਕੀ ਹੈਗਾ। ਤਾਂ ਓਬਵੀਅਸ ਜੀ ਗੱਲ ਹੈ, ਜਿਹੜੀਆਂ ਚੀਜ਼ਾਂ ਦੇ ਵਿੱਚ ਕਾਰਬਨ ਹੁੰਦਾ ਸਿਰਫ ਉਹਨਾਂ ਚੀਜ਼ਾਂ ਦੀ ਹੀ ਇਸ ਤਰੀਕੇ ਨਾਲ ਏਜ ਆਪਾਂ ਕੀ ਹੈ ਪਤਾ ਕਰ ਸਕਦੇ ਹਾਂ। ਤਾਂ ਰਾਜੇ ਇਹਨਾਂ ਦੇ ਵਿੱਚੋਂ ਕਾਰਬਨ ਕਿਹਦੇ ਵਿੱਚ ਹੁੰਦਾ, ਓਬਵੀਅਸ ਜੀ ਗੱਲ ਹੈ ਫੋਸਿਲਸ ਦੇ ਵਿੱਚ ਹੁੰਦਾ ਹੈਗਾ, ਠੀਕ ਹੈ। ਚਾਹੇ ਤਾਂ ਦੇਖੋ ਆਪਣੇ ਲਿਵਿੰਗ ਫੋਸਿਲਸ ਨੇਗੇ, ਠੀਕ ਹੈ, ਜਾਂ ਫਿਰ ਕੋਈ ਪੇੜ ਪੌਦੇ ਨੇਗੇ, ਕੁਛ ਵੀ ਜਿਹੜੀ ਮਤਲਬ ਲਿਵਿੰਗ ਚੀਜ਼ ਸੀਗੀ, ਕੋਇਲਾ ਹੈਗਾ, ਠੀਕ ਹੈ। ਤਾਂ ਜਿਹੜੇ ਵੀ ਫੋਸਿਲਸ ਨੇ ਮਤਲਬ ਜਿਹਦੇ ਵਿੱਚ ਕਦੇ ਕਾਰਬਨ ਸੀਗਾ, ਠੀਕ ਹੈ, ਸਿਰਫ ਉਹਨਾਂ ਦੀ ਹੀ ਏਜ ਆਪਾਂ ਕਾਰਬਨ ਡੇਟਿੰਗ ਦੇ ਨਾਲ ਯੂਜ਼ ਕਰ ਸਕਦੇ ਹਾਂ, ਠੀਕ ਹੈ ਜੀ, ਡੈਫੀਨਿਟਲੀ ਗੱਲ ਹੈ। ਤਾਂ ਆਪਣਾ ਆਨਸਰ ਡੈਫੀਨਿਟਲੀ ਫੋਸਿਲਸ ਆਏਗਾ ਰਾਜੇ, ਕਿ ਫੋਸਿਲਸ ਦੀ ਏਜ, ਫੋਸਿਲਸ ਦੀ ਉਮਰ ਅਸੀਂ ਕਾਰਬਨ ਡੇਟਿੰਗ ਵਾਲੇ ਮੈਥਡ ਨਾਲ ਯੂਜ਼ ਐਸਟੀਮੇਟ ਕਰ ਸਕਦੇ ਹਾਂ, ਠੀਕ ਹੈ। ਜੇ ਮੈਂ ਗੱਲ ਕਰਾਂ ਰਾਜੇ ਰੌਕਸ ਦੀ, ਤਾਂ ਰੌਕਸ ਦੇ ਵਿੱਚ ਦੇਖੋ ਕਾਰਬਨ ਐਸ ਸੱਚ ਤਾਂ ਨਹੀਂ ਹੁੰਦਾ, ਠੀਕ ਹੈ, ਕਿਉਂਕਿ ਕਾਰਬਨ ਸਿਰਫ ਲਿਵਿੰਗ ਵਾਲੀ ਚੀਜ਼ਾਂ ਦੇ ਵਿੱਚ ਆਪਾਂ ਮੰਨ ਕੇ ਚੱਲਦੇ ਹਾਂ ਕਿ ਉਹਦੇ ਵਿੱਚ ਹੁੰਦਾ, ਜਿਹੜੀ ਆਰਗੈਨਿਕ ਚੀਜ਼ਾਂ ਨੇ ਬੇਸਿਕਲੀ ਆਰਗੈਨਿਕ, ਠੀਕ ਹੈ। ਤਾਂ ਜਿਹੜੀ ਰੌਕਸ ਨੇ ਰਾਜੇ, ਇਹਨਾਂ ਦੀ ਅਗਰ ਆਪਣੀ ਏਜ ਪਤਾ ਕਰਨੀ ਹੈ ਤਾਂ ਇਹਦੇ ਵਾਸਤੇ ਇੱਕ ਹੋਰ ਮੈਥਡ ਹੈ ਰਾਜੇ, ਉਹ ਹੈਗਾ ਰਾਜੇ ਆਪਣੇ ਕੋਲੇ ਯੂਰੇਨੀਅਮ ਡੇਟਿੰਗ ਮੈਥਡ। ਯੂਰੇਨੀਅਮ ਲੈਡ ਬੇਸਿਕਲੀ, ਯੂਰੇਨੀਅਮ ਲੈਡ ਮੈਥਡ ਹੈਗਾ ਰਾਜੇ, ਜਿਹੜਾ ਕਿ ਅਸੀਂ ਯੂਜ਼ ਕਰਦੇ ਹਾਂ ਕਿਸੇ ਰੌਕਸ ਦੀ ਜਿਹੜੀ ਲਾਈਫ ਐਸਟੀਮੇਟ ਕਰਨ ਵਾਸਤੇ। ਉਹਦੇ ਵਿੱਚ ਵੀ ਅਸੀਂ ਕੀ ਕਰਦੇ ਰਾਜੇ, ਯੂਰੇਨੀਅਮ ਦੇਖਦੇ ਕਿੰਨਾ ਬਚਿਆ ਹੋਇਆ ਹੈਗਾ ਬੇਸਿਕਲੀ, ਠੀਕ ਹੈ। ਚਲੋ, ਤਾਂ ਦੋ ਕੁਐਸਚਨ ਆਪਣੇ ਕਵਰ ਹੋ ਗਏ ਕਿ ਜਿਹੜੇ ਫੋਸਿਲਸ ਨੇ ਉਹਨਾਂ ਦੀ ਏਜ ਪਤਾ ਕਰਨ ਵਾਸਤੇ ਕਾਰਬਨ ਡੇਟਿੰਗ ਮੈਥਡ ਹੈ, ਜਿਹੜੀਆਂ ਰੌਕਸ ਨੇ ਉਹਨਾਂ ਦੀ ਏਜ ਵਾਸਤੇ ਆਪਣੇ ਕੋਲੇ ਯੂਰੇਨੀਅਮ ਡੇਟਿੰਗ ਮੈਥਡ ਹੈਗਾ, ਠੀਕ ਹੈ ਜੀ। ਚਲੋ, ਵਿਚ ਆਫ ਦ ਫੋਲੋਇੰਗ ਕੈਮੀਕਲਸ ਇਜ਼ ਯੂਜ਼ਫੁਲ ਇਨ ਫੋਟੋਗ੍ਰਾਫੀ। ਫੋਟੋਗ੍ਰਾਫੀ ਦੇ ਵਿੱਚ ਰਾਜੇ ਕਿਹੜਾ ਕੈਮੀਕਲ ਯੂਜ਼ ਹੁੰਦਾ, ਦੇਖੋ ਸਿਲਵਰ ਬ੍ਰੋਮਾਈਡ, ਸੋਡੀਅਮ ਕਲੋਰਾਈਡ, ਐਲੂਮੀਨੀਅਮ ਹਾਈਡਰੋਕਸਾਈਡ, ਪੋਟਾਸ਼ੀਅਮ ਨਾਈਟ੍ਰੇਟ। ਤਾਂ ਦੱਸੋ ਰਾਜੇ, ਦੇਖੋ ਸੋਡੀਅਮ ਕਲੋਰਾਈਡ ਕੀ ਹੈ ਰਾਜੇ, ਆਪਣਾ ਕਾਮਨ ਸਾਲਟ ਹੈਗਾ, ਇਹ ਵੀ ਤੁਸੀਂ ਕੁਐਸਚਨ ਨੋਟ ਕਰ ਸਕਦੇ ਹੋ, NaCl ਆਪਣਾ ਕਾਮਨ ਸਾਲਟ, ਠੀਕ ਹੈ। ਅਤੇ ਆਪਣਾ ਆਨਸਰ ਆਏਗਾ ਰਾਜੇ ਇਸ ਦਾ ਇਹ ਆਏਗਾ ਸਿਲਵਰ ਬ੍ਰੋਮਾਈਡ, ਠੀਕ ਹੈ। ਸਿਲਵਰ ਦਾ ਬ੍ਰੋਮਾਈਡ ਆ ਜਿਹੜਾ ਕਿ ਰਾਜੇ ਫੋਟੋਗ੍ਰਾਫੀ ਦੇ ਵਿੱਚ ਯੂਜ਼ ਹੁੰਦਾ, ਇਹਦਾ ਫਾਰਮੂਲਾ ਕੀ ਹੈਗਾ AgBr, ਠੀਕ ਹੈ। Ag ਕੀ ਹੁੰਦਾ, ਆਪਣਾ ਸਿਲਵਰ ਹੁੰਦਾ, Br ਬ੍ਰੋਮਾਈਡ। ਅਤੇ ਇੱਕ ਚੀਜ਼ ਹੋਰ ਰਾਜੇ, ਜਿਹੜੇ ਵੀ ਬ੍ਰੋਮਾਈਨ ਕੰਟੇਨਿੰਗ ਐਲੀਮੈਂਟਸ ਹੁੰਦੇ ਨੇ, ਕੰਪਾਊਂਡਸ ਹੁੰਦੇ ਨੇਗੇ, ਠੀਕ ਹੈ, ਜਿਹਦੇ ਵਿੱਚ ਕਿ ਬ੍ਰੋਮਾਈਡ ਹੁੰਦਾ ਹੈਗਾ, ਤਾਂ ਉਹਨੂੰ ਆਪਾਂ ਕੀ ਕਹਿੰਦੇ ਰਾਜੇ, ਹੈਲੋਜਨਸ ਕਹਿੰਦੇ ਹਾਂ, ਠੀਕ ਹੈ। ਹੈਲੋਜਨਸ ਕਿਹੜੇ ਹੁੰਦੇ ਨੇ, ਜਿਹਦੇ ਵਿੱਚ ਸਿੰਪਲੀ ਬ੍ਰੋਮਾਈਨ ਆ ਜਾਏ, ਠੀਕ ਹੈ, ਉਹਨੂੰ ਆਪਾਂ ਹੈਲੋਜਨਸ ਕਹਿੰਦੇ ਹਾਂ, ਠੀਕ ਹੈ। ਤਾਂ ਡੈਫੀਨਿਟਲੀ ਇਹਦਾ ਆਨਸਰ ਆਪਣਾ ਸਿਲਵਰ ਬ੍ਰੋਮਾਈਡ ਆਏਗਾ, ਠੀਕ ਹੈ। ਚਲੋ, ਵਿਚ ਦ ਫੋਲੋਇੰਗ ਇਜ਼ ਨੋਟ ਪੁੱਛ ਰਿਹਾ ਰਾਜੇ, ਨੋਟ ਅ ਆਈਸੋਟੋਪ ਆਫ ਹਾਈਡਰੋਜਨ ਦਾ ਆਈਸੋਟੋਪ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਹੈਗਾ ਰਾਜੇ। ਤਾਂ ਦੇਖੋ ਡਿਊਟਰੀਅਮ ਅਤੇ ਟਿਊਟਰੀਅਮ ਆਪਾਂ ਨੂੰ ਬਿਲਕੁਲ ਡੈਫੀਨਿਟਲੀ ਪਤਾ ਕਿ ਇਹ ਆਈਸੋਟੋਪ ਹਾਈਡਰੋਜਨ ਦੇ ਹੈਗੇ ਨੇ, ਆਪਾਂ ਹਮੇਸ਼ਾ ਪੜ੍ਹਦੇ ਹੁੰਦੇ ਹਾਂ, ਤਾਂ ਇਹ ਤਾਂ ਬਿਲਕੁਲ ਵੀ ਨਹੀਂ ਹੋ ਸਕਦਾ। ਹੁਣ ਗੱਲ ਰਹਿ ਜਾਂਦੀ ਹੈ ਰਾਜੇ C ਅਤੇ D ਦੇ ਵਿੱਚੋਂ। ਦੇਖੋ ਰਾਜੇ ਜਿਹੜਾ ਡਿਊਟਰੀਅਮ ਅਤੇ ਟ੍ਰੀਟੀਅਮ ਹੈ, ਇਹ ਦੇਖੋ ਹੈਵੀ ਵਾਟਰ ਦੇ ਵਿੱਚ ਯੂਜ਼ ਹੋਗਾ ਡਿਊਟਰੀਅਮ, ਠੀਕ ਹੈ। ਤਾਂ ਆਪਾਂ ਨੂੰ ਪਤਾ ਕਿਤੇ ਨਾ ਕਿਤੇ ਪੜ੍ਹੇ ਹੋਏ ਨੇ ਆਪਣੇ, ਹਾਈਡਰੋਜਨ ਦੇ ਆਈਸੋਟੋਪ ਇਹ ਹੁੰਦੇ ਨੇਗੇ, ਠੀਕ ਹੈ। ਹੁਣ ਜਿਹੜਾ ਹਾਈਡਰੋਜਨ ਆਪਾਂ ਨੋਰਮਲ ਪੜ੍ਹਦੇ ਹਾਂ ਰਾਜੇ, ਨੋਰਮਲ, ਉਹ ਬੇਸਿਕਲੀ ਕੀ ਹੁੰਦਾ ਰਾਜੇ, ਉਹ ਬੇਸਿਕਲੀ ਹੁੰਦਾ ਹੈ ਪ੍ਰੋਟੀਅਮ, ਠੀਕ ਹੈ, ਜਿਹਦੇ ਵਿੱਚ ਸਿਰਫ ਇੱਕੋ ਹੀ ਜਿਹੜਾ ਪ੍ਰੋਟੋਨ ਹੁੰਦਾ ਹੈਗਾ, ਠੀਕ ਹੈ। ਹੁਣ ਦੇਖੋ ਜਿਹੜਾ ਫਰਕ ਕੀ ਹੁੰਦਾ ਰਾਜੇ, H1 H2, ਠੀਕ ਹੈ, H3, ਤਾਂ ਇਹ ਹੁੰਦੇ ਨੇ ਬੇਸਿਕਲੀ, ਇਹ ਹੁੰਦਾ ਪ੍ਰੋਟੀਅਮ, ਇਹ ਹੁੰਦਾ ਡਿਊਟਰੀਅਮ, ਅਤੇ ਇਹ ਹੁੰਦਾ ਟ੍ਰੀਟੀਅਮ, ਠੀਕ ਹੈ। ਬੇਸਿਕਲੀ ਜਿੰਨੇ ਆਪਣੇ ਕੋਲੇ ਉਹਦਾ ਮਾਸ ਨੰਬਰ ਹੈਗਾ, ਉਸ ਹਿਸਾਬ ਨਾਲ ਆਪਾਂ ਕੀ ਹੈ ਆਪਣਾ ਆਈਸੋਟੋਪ ਦਾ ਜਿਹੜਾ ਨਾਮ ਚੇਂਜ ਕਰ ਦਿੰਦੇ ਹੁੰਦੇ, ਠੀਕ ਹੈ। ਤਾਂ ਡੈਫੀਨਿਟਲੀ ਰਾਜੇ ਟ੍ਰੀਟੀਅਮ ਵੀ ਹੈਗਾ ਆਈਸੋਟੋਪ, ਡਿਊਟਰੀਅਮ ਵੀ ਹੈਗਾ, ਪ੍ਰੋਟੀਅਮ ਵੀ ਹੈਗਾ, ਸਿਰਫ ਔਰ ਸਿਰਫ ਯੂਟਰੀਅਮ ਕਰਕੇ ਕੋਈ ਇਹ ਆਪਣੇ ਕੋਲ ਆਈਸੋਟੋਪ ਨਹੀਂ ਹੈਗਾ। ਤਾਂ ਆਪਣੇ ਕੋਲ ਆਨਸਰ ਜਿਹੜਾ ਆਪਣਾ ਡੈਫੀਨਿਟਲੀ D ਆਏਗਾ ਕਿ ਹਾਈਡਰੋਜਨ ਦਾ ਐਸਾ ਕੋਈ ਆਈਸੋਟੋਪ ਨਹੀਂ ਹੈਗਾ। ਪ੍ਰੋਟੀਅਮ ਵੀ ਹੈਗਾ, ਜਿਹੜਾ ਅਸੀਂ ਨੋਰਮਲ ਹਾਈਡਰੋਜਨ ਅਸੀਂ ਗੱਲ ਕਰਦੇ ਹਾਂ, ਪੜ੍ਹਦੇ ਹਾਂ, ਉਹ ਨੋਰਮਲ ਹਾਈਡਰੋਜਨ ਅਸਲ ਦੇ ਵਿੱਚ ਪ੍ਰੋਟੀਅਮ ਹੀ ਹੁੰਦਾ ਹੈ, H1, ਠੀਕ ਹੈ। H1 ਜਿਹੜਾ ਅਸੀਂ ਨੋਰਮਲ ਪੜ੍ਹਦੇ ਹਾਂ ਉਹ ਪ੍ਰੋਟੀਅਮ ਹੁੰਦਾ ਹੈ। H2 ਜਿਹੜਾ ਹੈਵੀ ਵਾਟਰ ਦੇ ਵਿੱਚ ਯੂਜ਼ ਹੁੰਦਾ ਉਹ ਹੁੰਦਾ ਡਿਊਟਰੀਅਮ, ਅਤੇ H3 ਹੁੰਦਾ ਜਿਹੜਾ ਰਾਜੇ ਉਹ ਟ੍ਰੀਟੀਅਮ ਹੁੰਦਾ ਹੈਗਾ, ਠੀਕ ਹੈ। ਆਪਣਾ ਆਨਸਰ D ਆਏਗਾ, ਐਸਾ ਕੋਈ ਆਈਸੋਟੋਪ ਹਾਈਡਰੋਜਨ ਦਾ ਨਹੀਂ ਹੁੰਦਾ, ਨੋਟ ਐਨ ਆਈਸੋਟੋਪ, ਠੀਕ ਹੈ। ਚਲੋ, ਦ ਇੰਡੀਅਨ ਨੈਸ਼ਨਲ ਐਸੋਸੀਏਸ਼ਨ ਫਾਰਮਡ ਇਨ ਕਲਕੱਤਾ ਬਾਈ ਹੂਮ ਆਫ ਦ ਫੋਲੋਇੰਗ। ਇੰਡੀਅਨ ਨੈਸ਼ਨਲ ਐਸੋਸੀਏਸ਼ਨ ਬਹੁਤ ਇੰਪੋਰਟੈਂਟ ਇੱਕ ਬੋਡੀ ਹੈ ਰਾਜੇ, ਠੀਕ ਹੈ। ਦੇਖੋ ਤੁਹਾਨੂੰ ਪਤਾ ਹੈ 1885 ਦੇ ਵਿੱਚ ਕਾਂਗਰਸ ਕਦੋਂ ਬਣੀ ਹੈ ਰਾਜੇ, 1885 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ, AO ਹਿਊਮ ਦੁਆਰਾ, ਹੈ ਨਾ, ਆਪਾਂ ਨੂੰ ਪਤਾ ਇਹ ਚੀਜ਼ਾਂ, ਬੇਸਿਕ ਚੀਜ਼ਾਂ। ਤਾਂ ਬਟ ਦੇਖੋ ਰਾਜੀ, ਕਾਂਗਰਸ ਇੰਨੀ ਵੱਡੀ ਬੋਡੀ ਸੀ, ਇੰਡੀਆ ਲੈਵਲ ਦੀ ਬੋਡੀ ਸੀ ਪੂਰੇ, ਤਾਂ ਇੱਕੋ ਦਮ ਨਹੀਂ ਬਣ ਗਈ ਸੀ ਇਹ, ਠੀਕ ਹੈ। ਪਹਿਲਾਂ ਹੌਲੀ ਪਹਿਲਾਂ ਛੋਟੀਆਂ ਮੋਟੀਆਂ ਬੋਡੀਜ਼ ਬਣਦੀਆਂ ਰਹੀਆਂ, ਛੋਟੇ ਲੈਵਲ 'ਤੇ ਬਣਦੀਆਂ ਰਹੀਆਂ, ਠੀਕ ਹੈ। ਕਦੇ ਇੱਥੇ ਬਣ ਗਈ, ਕਦੇ ਪੰਜਾਬ ਦੇ, ਕਿਤੇ ਮਤਲਬ ਛੋਟੀ ਬੋਡੀਜ਼ ਪਹਿਲਾਂ ਬਣਦੀਆਂ ਰਹੀਆਂ।
ਫਿਰ 1885 ਦੇ ਵਿੱਚ ਜਾ ਕੇ ਇੱਕ ਨੈਸ਼ਨਲ ਲੈਵਲ ਦੀ ਬੋਡੀ ਬਣੀ ਆਪਣੇ ਕੋਲ, ਠੀਕ ਹੈ। ਬਟ ਰਾਜੇ ਇਸ ਤੋਂ ਪਹਿਲਾਂ ਇੱਕ ਹੋਰ ਬਹੁਤ ਇੰਪੋਰਟੈਂਟ ਬੋਡੀ ਬਣੀ ਸੀ 1876 ਦੇ ਵਿੱਚ, ਜਿਹਦਾ ਨਾਮ ਸੀ ਇੰਡੀਅਨ ਨੈਸ਼ਨਲ ਐਸੋਸੀਏਸ਼ਨ, ਠੀਕ ਹੈ, ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇੱਥੇ, ਜਾਂ ਫਿਰ ਕਈ ਜਗ੍ਹਾ ਤੇ ਇੰਡੀਅਨ ਐਸੋਸੀਏਸ਼ਨ ਵੀ ਲਿਖਿਆ ਹੋਇਆ ਇਕੱਲਾ, ਇੰਡੀਅਨ ਨੈਸ਼ਨਲ ਐਸੋਸੀਏਸ਼ਨ ਜਾਂ ਫਿਰ ਇੰਡੀਅਨ ਐਸੋਸੀਏਸ਼ਨ, ਇੱਕੋ ਹੀ ਗੱਲ ਹੈਗੀ, ਠੀਕ ਹੈ। ਤਾਂ 1876 ਦੇ ਵਿੱਚ ਬਣਿਆ ਰਾਜੇ। ਇਹ ਵੀ ਇੱਕ ਬਹੁਤ ਇੰਪੋਰਟੈਂਟ ਬੋਡੀ ਸੀ, ਜਿਹੜੀ ਕਿ ਪ੍ਰੀ ਕਾਂਗਰਸ ਬਹੁਤ ਸਾਰੀਆਂ ਬੋਡੀਜ਼ ਬਣੀਆਂ ਸੀਗੀਆਂ, ਬਟ ਜਿਹੜੀ ਇਹ ਵਾਲੀ ਬੋਡੀ ਸੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਸੀਗੀ, ਠੀਕ ਹੈ। ਕਾਂਗਰਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਇਹ ਵਾਲੀ ਹੀ ਬੋਡੀ ਸੀਗੀ, ਠੀਕ ਹੈ। ਤਾਂ ਇਹ ਪੁੱਛ ਰਹੇ ਰਾਜੇ ਕਿਹਨੇ ਬਣਾਈ ਸੀ, ਠੀਕ ਹੈ। ਤਾਂ ਇਹਦਾ ਆਨਸਰ ਡੈਫੀਨਿਟਲੀ ਆਏਗਾ ਰਾਜੇ SN ਬੈਨਰਜੀ, ਸੁਰਿੰਦਰ ਨਾਥ ਬੈਨਰਜੀ। ਬਹੁਤ ਆਪਣੇ ਇੰਪੋਰਟੈਂਟ ਫਿਗਰ ਨੇਗੇ ਮਾਡਰਨ ਹਿਸਟਰੀ ਦੇ ਵਿੱਚ SN ਬੈਨਰਜੀ, ਠੀਕ ਹੈ। ਸੁਰਿੰਦਰ ਨਾਥ ਬੈਨਰਜੀ ਨੇ ਜਿਹੜੇ ਕਿ ਇਹ ਫਾਊਂਡ ਕੀਤਾ 1876 ਦੇ ਵਿੱਚ, ਕਿਹਦੇ ਨਾਲ ਮਿਲ ਕੇ ਰਾਜੇ, ਆਨੰਦ ਮੋਹਨ ਬੋਸ, ਠੀਕ ਹੈ, ਆਨੰਦ ਮੋਹਨ ਬੋਸ ਤੇ SN ਬੈਨਰਜੀ ਨੇ ਮਿਲ ਕੇ ਕੀ ਹੈ ਇੰਡੀਅਨ ਨੈਸ਼ਨਲ ਐਸੋਸੀਏਸ਼ਨ ਬਣਾਈ ਰਾਜੇ 1876 ਦੇ ਵਿੱਚ, ਠੀਕ ਹੈ। ਕਾਫੀ ਇੰਪੋਰਟੈਂਟ ਬੋਡੀ ਹੈਗੀ ਇਹ, ਜਿਹੜੀ ਇਹ ਆਪਾਂ ਪੜ੍ਹਦੇ ਹਾਂ, ਠੀਕ ਹੈ ਜੀ। ਚਲੋ, ਬਹੁਤ ਇੰਪੋਰਟੈਂਟ ਕੁਐਸਚਨ ਹੈ ਰਾਜੇ ਇਹ। ਹੂ ਵਾਜ਼ ਦ ਓਨਲੀ ਵਾਇਸਰॉय ਆਫ ਇੰਡੀਆ ਟੂ ਬੀ ਮਰਡਰਡ ਇਨ ਆਫਿਸ। ਸਾਡੇ ਮਾਡਰਨ ਹਿਸਟਰੀ ਵਿੱਚ ਰਾਜੇ ਇੱਕ ਵਾਇਸਰॉय ਐਸਾ ਆਉਂਦਾ ਹੈਗਾ ਜਿਹਦਾ ਕਿ ਸਾਡੇ ਦੇਸ਼ ਦੇ ਵਿੱਚ ਹੱਤਿਆ ਕਰ ਦਿੱਤੀ ਗਈ ਸੀਗੀ, ਉਹਦਾ ਨਾਮ ਪੁੱਛ ਰਿਹਾ ਰਾਜੇ, ਠੀਕ ਹੈ। ਕਿਹੜਾ ਵਾਇਸਰॉय ਸੀ ਜਿਹਦਾ ਕਿ ਮਰਡਰ ਕਰ ਦਿੱਤਾ ਗਿਆ ਸੀਗਾ? ਲੋਰਡ ਮਾਇਓ, ਲੋਰਡ ਆਕਲੈਂਡ, ਲੋਰਡ ਲਾਰੈਂਸ, ਲੋਰਡ ਨੌਰਥਬਰੁਕ, ਠੀਕ ਹੈ। ਦੱਸੋ ਰਾਜੇ। ਤਾਂ ਡੈਫੀਨਿਟਲੀ ਇਹਦਾ ਆਨਸਰ ਆਏਗਾ ਰਾਜੇ ਲੋਰਡ ਮਾਇਓ, ਠੀਕ ਹੈ। ਲੋਰਡ ਮਾਇਓ ਇਕਲੌਤਾ ਐਸਾ ਵਾਇਸਰॉय ਸੀਗਾ ਸਾਡੇ ਦੇਸ਼ ਦੇ ਵਿੱਚ ਜਿਹਦਾ ਕਿ ਹੱਤਿਆ ਹੋ ਕਰ ਦਿੱਤੀ ਗਈ ਸੀ। ਇਹਦਾ ਟਾਈਮ ਪੀਰੀਅਡ ਕੀ ਸੀ ਰਾਜੇ? 1869 ਤੋਂ ਲੈ ਕੇ 1872, ਠੀਕ ਹੈ। ਇਹ ਇਹਦਾ ਟਾਈਮ ਪੀਰੀਅਡ ਸੀਗਾ ਲੋਰਡ ਮਾਇਓ ਦਾ, ਠੀਕ ਹੈ ਜੀ। ਹੋਰ ਵੀ ਦੇਖੋ ਕਈ ਜਿਹੜੇ ਆਪਣੇ ਵਾਇਸਰॉय ਜਾਂ ਗਵਰਨਰ ਜਨਰਲ ਸੀ ਉਹਨਾਂ ਦੇ ਅਸੈਸੀਨੇਸ਼ਨ ਅਟੈਂਪਟਸ ਹੋਏ ਨੇਗੇ, ਠੀਕ ਹੈ। ਲੋਰਡ ਹਾਰਡਿੰਗ 'ਤੇ ਹੋਇਆ ਸੀਗਾ, ਠੀਕ ਹੈ, ਜਦੋਂ ਕਿ ਉਹ 1912 ਦੇ ਵਿੱਚ ਨਵੀਂ ਕੈਪੀਟਲ ਦੇ ਵਿੱਚ ਆਉਣ ਲੱਗੇ ਸੀਗੇ, ਠੀਕ ਹੈ। ਸਚਿਨ ਸਾਨਿਆਲ ਵਰਗ ਨੇ ਜਿਹੜਾ ਕੀ ਹੈ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਲੋਰਡ ਹਾਰਡਿੰਗ 'ਤੇ, ਠੀਕ ਹੈ। ਉਸ ਤੋਂ ਬਾਅਦ 'ਚ ਵੀ ਰਾਜੇ ਲੋਰਡ ਇਰਵਿਨ 'ਤੇ ਵੀ ਜਿਹੜਾ ਕੀ ਹਮਲਾ ਹੋਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਠੀਕ ਹੈ। ਤਾਂ ਕਈਆਂ 'ਤੇ ਅਟੈਂਪਟ ਹੋਏ ਸੀਗੇ ਬਟ ਸਕਸੈਸਫੁਲ ਅਟੈਂਪਟ ਨਹੀਂ ਹੋ ਪਾਏ ਸੀਗੇ, ਅਸੀਂ ਨਹੀਂ ਮਤਲਬ ਸਕਸੈਸਫੁਲ ਹੋ ਪਾਏ ਸੀਗੇ, ਜਿਹੜੇ ਆਪਣੇ ਰੈਵੋਲੂਸ਼ਨਰੀ ਸੀਗੇ ਉਹ ਆਪਣੇ ਕੰਮ ਦੇ ਵਿੱਚ ਸਕਸੈਸਫੁਲ ਨਹੀਂ ਹੋ ਪਾਏ ਸੀਗੇ, ਠੀਕ ਹੈ। ਬਟ ਲੋਰਡ ਮਾਇਓ ਸੀਗੇ ਜਿਹੜਾ ਕਿ ਉਹਨੂੰ ਉਹਦਾ ਅਸੈਸੀਨੇਸ਼ਨ ਕਰ ਦਿੱਤੀ ਗਈ ਸੀ, ਠੀਕ ਹੈ। ਤਾਂ 1869 ਤੋਂ 72 ਦਾ ਟਾਈਮ ਪੀਰੀਅਡ ਸੀਗਾ ਵਾਇਸਰॉय ਦਾ, ਠੀਕ ਹੈ। ਤਾਂ ਲੋਰਡ ਮਾਇਓ ਦਾ ਆਨਸਰ ਆਏਗਾ ਕਿ ਇਹੀ ਇੱਕ ਵਾਇਸਰॉय ਜਿਹਦਾ ਕਿ ਮਰਡਰ ਦੇਸ਼ ਦੇ ਵਿੱਚ ਹੋਇਆ ਹੈਗਾ। ਡਿਊਰਿੰਗ ਦ 1857 ਮਿਊਟਨੀ ਹੂ ਅਮੰਗ ਦ ਫੋਲੋਇੰਗ ਵਾਸ ਗਵਰਨਰ ਜਨਰਲ ਆਫ ਇੰਡੀਆ। 1857 ਦੀ ਮਿਊਟਨੀ ਦੇ ਵਿੱਚ ਗਵਰਨਰ ਜਨਰਲ ਕੌਣ ਸੀ ਰਾਜੇ ਆਪਣਾ, ਠੀਕ ਹੈ। ਇਹ ਪੁੱਛ ਰਿਹਾ ਬੇਸਿਕਲੀ, ਤਾਂ ਈਜ਼ੀ ਕੁਐਸਚਨ ਹੈਗਾ ਰਾਜੇ, ਠੀਕ ਹੈ। ਲੋਰਡ ਕੈਨਿੰਗ ਆਪਣਾ ਆਨਸਰ ਆਏਗਾ, ਲੋਰਡ ਕੈਨਿੰਗ ਆਨਸਰ ਆਏਗਾ ਕਿ ਜਿਹਦਾ, ਕਿਉਂਕਿ ਦੇਖੋ ਇਹ ਕੌਣ ਸੀ ਰਾਜੇ, ਬੇਸਿਕਲੀ ਇਹ ਲਾਸਟ ਗਵਰਨਰ ਜਨਰਲ ਸੀਗਾ, ਅਤੇ ਸਾਨੂੰ ਪਤਾ ਇਸ ਤੋਂ ਬਾਅਦ ਰਾਜੇ ਆਪਣਾ ਨਾਮ ਚੇਂਜ ਹੋ ਗਿਆ ਸੀਗਾ, ਠੀਕ ਹੈ। ਅਸੀਂ ਪੋਸਟ ਚੇਂਜ ਕਰਤੀ ਸੀ 1858 ਦੇ ਵਿੱਚ, ਅਸੀਂ ਨਵੀਂ ਪੋਸਟ ਬਣਾਈ ਸੀ ਇੱਕ ਵਾਇਸਰॉय ਦੀ, ਠੀਕ ਹੈ। ਤਾਂ ਨਵਾਂ ਆਫਿਸ ਬਣਾਇਆ ਸੀ ਵਾਇਸਰॉय ਦਾ, ਗਵਰਨਰ ਜਨਰਲ ਹੁਣ ਵਾਇਸਰॉय ਬਣ ਗਿਆ ਸੀਗਾ। ਤਾਂ ਅਗਰ ਕੁਐਸਚਨ ਆਉਂਦਾ ਹੈ ਕਿ ਲਾਸਟ ਗਵਰਨਰ ਜਨਰਲ ਕੌਣ ਸੀਗਾ, ਤਾਂ ਉਹਦਾ ਆਨਸਰ ਆਏਗਾ ਲੋਰਡ ਕੈਨਿੰਗ। ਜਾਂ ਪਹਿਲਾ ਵਾਇਸਰॉय ਕੌਣ ਸੀ, ਉਹਦਾ ਆਨਸਰ ਵੀ ਲੋਰਡ ਕੈਨਿੰਗ ਹੀ ਆਏਗਾ, ਠੀਕ ਹੈ। ਤਾਂ ਇੰਪੋਰਟੈਂਟ ਹੈ, ਯਾਦ ਕਰਨਾ ਧਿਆਨ ਨਾਲ। हु वॉज द फाउंडर ऑफ सत्याशोधक समाज, सत्याशोधक समाज या फिर ट्रुथ सीकर्स सोसाइटी, ट्रुथ सीकर्स सोसाइटी। ये पूछ रहे राजे ਇਹਦੀ इस समाज की इस सोसाइटी की फाउंडेशन किने की सी, किने बनाया सी राजे ये, ठीक है। आत्मा रंग पांडुरंग, गोपाल हरी देशमुख, MG रानड़े, ज्योतिबा फुले। अगर तुसी ऑब्जर्व करो राजे ये चारे के चारे सोशल रिफॉर्मर्स नेगे और वैसट इंडिया के विच नेगे, यानी कि अपना महाराष्ट्र गुजरात वाले इलाके के विचों आए ने, ठीक है। वैसट इंडिया जो आ वाला इलाका अपना, ठीक है। ये सारे के सारे सोशल रिफॉर्मर्स इस एरिया तो बिलोंग कर रहे हैं। बट अपना पूछ रहा कि सत्याशोधक समाज जोड़ा की है वो किने फाउंड किया, तो यदा आंसर आएगा राजी अपना ज्योतिबा फुले, ज्योतिबा फुले आंसर आएगा जिन्होंने कि यह समाज की स्थापना की, ठीक है जी। ज्योतिबा फुले की कुछ राइटिंग्स भी ने राजे अपने को, जिमें अपनी गुलामगिरी होगी, इन्होंने जोड़े लिखिया हुई चीज़ा नहीं है, गुलामगिरी इन्होंने एक वर्क लिखे है जोड़े इन्होंने वर्कस ने गुलामगिरी, तो एक अपने को आंदा राजे सार्वजनिक सत्यधर्म, सार्वजनिक सत्यधर्म, ठीक है जी। ये दो जोड़ी चीज़ा जोड़ियाँ टैक्सट ने अपने को ज्योतिबा फुले के लिखे हुए मिलते हैं, ठीक है जी। चलो नैक्सट क्वेश्चन मूव ऑन करिए। विच इंडियन स्टेट शेयर द लॉन्गेस्ट लैंड बॉर्डर विद भूटान। तो देखो राजी आप सारी ही टॉपिक अज कर रहे हैं, पॉलिटी, हिस्टरी,
ਬਲਕਿ ਜੀਓਗ੍ਰਾਫੀ ਅਤੇ ਆਪਣਾ ਸਾਇੰਸ ਆਲਮੋਸਟ ਹਰ ਟੌਪਿਕ ਆਪਾਂ ਨੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਠੀਕ ਹੈ। ਤਾਂ ਇਸੇ ਤਰ੍ਹਾਂ ਜਿਹੜੇ ਨੈਕਸਟ 2 ਲੈਕਚਰਸ ਹੋਣਗੇ ਉਹ ਵੀ ਆਪਾਂ ਮਿਕਸ ਜੀ ਕਰਾਂਗੇ ਆਪਾਂ, ਠੀਕ ਹੈ। ਤਾਂ ਕੱਲ੍ਹ ਨੂੰ ਵੀ ਰਾਜੇ ਤੁਸੀਂ ਧਿਆਨ ਦੇਣਾ ਹੈਗਾ, ਕੱਲ੍ਹ ਨੂੰ ਵੀ 12 ਵਜੇ ਕਲਾਸ ਅਟੈਂਡ ਕਰਨੀ ਹੈ, ਠੀਕ ਹੈ, ਜਿਹਦੇ ਵਿੱਚ ਤੁਹਾਨੂੰ ਇਹ ਮਿਕਸ ਜੀ ਦੇ MCQs ਮਿਲਣਗੇ, ਠੀਕ ਹੈ। ਵਿਚ ਇੰਡੀਅਨ ਸਟੇਟ ਸ਼ੇਅਰ ਦਾ ਲੌਂਗੈਸਟ ਲੈਂਡ ਬਾਰਡਰ ਵਿਦ ਭੂਟਾਨ। ਭੂਟਾਨ ਆਪਾਂ ਨੂੰ ਪਤਾ ਰਾਜੇ ਆਪਣੇ ਇੱਕ ਨੇਬਰਿੰਗ ਕੰਟਰੀ ਹੈਗਾ, ਠੀਕ ਹੈ। ਤਾਂ ਕਿਹੜੀ ਇੰਡੀਅਨ ਸਟੇਟ ਦਾ ਰਾਜੇ, ਆਪਣੀ ਕਿਹੜੀ ਸਟੇਟ ਦਾ ਸਭ ਤੋਂ ਜ਼ਿਆਦਾ ਜਿਹੜਾ ਲੰਬਾ ਬਾਰਡਰ ਭੂਟਾਨ ਕੰਟਰੀ ਦੇ ਨਾਲ ਟੱਚ ਕਰਦਾ ਰਾਜੇ। ਤਾਂ ਦੇਖੋ ਮਤਲਬ ਬੜਾ ਈਜ਼ੀ ਕੁਐਸਚਨ ਹੈ ਅਗਰ ਆਪਾਂ ਮੈਪ ਦੇਖ ਲਈਏ, ਸੌਰੀ, ਬਟ ਅਗਰ ਮੈਪ ਨਹੀਂ ਦੇਖਿਆ ਰਾਜੇ ਤਾਂ ਥੋੜ੍ਹਾ ਜਿਹਾ ਇਹਨੂੰ ਆਨਸਰ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਹੈਗਾ, ਠੀਕ ਹੈ। ਇੱਕਦਮ ਯਾਦ ਨਹੀਂ ਆਉਂਦਾ। ਤਾਂ ਨੈਕਸਟ ਸਲਾਈਡ ਦੇ ਵਿੱਚ ਮੈਂ ਤੁਹਾਨੂੰ ਮੈਪ ਵੀ ਦਿਖਾ ਰਿਹਾ ਵੈਸੇ ਤਾਂ, ਅਤੇ ਵੈਸੇ ਇਹਦਾ ਆਨਸਰ ਆਪਣਾ ਕੋਲ ਆਏਗਾ ਰਾਜੇ ਅਸਾਮ। ਅਸਾਮ ਜਿਹੜਾ ਹੈਗਾ ਰਾਜੇ ਸਭ ਤੋਂ ਲਾਰਜੈਸਟ ਲੈਂਡ ਬਾਰਡਰ ਹੈਗਾ ਉਹ ਭੂਟਾਨ ਦੇ ਨਾਲ, ਠੀਕ ਹੈ। ਅਗਰ ਆਪਾਂ ਸਟੇਟਸ ਦੀ ਗੱਲ ਕਰੀਏ ਤਾਂ ਭੂਟਾਨ ਦੇ ਨਾਲ ਸਭ ਤੋਂ ਵੱਡਾ ਲੈਂਡ ਬਾਰਡਰ ਅਸਾਮ ਦਾ ਹੈਗਾ। ਨੈਕਸਟ ਸਲਾਈਡ ਦੇ ਵਿੱਚ ਪਤਾ ਲੱਗ ਜਾਏਗਾ ਆਪਾਂ ਨੂੰ। ਦੇਖੋ ਇਹ ਹੈਗਾ ਸਿੱਕਮ ਹੈਗਾ ਰਾਜੇ, ਠੀਕ ਹੈ। ਤਾਂ ਦੇਖੋ ਸਿੱਕਮ ਦਾ ਬਾਰਡਰ ਕਿੱਥੇ ਐਡ ਸਿੱਕਮ ਇਹ ਅਤੇ ਆਪਣਾ ਹੈਗਾ ਭੂਟਾਨ, ਠੀਕ ਹੈ। ਦੇਖੋ ਜੀ ਆਪਾਂ ਨੂੰ ਵੈਸੇ ਨੋਰਮਲ ਆਪਾਂ ਨੂੰ ਹਮੇਸ਼ਾ ਲੱਗਦਾ ਕਿ ਸਿੱਕਮ ਭੂਟਾਨ ਦੇ ਨੇੜੇ ਹੈਗਾ, ਤਾਂ ਆਪਾਂ ਸਿੱਕਮ ਆਨਸਰ ਕਰਨ ਦੀ ਕੋਸ਼ਿਸ਼ ਕਰਾਂਗੇ, ਬਟ ਨਹੀਂ, ਸਿੱਕਮ ਦਾ ਬਾਰਡਰ ਸਿਰਫ ਇੰਨਾ ਕੁ ਹੈ, ਸਿਰਫ ਇੰਨਾ ਕੁ ਬਾਰਡਰ ਸਿੱਕਮ ਦਾ। ਸਭ ਤੋਂ ਲਾਰਜੈਸਟ ਬਾਰਡਰ ਰਾਜੇ ਹੈਗਾ ਅਸਾਮ ਦਾ। ਦੇਖੋ ਕਿੱਥੇ ਤੱਕ ਜਾ ਰਿਹਾ, ਠੀਕ ਹੈ। ਇੱਥੇ ਜੇ ਜਾ ਕੇ ਕਿਤੇ ਅਰੁਣਾਚਲ ਨਾਲ ਮਿਲੇਗਾ, ਠੀਕ ਹੈ। ਤਾਂ ਅਰੁਣਾਚਲ ਨਾਲ ਵੀ ਬਹੁਤ ਥੋੜ੍ਹਾ ਬਾਰਡਰ ਹੈਗਾ, ਜ਼ਿਆਦਾ ਬਾਰਡਰ ਨਹੀਂ ਹੈਗਾ। ਸਭ ਤੋਂ ਜ਼ਿਆਦਾ ਡੈਫੀਨੇਟਲੀ ਅਸਾਮ ਦੇ ਨਾਲ ਹੀ ਹੈ, ਠੀਕ ਹੈ। ਈਵਨ ਵੈਸਟ ਬੰਗਾਲ ਦੇ ਨਾਲ ਵੀ ਕਾਫੀ ਬਾਰਡਰ ਹੈਗਾ, ਵੈਸਟ ਬੰਗਾਲ, ਠੀਕ ਹੈ। ਸਿੱਕਮ ਦੇ ਨਾਲ ਤਾਂ ਬਲਕਿ ਸਭ ਤੋਂ ਘੱਟ ਹੈਗਾ ਜਸਟ, ਠੀਕ ਹੈ। ਵੈਸਟ ਬੰਗਾਲ ਦੇ ਨਾਲ ਵੀ ਕਾਫੀ ਵੱਡਾ ਬਾਰਡਰ ਹੈਗਾ ਜਿਹੜਾ ਕਿ ਭੂਟਾਨ ਦਾ ਹੈਗਾ ਆਪਣੇ ਕੋਲ, ਠੀਕ ਹੈ ਜੀ। ਅਤੇ ਰਾਜੇ ਭੂਟਾਨ, ਇੰਡੀਆ ਅਤੇ ਚਾਈਨਾ ਯਾਨੀ ਕਿ ਤਿੱਬਤ, ਇਹਨਾਂ ਦੇ ਵਿਚਾਲੇ ਇੱਕ ਇਹਨਾਂ ਦੇ ਟਰਾਈ ਜੰਕਸ਼ਨ 'ਤੇ ਇੱਕ ਆਪਣੇ ਕੋਲ ਵੈਲੀ ਆਉਂਦੀ ਹੈ, ਉਹਦਾ ਨਾਮ ਆਉਂਦਾ ਰਾਜੇ ਚੁੰਬੀ ਵੈਲੀ। ਬਹੁਤ ਇੰਪੋਰਟੈਂਟ ਹੈ। ਰੀਸੈਂਟਲੀ ਜਿਹੜੀ 2017 ਦੇ ਵਿੱਚ ਜਿਹੜਾ ਡੋਕਲਾਮ ਸਟੈਂਡ ਆਫ ਸੀਗਾ ਰਾਜੇ ਉਹ ਇੱਥੇ ਹੋਇਆ ਸੀਗਾ, ਠੀਕ ਹੈ। ਡੋਕਲਾਮ ਵੀ ਇੱਥੇ ਹੀ ਹੈਗਾ, ਡੋਕਲਾਮ, ਠੀਕ ਹੈ। ਹੁਣ ਤਾਂ ਜਿਹੜਾ ਰੀਸੈਂਟਲੀ ਜਿਹੜਾ ਇਸ ਸਾਲ ਹੋਇਆ ਰਾਜੇ ਉਹ ਤਾਂ ਇੱਥੇ ਹੋਇਆ LAC ਦੇ ਉੱਪਰ, ਠੀਕ ਹੈ। ਉਹ ਤਾਂ ਇੱਥੇ ਹੈਗਾ ਉੱਪਰ ਵੈਸੇ ਹੈ, ਬਟ ਜਿਹੜਾ 2017 ਦੇ ਵਿੱਚ ਹੋਇਆ ਸੀ ਮੇਰੇ ਖਿਆਲ ਦੇ ਵਿੱਚ ਤਾਂ ਉਹ ਚੁੰਬੀ ਵੈਲੀ ਦੇ ਵਿੱਚ ਹੋਇਆ ਸੀਗਾ, ਡੋਕਲਾਮ ਸਟੈਂਡ ਆਫ ਸੀਗਾ, ਠੀਕ ਹੈ, ਜਿਹੜਾ ਸਭ ਤੋਂ ਪਹਿਲਾਂ ਹੋਇਆ ਸੀਗਾ। ਚਲੋ, ਨੈਰੋ ਵਾਟਰ ਏਰੀਆ ਅਟੈਚਡ ਵਿਦ ਮੇਨਲੈਂਡ। ਇੱਕ ਤਾਂ ਨੈਰੋ ਵਾਟਰ ਏਰੀਆ ਦੀ ਗੱਲ ਕਰ ਰਿਹਾ, ਕੀਵਰਡ ਦੇਖਣੇ ਨੇ ਹਮੇਸ਼ਾ। ਦੇਖੋ ਜਦੋਂ ਵੀ ਵੱਡੀ ਸਟੇਟਮੈਂਟ ਹੁੰਦੀ ਹੈ ਨਾ, ਉਹਨੂੰ ਸੋਲਵ ਕਰਨ ਦਾ ਤਰੀਕਾ ਇਹ ਹੁੰਦਾ ਹੈ ਕਿ ਥੋੜ੍ਹੇ ਕੀਵਰਡ ਤੁਸੀਂ ਦੇਖ ਲਓ। ਨੈਰੋ ਵਾਟਰ ਏਰੀਆ, ਇਹ ਕੀਵਰਡ ਅੰਡਰਲਾਈਨ ਕਰ ਲਓ। ਮੇਨਲੈਂਡ, ਠੀਕ ਹੈ, ਜਿਹੜੀ ਆਪਣੀ ਲੈਂਡ ਹੈਗੀ। ਇਨ ਦ ਫਾਰਮ ਆਫ ਚੈਨਲਸ ਨੋਨ ਐਜ਼ ਕਿਆਲਸ ਆਰ ਫਾਊਂਡ ਇਨ ਵਿਚ ਅਮੰਗ ਦ ਫੋਲੋਇੰਗ ਸਟੇਟਸ। ਰਾਜੇ ਮੰਨ ਲਓ ਆ ਦੇਖੋ ਇੰਡੀਆ ਹੈਗਾ, ਠੀਕ ਹੈ। ਤਾਂ ਵੈਸਟ ਇੰਡੀਆ ਦੇ ਵਿੱਚ ਰਾਜੇ ਆਪਣੇ ਇਹ ਵਾਲਾ ਜਿਹੜਾ ਰੀਜਨ ਹੈ ਰਾਜੇ ਬੇਸਿਕਲੀ, ਠੀਕ ਹੈ, ਮਾਲਾਬਾਰ ਜਿਹੜੀ ਕੋਸਟ ਹੈਗੀ ਆਪਣੀ, ਠੀਕ ਹੈ। ਮਾਲਾਬਾਰ ਕੋਸਟ ਦੇ ਉੱਪਰ ਕੁਝ ਐਸੇ ਕੁ ਫਨੋਮਨਾ ਬਣਦੇ ਨੇਗੇ, ਕੁਝ ਐਸੀ ਸਿਸਟਮ ਬਣਦਾ ਹੈ ਵੀ ਜੇ ਕਿਉਂਕਿ ਦੇਖੋ ਕੋਸਟ ਦੇ ਉੱਪਰ ਆ ਗਿਆ ਤਾਂ ਜਿਹੜੀ ਇਹ ਕੋਸਟ ਜ਼ਮੀਨ ਦੇ ਵਿੱਚ ਦਬੀ ਹੋਈ ਹੈ, ਠੀਕ ਹੈ। ਇੱਕ ਸਬਮਰਜੈਂਸ ਕੋਸਟ ਹੈਗੀ, ਸਬਮਰਜੈਂਸ ਮਤਲਬ ਸਬਮਰਜਡ ਹੈਗੀ ਓਸ਼ਨ ਦੇ ਵਿੱਚ, ਸੀ ਦੇ ਵਿੱਚ, ਠੀਕ ਹੈ। ਤਾਂ ਜਿਹੜਾ ਕੀ ਹੈ ਵਾਟਰ ਹੈ ਰਾਜੇ, ਜਿਹੜਾ ਪਾਣੀ ਹੈ ਸਮੁੰਦਰ ਦਾ, ਉਹ ਅੰਦਰ ਆ ਜਾਂਦਾ ਹੈਗਾ, ਸਮੁੰਦਰ ਦਾ ਮੇਨਲੈਂਡ 'ਤੇ ਆ ਜਾਂਦਾ ਹੈ। ਇਹੀ ਕਿਹਾ ਗਿਆ ਨੈਰੋ ਵਾਟਰ ਏਰੀਆ ਅਟੈਚਡ ਵਿਦ ਮੇਨਲੈਂਡ। ਜਿਹੜਾ ਨੈਰੋ ਵਾਟਰ ਏਰੀਆ ਇਹ ਮੇਨਲੈਂਡ ਦੇ ਵਿੱਚ ਆ ਜਾਂਦਾ ਹੈਗਾ ਇਨ ਫਾਰਮ ਆਫ ਅ ਚੈਨਲ, ਛੋਟੀਆਂ ਨਦੀਆਂ ਬਣ ਕੇ ਇਹ ਵਾਪਸ ਆ ਜਾਂਦਾ ਹੈ। ਇਹਨੂੰ ਅਸੀਂ ਕਾਇਲਸ ਜਾਂ ਫਿਰ ਬੈਕ ਵਾਟਰ ਕਹਿ ਦਿੰਦੇ ਹਾਂ। ਬੈਕ ਵਾਟਰ, ਦੇਖੋ ਨਾਮ ਤੋਂ ਹੀ ਪਤਾ ਲੱਗ ਰਿਹਾ ਵੀ ਵਾਟਰ ਬੈਕ ਆ ਰਿਹਾ ਹੈਗਾ, ਠੀਕ ਹੈ। ਦੇਖੋ ਨਦੀਆਂ ਤਾਂ ਆਪਣੇ ਐਂ ਫਲੋ ਕਰਨਗੀਆਂ, ਤਾਂ ਹੁਣ ਜਦੋਂ ਸਮੁੰਦਰ ਦਾ ਪਾਣੀ ਅੰਦਰ ਆ ਗਿਆ ਉਹਨੂੰ ਆਪਾਂ ਇੱਕ ਤਰ੍ਹਾਂ ਦਾ ਬੈਕ ਵਾਟਰ ਕਹਿ ਦਾਂਗੇ, ਕਿਆਲਸ ਕਹਿ ਦਾਂਗੇ, ਠੀਕ ਹੈ। ਤਾਂ ਉਹ ਪੁੱਛ ਰਿਹਾ ਜੀ ਬੇਸਿਕਲੀ ਇਹ ਮਾਲਾਬਾਰ ਕੋਸਟ ਦਾ ਹੀ ਫੀਚਰ ਹੈਗਾ, ਠੀਕ ਹੈ। ਜਿਵੇਂ ਤੁਹਾਨੂੰ ਫਿਗਰ ਤੋਂ ਪਤਾ ਲੱਗ ਰਿਹਾ ਤਾਂ ਆਨਸਰ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਕਿ ਜਿਹੜੇ ਇਹ ਕਾਇਲਸ ਜਾਂ ਫਿਰ ਬੈਕ ਵਾਟਰਸ ਨੇ ਇਹ ਕੇਰਲਾ ਦੇ ਵਿੱਚ ਬਣਦੇ ਨੇ। ਬਹੁਤ ਇੰਪੋਰਟੈਂਟ ਕੁਐਸਚਨ ਰਾਜੇ, ਕਾਫੀ ਵਾਰੀ ਰਿਪੀਟ ਹੋਇਆ ਇਹ ਕਿ ਜਿਹੜੇ ਕਾਇਲਸ ਨੇ ਉਹ ਕਿੱਥੇ ਨੇ, ਉਹ ਤਾਂ ਡੈਫੀਨੇਟਲੀ ਕੇਰਲਾ ਦੇ ਵਿੱਚ ਨੇ ਰਾਜੇ, ਠੀਕ ਹੈ। ਇੱਕ ਆਪਣੇ ਕੋਲ ਹੋਰ ਵਰਡ ਆਉਂਦਾ ਰਾਜੇ ਕਰੇਵਾਸ, ਠੀਕ ਹੈ। ਇਹਦੇ ਨਾਲ ਰਿਲੇਟਡ ਨਹੀਂ ਹੈਗਾ, ਜਸਟ ਡਿਫਰੈਂਟ ਹੈ। ਮੈਂ ਨਾਮ ਤੋਂ ਮੈਨੂੰ ਥੋੜ੍ਹਾ ਜਿਹਾ ਯਾਦ ਆਇਆ ਤਾਂ ਮੈਂ ਡਿਸਕਸ ਕਰ ਰਿਹਾ। ਕਰੇਵਾਸ ਨੇ ਰਾਜੇ ਇਹ ਕਿੱਥੇ ਨੇ, ਜੰਮੂ ਕਸ਼ਮੀਰ ਦੇ ਵਿੱਚ, ਠੀਕ ਹੈ। ਟੋਟਲੀ ਡਿਫਰੈਂਟ ਚੀਜ਼ ਹੈ, ਇਹਦੇ ਨਾਲ ਬਿਲਕੁਲ ਰਿਲੇਟਡ ਨਹੀਂ ਹੈਗਾ। ਜਸਟ ਮੈਂ ਨਾਮ ਕਲੀਅਰ ਕਰ ਰਿਹਾ ਤੁਹਾਨੂੰ ਕਿ ਕਰੇਵਾਸ ਹੁੰਦੇ ਨੇ ਜਿਹੜੇ ਉਹ ਜੰਮੂ ਕਸ਼ਮੀਰ ਦੇ ਵਿੱਚ ਹੁੰਦੇ ਨੇ। ਕਦੇ ਫਿਊਚਰ ਦੇ ਵਿੱਚ ਆਪਾਂ ਦੇਖਾਂਗੇ ਕੀ ਹੁੰਦੇ ਨੇ ਕਰੇਵਾਸ, ਠੀਕ ਹੈ। ਤੁਸੀਂ MCQ ਵਾਸਤੇ ਯਾਦ ਕਰ ਲਓ ਕਿਉਂਕਿ ਆ ਸਕਦਾ ਪੇਪਰ ਦੇ ਵਿੱਚ, ਆ ਚੁੱਕੇ ਆਲਰੇਡੀ, ਕਿ ਜਿਹੜੇ ਕਰੇਵਾਸ ਨੇ ਉਹ ਕਿੱਥੇ ਨੇ, ਜੰਮੂ ਕਸ਼ਮੀਰ ਦੇ ਵਿੱਚ ਨੇਗੇ। ਹਾਂਜੀ, ਰਣਜੀਤ ਸਾਗਰ ਡੈਮ ਜਾਂ ਫਿਰ ਥੇਨ ਡੈਮ ਇਜ਼ ਅ ਗਾਈਗੈਂਟਿਕ ਮਲਟੀਪਰਪਜ਼ ਰਿਵਰ ਵੈਲੀ ਪ੍ਰੋਜੈਕਟ ਔਨ ਵਿਚ ਦ ਫੋਲੋਇੰਗ ਰਿਵਰਸ। ਤਾਂ ਜਿਹੜਾ ਰਣਜੀਤ ਸਾਗਰ ਡੈਮ ਹੈ ਰਾਜੇ, ਠੀਕ ਹੈ, ਉਹ ਕਿਹੜੀ ਰਿਵਰ ਦੇ ਉੱਪਰ ਬਣਿਆ ਹੋਇਆ ਬੇਸਿਕਲੀ ਇਹੀ ਪੁੱਛ ਰਿਹਾ, ਜਾਂ ਫਿਰ ਥੇਨ ਡੈਮ ਵੀ ਕਹਿ ਦਿੰਦੇ ਆਪਾਂ। ਤਾਂ ਈਜ਼ੀ ਕੁਐਸਚਨ ਹੈ ਰਾਜੇ। ਈਵਨ ਕਿ ਰਾਜੇ ਜਿਹੜੀਆਂ ਪੰਜੇ ਦੇ ਪੰਜੇ ਨਦੀਆਂ ਨੇ ਆਪਣੀਆਂ, ਠੀਕ ਹੈ, ਇੰਡਸ, ਸਤਲੁਜ ਜਿਹੜੀ ਵੀ ਹੈਗੀਆਂ ਨੇ, ਤਾਂ ਸਭ ਦੇ ਜਿਹੜੇ ਡੈਮਸ ਨੇ ਰਾਜੇ ਬਹੁਤ ਇੰਪੋਰਟੈਂਟ ਨੇ, ਠੀਕ ਹੈ। ਤਾਂ ਤੁਸੀਂ ਆਪਣੇ ਐਂਡ ਤੋਂ ਜ਼ਰੂਰ ਇਹ ਚੀਜ਼ ਦੇਖਣੀ ਹੈ
कि सब ਦੇ ਜਿਹੜੇ ਡੈਮਸ ਨੇ ਤੁਹਾਨੂੰ ਟਿਪਸ ਦੇ ਉੱਪਰ ਹੋਣ, ਤੁਹਾਡੇ ਕੋਈ ਵੀ ਕਨਫਿਊਜ਼ਨ ਨਾ ਹੋਵੇ। ਠੀਕ ਹੈ, ਤਾਂ ਰਣਜੀਤ ਸਾਗਰ ਡੈਮ ਰਾਜੇ ਆਰ ਤੋਂ ਆਰ ਮੈਂ ਯਾਦ ਕਰਦਾ, ਠੀਕ ਹੈ, ਜਿਹੜਾ ਹੈਗਾ ਇਹ ਰਾਵੀ ਦੇ ਉੱਪਰ ਬਣਿਆ ਹੋਇਆ ਹੈਗਾ। ਠੀਕ ਹੈ, ਰਾਵੀ ਨਦੀ ਦੇ ਉੱਪਰ ਰਾਜੇ ਰਣਜੀਤ ਸਾਗਰ ਡੈਮ ਬਣਿਆ ਹੋਇਆ ਹੈ, ਫਿਰ ਉਹਨੂੰ ਥੇਨ ਡੈਮ ਵੀ ਕਹਿ ਦਿੰਦੇ ਆਪਾਂ। ਠੀਕ ਹੈ, ਤਾਂ 5 ਨਦੀਆਂ ਦੇ ਉੱਪਰ ਜਿਹੜੇ ਡੈਮਸ ਨੇ ਰਾਜੇ ਤੁਹਾਨੂੰ ਟਿਪਸ ਦੇ ਉੱਪਰ ਥੋੜ੍ਹੇ ਹੋਣੇ ਚਾਹੀਦੇ ਨੇ ਪੰਜਾਬ ਦੇ ਐਗਜ਼ਾਮ ਵਾਸਤੇ। ਠੀਕ ਹੈ, ਚਲੋ the project to modernize the ports in India is known as by which the following ਰਾਜੇ ਜਿਹੜੇ ਆਪਣੇ ਪੋਰਟਸ ਨੇ ਜਾਂ ਫਿਰ ਬੰਦਰਗਾਹ ਨੇਗੇ, ਠੀਕ ਹੈ, ਮਤਲਬ ਜਿੱਥੇ ਜਿਹੜੇ ਹਾਰਬਰਸ ਨੇ ਜਾਂ ਪੋਰਟਸ ਨੇ ਜਿੱਥੇ ਮਤਲਬ ਕੋਸਟ ਨੇਗੇ। ਠੀਕ ਹੈ, ਤਾਂ ਇਹ ਜਿਹੜੇ ਪੋਰਟਸ ਨੂੰ ਡਿਵੈਲਪ ਕਰਨ ਵਾਸਤੇ ਇੱਕ ਸਕੀਮ ਲੈ ਕੇ ਆਈ ਹੈ ਭਾਰਤ ਸਰਕਾਰ ਵੀ ਜਿਹੜੇ ਕੋਸਟਲ ਸਿਟੀਜ਼ ਨੇਗੀਆਂ, ਪੋਰਟਸ ਨੇ ਆਪਣੇ, ਤਾਂ ਉਹਨਾਂ ਨੂੰ ਡਿਵੈਲਪ ਕਰਨ ਵਾਸਤੇ ਰਾਜੇ ਇੱਕ ਸਕੀਮ ਲੈ ਕੇ ਆਈ ਹੈ। ਉਹਦਾ ਨਾਮ ਪੁੱਛਿਆ ਬੇਸਿਕਲੀ। ਦੇਖੋ ਜੀ ਆਪਾਂ ਐਲੀਮੀਨੇਟ ਕਰੀਏ ਗੋਲਡਨ ਕੁਆਡਰੀਲੇਟਰ ਤਾਂ ਬਿਲਕੁਲ ਗਲਤ ਹੈ ਰਾਜੇ, ਕਿਉਂਕਿ ਗੋਲਡਨ ਕੁਆਡਰੀਲੇਟਰ ਆਪਾਂ ਨੂੰ ਪਤਾ ਰਾਜੇ ਕਿ ਆਪਣੇ ਨੈਸ਼ਨਲ ਹਾਈਵੇਜ਼ ਦਾ ਪ੍ਰੋਜੈਕਟ ਹੈ ਇੱਕ ਤਰ੍ਹਾਂ ਦਾ। ਠੀਕ ਹੈ, ਤੇ ਡਾਇਮੰਡ ਕੁਆਡਰੀਲੇਟਰ ਵੀ ਲਗਭਗ ਉਹੀ ਚੀਜ਼ ਹੈਗੀ, ਤਾਂ ਇਹ ਵੀ ਨਹੀਂ ਆ ਸਕਦਾ। ਸਾਗਰਮਾਲਾ ਡੈਫੀਨੇਟਲੀ ਰਾਜੇ ਇਹਦਾ ਆਨਸਰ ਸਾਗਰਮਾਲਾ ਆਏਗਾ ਸੀ। ਠੀਕ ਹੈ, ਕਰੰਟ ਅਫੇਅਰ ਦੇ ਵਿੱਚ ਕੁਐਸਚਨ ਹੈ ਰਾਜੇ ਇਹ। ਠੀਕ ਹੈ, ਕਿ ਜਿਹੜੀ ਸਾਗਰਮਾਲਾ ਨਾਮ ਦਾ ਇੱਕ ਆਪਣੇ ਕੋਲੇ ਸਕੀਮ ਆਈ ਹੈਗੀ, ਇੱਕ ਪ੍ਰੋਗਰਾਮ ਆਇਆ ਜਿਹਦੇ ਵਿੱਚ ਕਿ ਅਸੀਂ ਕੁਛ 14 ਪੋਰਟਸ ਨੇ ਜਿਹੜੇ ਆਪਣੇ, ਠੀਕ ਹੈ, ਕੋਸਟਲ ਏਰੀਆਜ਼ ਨੇਗੇ, ਕੋਸਟਲ ਏਰੀਆਜ਼ 14 ਕੋਸਟਲ ਏਰੀਆਜ਼ ਨੂੰ ਅਸੀਂ ਡਿਵੈਲਪ ਕਰ ਰਹੇ ਹਾਂ, ਮਤਲਬ ਬਹੁਤ ਅੱਛੀ ਤਰ੍ਹਾਂ ਡਿਵੈਲਪ ਕਰ ਰਹੇ ਹਾਂ ਇਸੇ ਪ੍ਰੋਗਰਾਮ ਦੇ ਅੰਡਰ, ਸਾਗਰਮਾਲਾ ਦੇ ਅੰਡਰ ਡਿਵੈਲਪ ਕਰ ਰਹੇ ਹਾਂ। ਦੇਖੋ ਸਾਗਰ ਦੀ ਮਾਲਾ, ਸਾਗਰਮਾਲਾ, ਠੀਕ ਹੈ, ਮਾਲਾ ਬਣਾ ਰਹੇ ਹਾਂ ਆਪਾਂ ਇੱਕ ਤਰ੍ਹਾਂ ਦੀ। ਠੀਕ ਹੈ, ਤਾਂ ਸਾਗਰਮਾਲਾ ਦਾ ਪ੍ਰੋਜੈਕਟ ਹੈ ਜਿਹਦੇ ਵਿੱਚ ਅਸੀਂ ਪੋਰਟਸ ਨੂੰ ਡਿਵੈਲਪ ਕਰ ਰਹੇ ਹਾਂ। ਠੀਕ ਹੈ, ਜੇ ਗੱਲ ਕਰਾਂ ਭਾਰਤਮਾਲਾ ਦੇ ਵਿੱਚ ਰਾਜੇ, ਤਾਂ ਭਾਰਤਮਾਲਾ ਬੇਸਿਕਲੀ ਹਾਈਵੇਜ਼ ਵਾਸਤੇ ਹੈ। ਠੀਕ ਹੈ, ਜੇ ਸਾਗਰਮਾਲਾ ਪੋਰਟ ਵਾਸਤੇ ਆ, ਦੇਖੋ ਸਾਗਰ ਦੀ ਮਾਲਾ, ਤਾਂ ਇਹ ਪੋਰਟਸ ਵਾਸਤੇ ਹੈ। ਜਿਹੜਾ ਭਾਰਤਮਾਲਾ ਰਾਜੇ ਉਹ ਹੈਗੇ ਹਾਈਵੇਜ਼ ਵਾਸਤੇ। ਠੀਕ ਹੈ, ਜਿਹੜਾ ਆਪਣੇ ਪਹਿਲਾਂ ਦੇ ਪ੍ਰੋਗਰਾਮ ਸੀਗੇ ਨੈਸ਼ਨਲ ਹਾਈਵੇ ਡਿਵੈਲਪਮੈਂਟ ਪ੍ਰੋਗਰਾਮ ਜਾਂ ਫਿਰ ਗੋਲਡਨ ਕੁਆਡਰੀਲੇਟਰ ਵੀ, ਇਹ ਜਿਹੜੇ ਪਹਿਲਾਂ ਵੀ ਜਿੰਨੇ ਵੀ ਹਾਈਵੇਜ਼ ਦੇ ਪ੍ਰੋਗਰਾਮ ਸੀਗੇ ਅਸੀਂ ਸਾਰੇ ਇਸ ਭਾਰਤਮਾਲਾ ਪ੍ਰੋਗਰਾਮ ਦੇ ਵਿੱਚ ਕੀ ਹੈ ਮਰਜ ਕਰ ਲਏ ਜਾਂ ਫਿਰ ਇਹਦੇ ਵਿੱਚ ਸਬਜ਼ਿਊਮ ਕਰ ਲਏ। ਠੀਕ ਹੈ, ਤਾਂ ਹੁਣ ਭਾਰਤਮਾਲਾ ਹੀ ਇੱਕ ਵੱਡਾ ਪ੍ਰੋਜੈਕਟ ਸਾਡੇ ਕੋਲ ਚੱਲ ਰਿਹਾ ਜਿਹੜਾ ਕਿ ਦੇਸ਼ ਭਰ ਦੇ ਵਿੱਚ ਹਾਈਵੇਜ਼ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਠੀਕ ਹੈ, ਜਿੰਨੇ ਵੀ ਪ੍ਰੋਜੈਕਟ ਇਹਦੇ ਵਿੱਚ ਰਹਿ ਗਏ ਸੀ ਜਾਂ ਇਹਦੇ ਵਿੱਚ ਰਹਿ ਗਏ ਸੀਗੇ ਉਹਨੂੰ ਵੀ ਹੁਣ ਅਸੀਂ ਭਾਰਤਮਾਲਾ ਦੇ ਵਿੱਚ ਕੀ ਆ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਠੀਕ ਹੈ, ਤਾਂ ਇਹ ਹੈਗਾ ਜਿਹੜਾ ਹਾਈਵੇਜ਼ ਵਾਸਤੇ ਹੈ, ਨਹਾਈ ਇਹਨੂੰ ਫੋਲੋ ਕੀ ਹੈ ਇੰਪਲੀਮੈਂਟ ਕਰ ਰਿਹਾ ਹੈਗਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ। ਠੀਕ ਹੈ ਜੀ, ਚਲੋ ਦ ਬਾਰਡਰ ਰੋਡ ਆਰਗੇਨਾਈਜੇਸ਼ਨ ਵਾਜ਼ ਐਸਟੈਬਲਿਸ਼ਡ ਇਨ BRO ਰਾਜੇ, ਤੁਹਾਨੂੰ ਪਤਾ ਹੈ ਬਹੁਤ ਇੰਪੋਰਟੈਂਟ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਸਾਡੇ ਬਾਰਡਰਸ ਦੇ ਉੱਪਰ ਕੀ ਹੈ ਜਿਹੜੀ ਰੋਡਸ ਕੰਸਟਰਕਸ਼ਨ ਕਰਦੀ ਹੈ। ਬਹੁਤ ਹੀ ਇਹਦਾ ਵਧੀਆ ਟਰੈਕ ਰਿਕਾਰਡ ਹੈ, ਬਹੁਤ ਘੱਟ ਟਾਈਮ ਦੇ ਵਿੱਚ ਬਹੁਤ ਅੱਛੀਆਂ ਰੋਡਸ ਬਣਾਉਂਦੀ ਹੈ ਆਰਗੇਨਾਈਜੇਸ਼ਨ। ਠੀਕ ਹੈ, ਤਾਂ ਪੁੱਛ ਰਿਹਾ ਵੀ ਕਿਹੜੇ ਈਅਰ ਦੇ ਵਿੱਚ ਐਸਟੈਬਲਿਸ਼ ਹੋਇਆ ਸੀਗਾ। ਠੀਕ ਹੈ, ਤਾਂ ਡੈਫੀਨੇਟਲੀ ਇਹਦਾ ਆਨਸਰ ਆਏਗਾ ਰਾਜੇ 1960 ਆਏਗਾ। ਠੀਕ ਹੈ, 1960 ਦੇ ਵਿੱਚ ਜਿਹੜੀ ਅਸੀਂ ਆਰਗੇਨਾਈਜੇਸ਼ਨ ਬਣਾਈ ਸੀ ਜਿਹੜੀ ਕਿ ਅਸੀਂ ਬੇਸਿਕਲੀ ਨਾਰਥ ਈਸਟ ਦੇ ਵਿੱਚ ਜਿਹੜੀਆਂ ਰੋਡਸ ਨੇ ਉਹ ਬਣਾਉਣੀਆਂ ਸੀਗੀਆਂ। ਠੀਕ ਹੈ, ਚਾਈਨੀਜ਼ ਬਾਰਡਰ ਨਾਲ ਜਿਹੜੀਆਂ ਰੋਡਸ ਹੈਗੀਆਂ ਨੇ ਉਹ ਬਣਾਉਣ ਵਾਸਤੇ ਅਸੀਂ ਇਹ ਵਾਲੀ ਜਿਹੜੀ ਕੀ ਹੈ ਆਰਗੇਨਾਈਜੇਸ਼ਨ ਸੈਟਅਪ ਕੀਤੀ ਸੀ, ਐਸਟੈਬਲਿਸ਼ ਕੀਤੀ ਸੀ, ਤਾਂ 1960 ਆਊਗਾ। ਠੀਕ ਹੈ, ਦੇਖੋ 62 ਦੇ ਵਿੱਚ ਵਾਰ ਹੋਈ ਹੈ ਤਾਂ ਉਦੋਂ ਪਹਿਲਾਂ ਹੀ ਅਸੀਂ ਤਿਆਰੀ ਕਰਨੀ ਸਟਾਰਟ ਕਰ ਸੀ, ਤਾਂ ਸਾਨੂੰ ਕੋਈ ਨਾ ਕੁਝ ਇੰਡੀਕੇਸ਼ਨ ਡੈਫੀਨੇਟਲੀ ਮਿਲੀ ਸੀਗੀ। ਠੀਕ ਹੈ, ਕਿ ਹਾਂ ਸਿਚੁਏਸ਼ਨ ਬਾਰਡਰ ਦੇ ਉੱਪਰ ਠੀਕ ਨਹੀਂ ਹੈਗੀ ਅਤੇ ਸਾਨੂੰ ਬਾਰਡਰ ਦੇ ਜਿਹੜੇ ਰੋਡਸ ਨੇ ਉਹ ਬਣਾਉਣ ਦੀ ਲੋੜ ਹੈਗੀ ਹੈ, ਜਲਦੀ ਹੀ ਲੋੜ ਹੈਗੀ ਹੈ, ਤਾਂ 60 ਦੇ ਵਿੱਚ ਅਸੀਂ ਇਹ ਆਰਗੇਨਾਈਜੇਸ਼ਨ ਬਣਾ ਲਈ ਸੀ। ਇਹ ਸੀ ਰਾਜੇ ਅੱਜ ਦਾ GK ਦਾ ਸੈਸ਼ਨ ਆਪਣਾ। ਠੀਕ ਹੈ, ਆਈ ਹੋਪ ਪਸੰਦ ਆਇਆ ਹੋਣਾ। ਅਗਰ ਪਸੰਦ ਆਇਆ ਰਾਜੇ ਲਾਈਕ ਸ਼ੇਅਰ ਕਰ ਦਿਆ ਕਰੋ, ਕੋਈ ਉਹਦੇ ਵਿੱਚ ਕੁਛ ਆਪਣਾ ਕੋਈ ਇਨਵੈਸਟਮੈਂਟ ਨਹੀਂ ਲੱਗਦੀ ਹੈਗੀ। ਠੀਕ ਹੈ, ਅਤੇ ਅਗਰ ਹੋਰ ਵੀ ਰਾਜੇ ਕੋਈ ਇਨਫੋਰਮੇਸ਼ਨ ਲੈਣੀ ਹੈ, ਲਾਈਵ ਕੋਰਸਿਸ ਬਹੁਤ ਚੱਲ ਰਹੇ ਨੇ, CTET ਦੇ ਬੈਚਿਸ ਚੱਲ ਰਹੇ ਨੇ, PS TET ਦੇ ਬੈਚ ਚੱਲ ਰਹੇ ਨੇ। ਠੀਕ ਹੈ, ਅਤੇ ਰਾਜੇ ਹੋਰ ਵੀ ਜਿਹੜੇ ਜੇਲ੍ਹ ਬਾਰਡਰ ਦੇ ਅਤੇ ਮੈਟਰਨ ਦੇ ਜਿਹੜੇ ਕੋਰਸਿਸ ਚੱਲ ਰਹੇ ਨੇ। ਠੀਕ ਹੈ, ਈਵਨ ਕਿ ਆਲ ਪੰਜਾਬ ਐਗਜ਼ਾਮ ਦਾ ਇੱਕ ਬੈਚ ਚੱਲ ਰਿਹਾ ਜਿਹਦੇ ਵਿੱਚ ਕਿ ਸਾਰੇ ਦੇ ਸਾਰੇ ਐਗਜ਼ਾਮਸ। ਠੀਕ ਹੈ, ਅਗਰ ਤੁਸੀਂ ਕੋਈ ਇੱਕ ਐਗਜ਼ਾਮ ਨਾ ਟਾਰਗੇਟ ਕਰਦੇ ਹੋਏ ਸਾਰੇ ਹੀ ਐਗਜ਼ਾਮਸ ਦੇਣੇ ਨੇ, ਪਟਵਾਰੀ ਵੀ ਦੇਣਾ, PS PCL ਵੀ, ਨਾਇਬ ਵੀ, ਐਕਸਾਈਜ਼ ਵੀ, ਕੋਆਪਰੇਟਿਵ ਬੈਂਕ ਦਾ ਵੀ, ਸਾਰੇ ਹੀ ਐਗਜ਼ਾਮ ਦੇਣੇ ਨੇ ਅਗਰ ਤੁਸੀਂ, ਤਾਂ ਤੁਹਾਡੇ ਵਾਸਤੇ ਇਹ ਕੋਰਸ ਬਹੁਤ ਰੈਲੀਵੈਂਟ ਹੈ ਰਾਜੇ, ਕਿ ਜਿਹਦੇ ਵਿੱਚ ਹਰ ਪੇਪਰ ਦੀ ਤਿਆਰੀ ਤੁਹਾਡੀ ਇੱਕ ਕੰਪਰੀਹੈਂਸਿਵ ਤਰੀਕੇ ਨਾਲ ਹੋਊਗੀ। ਤੁਹਾਨੂੰ ਕੁਝ ਵੀ ਸੋਚਣ ਦੀ ਲੋੜ ਨਹੀਂ ਹੈਗੀ ਵੀ ਕਿਹੜੇ ਐਗਜ਼ਾਮ ਦੀ ਕਿਵੇਂ ਤਿਆਰੀ ਕਰਨੀ ਹੈ, ਕਿਹੜੇ ਦੀ ਕਿਵੇਂ ਕਰਨੀ ਹੈ। ਇਸ ਬੈਚ ਦੇ ਵਿੱਚ ਸਾਰੀ ਦੀ ਸਾਰੀ ਫੁੱਲ ਫਲੈਜਡ ਤਿਆਰੀ ਹੋ ਜਾਏਗੀ ਤੁਹਾਡੀ। ਠੀਕ ਹੈ, ਤਾਂ ਇਹਦੇ ਵਿੱਚ ਰਾਜੇ ਲਾਈਵ ਕਲਾਸਿਸ ਵੀ ਹੈਗੀਆਂ ਨੇ। ਠੀਕ ਹੈ, ਜਿਹੜੀ ਕਿ ਤੁਸੀਂ ਰੈਗੂਲਰਲੀ ਦੇਖ ਸਕਦੇ ਹੋ। ਇਸ ਦੇ ਨਾਲ ਰਿਕਾਰਡਡ ਕਲਾਸਿਸ ਵੀ ਨੇ, ਦੋਨੋਂ ਨੇ। ਐਂ ਨਹੀਂ ਹੈਗਾ ਵੀ ਜਾਂ ਰਿਕਾਰਡਡ ਜਾਂ ਲਾਈਵ, ਨਹੀਂ ਇੱਦਾਂ ਨਹੀਂ, ਰਿਕਾਰਡਡ ਸੈਸ਼ਨ ਵੀ ਮਿਲ ਜਾਣਗੇ। ਤੁਸੀਂ ਚਾਹੋ ਤਾਂ ਇੱਕ ਹਫ਼ਤੇ ਦੇ ਵਿੱਚ ਕੋਈ ਵੀ ਸਬਜੈਕਟ ਪੂਰਾ ਕਰ ਸਕਦੇ ਹੋ। ਠੀਕ ਹੈ, ਕਿਉਂਕਿ ਪੂਰੇ ਰਿਕਾਰਡਡ ਕਲਾਸਿਸ ਆਲਰੇਡੀ ਅਸੀਂ ਬਣਾ ਚੁੱਕੇ ਹਾਂ। ਠੀਕ ਹੈ, ਤਾਂ ਇਹੀ ਨਹੀਂ ਹੈਗਾ ਕਿ ਜਿਹੜੀ ਲਾਈਵ ਕਲਾਸਿਸ ਨੇ ਉਹੀ ਰਿਕਾਰਡ ਕਰਕੇ ਮਿਲਣਗੀਆਂ, ਨਹੀਂ ਇੱਦਾਂ ਨਹੀਂ ਹੈਗਾ। ਰਿਕਾਰਡਡ ਕਲਾਸਿਸ ਅਲੱਗ ਤੋਂ ਨੇਗੀਆਂ। ਠੀਕ ਹੈ, ਤਾਂ ਬਟ ਇਸੇ ਬੈਚ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ। ਠੀਕ ਹੈ, ਤਾਂ ਤੁਹਾਨੂੰ ਕੰਪਰੀਹੈਂਸਿਵ ਬੈਚ ਮਿਲ ਜਾਏਗਾ, ਉਹਦੇ ਵਿੱਚ ਲਾਈਵ ਅਤੇ ਰਿਕਾਰਡਡ ਦੋਨੇ ਕਲਾਸਿਸ ਹੀ ਮਿਲਣਗੀਆਂ। ਠੀਕ ਹੈ, ਜ਼ਿਆਦਾ ਇਨਫੋਰਮੇਸ਼ਨ ਵਾਸਤੇ ਤੁਸੀਂ ਨੀਚੇ ਦਿੱਤੇ ਗਏ ਨੰਬਰ 'ਤੇ ਕਾਲ ਕਰ ਸਕਦੇ ਹੋ। ਅਤੇ ਰਾਜੇ ਅਗਰ ਫ੍ਰੀ ਗੈਸਟ ਪੇਪਰ ਲੈਣੇ ਨੇ, ਅਗਰ ਫ੍ਰੀ ਗੈਸਟ ਪੇਪਰ ਅਵੇਲ ਕਰਨੇ ਨੇ, ਤਾਂ ਉਸ ਵਾਸਤੇ ਵੀ ਤੁਸੀਂ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ। ਇਸ ਮੈਸੇਜ ਕਰੋ, WhatsApp ਕਰੋ ਕਿ ਸਰ ਮੈਨੂੰ ਫ੍ਰੀ ਗੈਸਟ ਪੇਪਰ ਪ੍ਰੋਵਾਈਡ ਕਰਵਾਓ, ਤਾਂ 28 ਜੂਨ ਤੋਂ ਬਾਅਦ ਤੁਹਾਨੂੰ ਇਹ ਗੈਸਟ ਪੇਪਰ ਪ੍ਰੋਵਾਈਡ ਕਰਵਾ ਦਿੱਤੇ ਜਾਣਗੇ ਫ੍ਰੀ ਆਫ ਕੋਸਟ। ਠੀਕ ਹੈ ਜੀ,
ਪੰਜਾਬ ਪੁਲਿਸ ਕਾਂਸਟੇਬਲ ਦਾ ਡੈਫੀਨਿਟਲੀ ਜਿਹੜਾ ਬੈਚ 28 ਜੂਨ ਤੋਂ ਸਟਾਰਟ ਹੋ ਰਿਹਾ, ਤਾਂ ਤੁਸੀਂ ਇਹਦੇ ਵਾਸਤੇ ਵੀ ਰਾਜੇ ਬਹੁਤ ਅਗਰ ਅੱਛੀ ਤਿਆਰੀ ਕਰ ਰਹੇ ਹੋ, ਫਿਜ਼ੀਕਲ ਦੀ ਤਿਆਰੀ ਕਰ ਰਹੇ ਹੋ, ਤਾਂ ਡੈਫੀਨਿਟਲੀ ਰਿਟਨ ਦੀ ਤਿਆਰੀ ਵੀ ਆਪਣਾ ਕਰਨੀ ਹੈ। ਤਾਂ ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਸਾਰੀ ਤਿਆਰੀ ਬੈਚ ਦੀ ਜਿਹੜੀ ਕਿ ਇਨਫੋਰਮੇਸ਼ਨ ਲੈ ਸਕਦੇ ਹੋ। ਠੀਕ ਹੈ ਰਾਜੇ, ਮਿਲਦੇ ਹਾਂ ਕੱਲ੍ਹ ਨੂੰ ਇਸੇ ਟਾਈਮ 12 ਵਜੇ। ਠੀਕ ਹੈ, ਹੋਰ ਅੱਛੇ ਕੁਐਸਚਨਸ ਲੈ ਕੇ ਆਵਾਂਗੇ। ਠੀਕ ਹੈ, ਚਲੋ ਟੇਕ ਕੇਅਰ ਰਾਜੇ, ਮਿਲਦੇ ਹਾਂ ਕੱਲ੍ਹ।